ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੋਹਰਾ ਮਨ ਤਜ ਬਿਸਿਆਨ ਬਾਸਨਾ ਭਰਮਿਓ ਜਨਮ ਅਨੇਕ ਅਬ ਸਤਿਗੁਰ ਕੀ ਸਰਣ ਗਹੋ ਪਾਵਹਿ ਅਨੰਦ ਵਿਵੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮਨ ਤਜ ਬਿਸਿਆਨ ਬਾਸਨਾ ਭਰਮਿਓ ਜਨਮ ਅਨੇਕ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 37ਵਾਂ। ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਪਿਛਲੇ ਅਧਿਆਇਆਂ ਦੇ ਵਿੱਚ ਮਨ ਨੂੰ ਉਪਦੇਸ਼ ਦਿੰਦੇ ਹਨ ਕਿ ਮਨ ਤੂੰ ਪਰਮਾਤਮਾ ਦੇ ਨਾਮ ਨੂੰ ਜਪ, ਇਸ ਪਰ ਜਿਹੜਾ ਹਨ ਅਧਿਆਏ ਦੇ ਆਰੰਭ ਦੇ ਵਿੱਚ ਕਵੀ ਜੀ ਫੇਰ ਮਨ ਨੂੰ ਇਹ ਉਪਦੇਸ਼ ਦਿੰਦੇ ਹਨ, ਮਨ ਤਜ ਬਿਸਿਆਨ ਬਾਸਨਾ। ਹੇ ਮਨਾ ਤੂੰ ਵਿਸ਼ਿਆਂ ਦੀ ਬਾਸ਼ਨਾ, ਜੋ ਵਿਸ਼ੇ ਵਿਕਾਰਾਂ ਦੀ ਇੱਛਾ ਹੈ, ਜੋ ਵਿਸ਼ੇ ਵਿਕਾਰਾਂ ਦੀ ਭੋਗਣ ਦੀ ਇੱਛਾ ਹੈ ਤੇਰੀ, ਤੂੰ ਉਹਨੂੰ ਛੱਡ ਦੇ। ਭਰਮਿਓ ਜਨਮ ਅਨੇਕ। ਜਿਸ ਕਰਕੇ ਜਿਹੜਾ ਕਾਰਨ ਬਣਿਆ ਹੈ ਤੇਰਾ ਬਹੁਤੇ ਸਾਰੇ ਜਿਹੜਾ ਹਨ ਜੂਨਾਂ ਵਿੱਚ ਭਰਮਣ ਦਾ, ਜਨਮ ਤੇ ਮਰਨ ਦਾ ਤੇਰਾ ਕਾਰਨ ਕੀ ਹੈ? ਕਿਉਂਕਿ ਤੂੰ ਹਜੇ ਵਿਸ਼ੇ ਵਿਕਾਰ ਜਿਹੜੇ ਵਾਇਸਸ ਹਨ, ਜਿਹੜੇ ਡਿਜ਼ਾਇਰਸ ਹਨ, ਇਹਨਾਂ ਤੋਂ ਤੂੰ ਹਜੇ ਮੁਕਤੀ ਨਹੀਂ ਪਾਈ। ਅਬ ਸਤਿਗੁਰ ਕੀ ਸਰਣ ਗਹੋ। ਇਸ ਕਰਕੇ ਹੁਣ ਤੈਨੂੰ ਇਹ ਜਨਮ ਮਿਲਿਆ ਹੈ, ਮਨੁੱਖ ਜਨਮ ਮਿਲਿਆ ਹੈ, ਇਹ ਪ੍ਰੈਸ਼ਸ ਲਾਈਫ ਟਾਈਮ ਤੈਨੂੰ ਮਿਲੀ ਹੈ। ਇਸ ਕਰਕੇ ਅਬ ਸਤਿਗੁਰੂ ਕੀ ਸਰਣ ਗਹੋ, ਤੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ, ਉਹਨਾਂ ਦੀ ਸੈਂਚਰੀ ਵਿੱਚ ਜਾ ਕਰਕੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਅਰਪਣ ਕਰ। ਪਾਵ ਹੈ ਅਨੰਦ ਵਿਵੇਕ। ਜਿਸ ਕਰਕੇ ਤੈਨੂੰ ਜੀਵਨ ਕਾਲ ਦੇ ਵਿੱਚ ਆਨੰਦ, ਬਲਿਸ, ਖੁਸ਼ੀਆਂ ਮਿਲਣਗੀਆਂ। ਉਹ ਖੁਸ਼ੀਆਂ ਜਿਹੜੀਆਂ ਕਿ ਤੇਰੇ ਕਰਮਾਂ ਦਾ ਵੀ ਕੋਈ ਅਸਰ ਨਹੀਂ ਪਵੇਗਾ, ਤੇਰੇ ਜਿਹੜੇ ਪਾਪਾਂ ਕਰਕੇ ਤੇਰੇ ਦੁੱਖ ਲਿਖੇ ਹੋਏ ਹਨ ਪ੍ਰਾਲ ਬੱਧ ਦੇ ਵਿੱਚ, ਉਹ ਵੀ ਤੈਨੂੰ ਫੀਲ ਨਹੀਂ ਹੋਣਗੇ। ਸੋ ਇਸ ਪ੍ਰਕਾਰ ਕਰਕੇ ਤੂੰ ਆਨੰਦ ਪਾਏਗਾ ਤੇ ਬਿਬ ਏਕ, ਦੋ ਤੋਂ ਇੱਕ ਦੀ ਪਹਿਚਾਨ ਕਰਨੀ, ਜੋ ਕਿ ਇਹ ਡਾਊਟ ਹੈ ਦੋ ਦਾ, ਇਹ ਸਾਰਾ ਮਿਟ ਕੇ ਗਿਆਨ ਵਿੱਚ ਪ੍ਰਬਲ ਹੋ ਜਾਏਗਾ। ਸ੍ਰੀ ਬਾਲਾ ਸੁੰਦਰਵਾਚ ਚੌਪਈ ਸ੍ਰੀ ਅੰਗਦ ਸੁਨ ਪਰਮ ਪਵਿੱਤਰਾ। ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਸਾਖੀ ਖਡੂਰ ਸਾਹਿਬ ਵਿੱਚ ਸੁਣਾ ਰਹੇ ਹਨ ਤੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਕਰਦੇ ਹਨ, ਕਿਉਂਕਿ ਉਹੀ ਗੁਰੂ ਨਾਨਕ ਦੇ ਰੂਪ ਹਨ। ਸੁਨ ਪਰਮ ਪਵਿੱਤਰਾ, ਹੇ ਪਰਮ ਸ੍ਰਿਸ਼ਟ ਕਰਕੇ ਤੁਸੀਂ ਪਵਿੱਤਰ ਹੋ, ਉਹੀ ਗੁਰੂ ਨਾਨਕ ਦੇ ਰੂਪ ਹੋ। ਜਿਉ ਪੁਨ ਹੋਈ ਕਥਾ ਬਚਿਤਰਾ। ਜਿਵੇਂ ਹੁਣ ਇਹ ਸੁੰਦਰ ਜਿਹੜੀ ਕਥਾ ਹੈ ਜਿਸ ਤਰ੍ਹਾਂ ਹੋਈ, ਜਿਸ ਤਰ੍ਹਾਂ ਇਹ ਕਥਾ ਨੇ ਸੰਸਾਰ ਵਿੱਚ ਵਿਚਰਣਾ ਕੀਤਾ, ਜਿਸ ਤਰ੍ਹਾਂ ਕਰਕੇ ਇਹ ਸੁੰਦਰ ਜੋ ਕੌਤਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੀਤੇ ਹਨ, ਉਹਨਾਂ ਦੇ ਬਾਬਤ ਆਪ ਜੀ ਸੁਣੋ। ਤਹਤੇ ਜਬ ਕੀਨੋ ਪ੍ਰਸਥਾਨਾ। ਉਥੋਂ ਜੋ ਪਿਛਲੇ ਅਧਿਆਏ ਤੋਂ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੁਣ ਅੱਗੇ ਚੱਲੇ ਹਨ। ਪਹੁੰਚੇ ਨਗਰ ਜਾਏ ਮੁਲਤਾਨਾ। ਮਹਾਰਾਜ ਜੀ ਚੱਲ ਕਰਕੇ ਮੁਲਤਾਨ ਦੇਸ਼ ਵਿੱਚ ਪਹੁੰਚ ਗਏ ਹੁਣ। ਪੀਰ ਬ੍ਰਿੰਦ ਜਹ ਸਮਸ ਸਮੇਤਾ। ਮੁਲਤਾਨ ਸ਼ਹਿਰ ਜਿਹੜਾ ਹੈ ਪਹਿਲਾਂ ਤੋਂ ਹੀ ਹੈ ਮੁਸਲਮਾਨ, ਬਹੁਤ ਸਾਰੇ ਪੀਰ ਮੁਸਲਮਾਨ ਉੱਥੇ ਰਿਹਾ ਕਰਦੇ ਸਨ ਤੇ ਉੱਥੇ ਸ਼ਮਸ ਤਬਰੇਜ ਵੀ ਇੱਕ ਜਿਹੜਾ ਹੈ ਮੁਲਤਾਨ ਦਾ ਪੀਰ ਸੀਗਾ ਜੋ ਉੱਥੇ ਰਿਹਾ ਕਰਦਾ ਸੀ। ਸੋ ਸ਼ਮਸ ਤਬਰੇਜ ਵੀ ਜਿਵੇਂ ਆਪ ਜੀ ਨੇ ਪਿੱਛੇ ਸੁਣਿਆ ਹੈ, ਜਿਵੇਂ ਦਸਤਗੀਰ ਸੀਗਾ ਉਹ ਇੱਕ ਖਿਤਾਬ ਬਣ ਚੁੱਕਿਆ ਸੀ, ਉਹ ਇੱਕ ਗੱਦੀ ਦਾ ਨਾਮ ਸੀਗਾ। ਇਸੇ ਤਰ੍ਹਾਂ ਹੀ ਸ਼ਮਸ ਤਬਰੇਜ ਵੀ ਇੱਕ ਗੱਦੀ ਸੀ, ਜਿਹੜੀ ਗੱਦੀ ਦੇ ਉੱਤੇ ਜਿਹੜਾ ਵੀ ਬਹਿੰਦਾ ਸੀ ਉਹਦਾ ਨਾਂ ਸ਼ਮਸ ਹੀ ਪੈਂਦਾ ਸੀ। ਮਿਲਣ ਚਾਹਿਓ ਬੇਦੀ ਕੁਲਕੇਤਾ। ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਹ ਪੀਰਾਂ ਨੂੰ ਤੇ ਤਬਰੇਜ ਨੂੰ, ਸ਼ਮਸ ਤਬਰੇਜ ਨੂੰ ਮਿਲਣਾ ਚਾਹੁੰਦੇ ਸਨ। ਦੇਨ ਉਪਦੇਸ਼ ਆਪ ਨੋ ਨੀਕਾ। ਕਿਉਂ ਮਿਲਣਾ ਚਾਹੁੰਦੇ ਸਨ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚਾਹੁੰਦੇ ਸਨ ਕਿ ਇਹਨਾਂ ਦੀ ਵੀ ਮੁਕਤੀ ਹੋਵੇ, ਉਹਨਾਂ ਨੂੰ ਉਪਦੇਸ਼ ਦੇ ਕੇ ਮੁਕਤ ਕਰਨਾ ਚਾਹੁੰਦੇ ਸਨ। ਜਿਸ ਬਿਦ ਹੋਏ ਉਧਾਰ ਇਸ ਜੀ ਕਾ। ਜਿਵੇਂ ਵੀ ਹੋਵੇ ਤੇ ਉਹਨਾਂ ਦਾ ਉਧਾਰ ਹੋ ਜਾਵੇ ਸੰਸਾਰ ਤੋਂ, ਕਿਤੇ ਭਟਕਦੇ ਨਾ ਫਿਰਦੇ ਰਹਿਣ। ਇਹ ਸੱਚੇ ਮਾਰਗ ਜੋ ਪਰਮਾਤਮਾ ਦਾ ਭਗਤੀ ਮਾਰਗ ਹੈ, ਪ੍ਰੇਮਾ ਭਗਤੀ ਮਾਰਗ, ਇਹ ਤੋਂ ਖੁੰਝ ਨਾ ਜਾਣ
ਤੇ ਇਹ ਮਾਰਗ ਤੇ ਚੱਲ ਕੇ ਉਹ ਆਪਣੀ ਮੁਕਤੀ ਕਰਨ। ਕਿਉਂ ਭਾਵੇਂ ਜਿਵੇਂ ਵੀ ਹੋਵੇ, ਉਹ ਤਾਂ ਪਰਮਾਤਮਾ ਖੁਦਾ ਦੇ ਕਰਕੇ ਹੀ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਉਹਨਾਂ ਨੇ ਲਾਇਆ ਹੋਇਆ ਹੈ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚਾਹੁੰਦੇ ਸਨ ਕਿ ਉਹ ਮੁਕਤ ਹੋ ਜਾਣ। ਸਮਸ ਤਬਰੇਜ ਰਹਿਤ ਜਿਹ ਥਾਈ। ਹੁਣ ਸ਼ਮਸ ਤਬਰੇਜ ਦੀ ਜਿਹੜੀ ਹੈ ਇਹ ਗੱਲ ਆਈ ਹੈ, ਜਿਵੇਂ ਆਪਾਂ ਪਿੱਛੇ ਵਿਚਾਰ ਕੀਤੀ ਹੈ। ਸ਼ਮਸ ਤਬਰੇਜ, ਜਿਹੜਾ ਅੱਖਰ ਤਬਰੇਜ ਹੈ, ਇਹ ਈਰਾਨ ਦਾ ਇੱਕ ਸ਼ਹਿਰ ਹੈ। ਸੋ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਹੈ ਸ਼ਮਸ ਤਬਰੇਜ ਦੇ ਬਾਰੇ ਜਿਹੜਾ ਮਹਾਨ ਖੋਸ਼ ਵਿੱਚ ਇਸ ਤਰ੍ਹਾਂ ਦੇ ਖਿਆਲ ਹਨ, ਜਿਹੜੇ ਕਿ ਗਾਂ ਆਪਾਂ ਸਾਖੀ ਵਿੱਚ ਵਿਚਾਰਾਂਗੇ। ਪਹਿਲੀ ਗੱਲ ਹੈ, ਕਹਿੰਦੇ ਸ਼ਮਸ ਤਬਰੇਜ ਜਿਹੜਾ ਹੈ ਇਹਦੇ ਬਾਰੇ ਕਹਿੰਦੇ ਇੱਕ ਸੂਫੀ ਫਕੀਰ ਹੈ। ਇੱਕ ਮੁਸਲਮਾਨਾਂ ਵਿੱਚ ਦੋ ਤਬਕੇ ਹੁੰਦੇ ਹਨ ਜਿਹੜੇ ਵੱਡੇ ਹਨ, ਇੱਕ ਸੁੰਨੀ ਹੁੰਦੇ ਹਨ, ਇੱਕ ਸੂਫੀ ਹੁੰਦੇ ਨੇ। ਇਹ ਸੂਫੀ ਫਕੀਰਾਂ ਵਿੱਚ ਇੱਕ ਵੱਡਾ ਫਕੀਰ ਸੀਗਾ। ਇਸ ਦਾ ਨਾਮ ਜਿਹੜਾ ਹੈ ਮਹਾਨ ਖੋਸ਼ ਨੇ ਦੱਸਿਆ ਹੈ ਮਖਦੂਮ ਸ਼ਾਹ ਸ਼ਮਸ਼ਦੀਨ ਸੀਗਾ। ਸੋ ਉਹਨਾਂ ਨੇ ਇਹ ਨਾਂ ਦੱਸਿਆ। ਕਹਿੰਦੇ ਮਹਾਨ ਖੋਸ਼ ਦਾ ਇਹ ਖਿਆਲ ਹੈ ਕਿ ਸ਼ਮਸ ਤਬਰੇਜ ਜਿਹੜਾ ਹੈ ਇਹ ਦੋ ਵਿਅਕਤੀ ਹਨ ਜੋ ਜਿਹੜੇ ਹਨ ਅੱਡ-ਅੱਡ ਸਮੇਂ ਵਿੱਚ ਹੋਏ ਹਨ। ਚਲੋ ਹੁਣ ਆਪਾਂ ਇਹ ਵਿਚਾਰ ਕਰੀਏ ਕਿ ਮਹਾਨ ਖੋਸ਼ ਨੇ ਜਿਵੇਂ ਲਿਖਿਆ ਹੈ, ਕਹਿੰਦੇ ਜਿਹੜਾ ਮਖਦੂਮ ਸ਼ਾਹ ਸ਼ਮਸ਼ਦੀਨ ਜਿਹੜਾ ਸੀਗਾ, ਇਹਦਾ ਜਿਹੜਾ ਜਨਮ ਹੈ ਜਿਹੜਾ ਹੈ 560 ਹਿਜਰੀ ਵਿੱਚ ਹੋਇਆ, ਜਿਹੜਾ ਕਿ ਇਕੁਅਲਨਲੀ ਜਿਹੜਾ ਬਣਦਾ ਹੈ 1184, ਜਾਂ ਜਿਹੜਾ CE ਸਾਲ ਆਪਣਾ ਸਾਲ ਹੈ, ਈਸਵੀ ਸਾਲ ਜਿਹੜਾ ਹੈ 1184 ਬਣਦਾ ਹੈ। ਇਸ ਸਾਲ ਵਿੱਚ ਇਹਦਾ ਜਨਮ ਹੋਇਆ, ਤੇ ਜਨਮ ਹੋਇਆ ਗਜਨੀ ਦੇ ਇਲਾਕੇ ਵਿੱਚ, ਜਿਹੜਾ ਹੈ ਸਬਜ਼ਵਾਰ, ਉੱਥੇ ਇਹਦਾ ਜਿਹੜਾ ਜਨਮ ਹੋਇਆ। ਇਹ ਭਾਰਤ ਦੀ ਸੈਰ ਕਰਦਾ ਹੋਇਆ ਇਹ ਆ ਗਿਆ ਮੁਲਤਾਨ ਦੇ ਵਿੱਚ। ਹੁਣ ਦੇਖੋ ਮੁਲਤਾਨ ਦੀ ਹਿਸਟਰੀ ਮੁਸਲਮਾਨਾਂ ਦੇ ਨਾਲ ਬਹੁਤ ਪੁਰਾਣੀ ਹੈ। ਸੋ ਇੱਥੇ ਆ ਕੇ ਇਸਨੇ ਐਲਾਨ ਕੀਤਾ ਅਨਲ ਹੱਕ। ਅਨਲ ਹੱਕ ਦਾ ਹੁੰਦਾ ਅਹੰ ਬ੍ਰਹਮਸਯ, ਕਿ ਇਹਦਾ ਅਰਥ ਇਹੀ ਬਣਦਾ ਹੈ ਕਿ ਮੈਂ ਹੀ ਰੱਬ ਹਾਂ। ਜਿਨ੍ਹਾਂ ਨੇ ਆਤਮਾ ਦੀ ਪਹਿਚਾਣ ਕਰ ਲਈ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਹੀ ਬ੍ਰਹਮ ਹਾਂ, ਮੇਰੇ ਵਿੱਚ ਹੀ ਪਰਮਾਤਮਾ ਤੇ ਮੈਂ ਹੀ ਪਰਮਾਤਮਾ ਹਾਂ। ਪਰ ਇਸ ਗੱਲ ਨੂੰ ਜਿਹੜਾ ਹੈ ਮੁਸਲਮਾਨ ਜਿਹੜੇ ਤਬਕਾ ਹੁੰਦਾ ਹੈ ਉਹ ਮੰਨਣ ਨੂੰ ਤਿਆਰ ਨਹੀਂ ਹੁੰਦਾ। ਉਹ ਕਹਿੰਦਾ ਵੀ ਨਹੀਂ ਹੋ ਸਕਦਾ, ਕਿਉਂਕਿ ਮੁਸਲਮਾਨੀ ਧਰਮ ਦਾ ਇਹ ਬਿਲੀਫ ਨਹੀਂ ਹੈ। ਸੋ ਇਸ ਕਰਕੇ ਕਿਉਂਕਿ ਉਹਨਾਂ ਦੇ ਵਿੱਚ ਆਤਮਾ ਦੀ ਵੀ ਕੋਈ ਜ਼ਿਕਰ ਨਹੀਂ ਆਉਂਦਾ, ਇਸ ਕਰਕੇ ਜਿਹੜਾ ਹੈ ਉਹ ਮੁਲਾਣਿਆਂ ਨੇ ਇਕੱਠੇ ਹੋ ਕੇ ਇਸ ਜਿਹੜਾ ਹਨ ਇਹਨਾਂ ਨੂੰ ਜਿਹੜਾ ਹੈ ਖੱਲ ਉਤਰਾਈ ਜਾਣ ਦਾ ਹੁਕਮ ਦੇ ਦਿੱਤਾ ਵੀ ਇਹਦੀ ਸਕਿਨ ਕੀਤਾ ਜਾਵੇ, ਇਹਦੀ ਸਕਿਨ ਸਾਰੀ ਲਾਈ ਜਾਵੇ ਜਿਉਂਦੇ ਦੀ। ਤਾਂ ਉਸ ਵੇਲੇ ਜਿਹੜਾ ਹੈ ਇਸ ਪ੍ਰਕਾਰ ਕਰਕੇ ਇਹਨੂੰ ਜਿਹੜਾ ਹੈ ਉਸ ਜਿਹੜਾ ਹੈ ਉਹਨਾਂ ਨੇ ਇਹਦੀ ਸਕਿਨ ਉਤਾਰ ਦਿੱਤੀ। ਸਕਿਨ ਉਤਾਰ ਕੇ ਇਹ ਜਿਹੜਾ ਹੈ ਉੱਥੇ ਹੀ ਮਰ ਗਿਆ। ਤੇ ਹਿੰਦੂ ਮੁਸਲਮਾਨ ਅੱਜ ਤੱਕ ਵੀ ਇਹਦੇ ਚੇਲੇ ਹਨ ਮੁਲਤਾਨ ਦੇ ਵਿੱਚ, ਉਹਨਾਂ ਨੂੰ ਸ਼ਮਸੀ ਕਹਿੰਦੇ ਆ, ਸ਼ਮਸੀ ਵੀ ਕਹਿੰਦੇ ਹਨ, ਸ਼ਮਸੀ ਸ਼ਮਸ ਤਬਰੇਜ। ਹੁਣ ਸ਼ਮਸ ਜਿਹੜਾ ਸ਼ਬਦ ਹੈ ਇਹ ਸ਼ਮਸੀ ਬਣ ਗਿਆ, ਇਹਨਾਂ ਦੇ ਫੋਲੋਅਰਸ ਦਾ ਨਾਮ ਹੈ ਸ਼ਮਸੀ। ਸੋ ਇਹ ਤਾਂ ਪਹਿਲਾ ਵਿਅਕਤੀ ਹੋਇਆ ਜਿਹਦਾ ਕਿ ਨਾਂ ਆਪ ਜੀ ਨੇ ਪਹਿਲਾਂ ਸੁਣਿਆ ਹੈ ਮਖਦੂਮ ਸ਼ਾਹ ਸ਼ਮਸ਼ਦੀਨ। ਹੁਣ ਦੂਜਾ ਵਿਅਕਤੀ ਮਹਾਨ ਖੋਸ਼ ਦਾ ਭਾਈ ਕਾਹਨ ਸਿੰਘ ਨਾਭਾ ਕਹਿੰਦਾ ਹੈ ਕਿ ਦੂਸਰਾ ਜਿਹੜਾ ਸੀਗਾ ਉਹ ਸੀਗੇ ਸ਼ਮਸ਼ਦੀਨ ਮੁਹੰਮਦ। ਸੋ ਇਹ ਦੂਜਾ ਵਿਅਕਤੀ ਕਹਿੰਦੇ ਹਨ। ਤੇ ਇਹ ਤਬਰੇਜ ਈਰਾਨ ਦੇ ਵਿੱਚ ਵਸਨੀਕ ਸੀਗਾ, ਤਬਰੇਜ ਦੇ ਵਿੱਚ। ਸੋ ਇਹ ਇੱਕ ਵੱਡਾ ਸਾਧੂ ਹੋਇਆ ਤੇ ਇਹਦਾ ਜਨਮ ਉਹ ਦੱਸਦਾ ਹੈ 603 ਹਿਜਰੀ ਵਿੱਚ ਹੋਇਆ। ਸੋ ਉਹ ਬਣਦਾ ਹੈ 1207 ਈਸਵੀ ਸਾਲ, 1207 ਜਾਂ ਈਸਵੀ ਸਾਲ ਹੈ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇਹਨੇ ਇੱਕ ਮੁਰਦੇ ਨੂੰ ਜਿਉਂਦਾ ਕਰਨ ਵਾਸਤੇ, ਇੱਕ ਮਰੇ ਹੋਏ ਨੂੰ ਜਿਉਂਦਾ ਕਰਨ ਵਾਸਤੇ ਇਹਨੇ ਜਿਹੜਾ ਸ਼ਬਦ ਉੱਥੇ ਵਰਤਿਆ, ਕਹਿੰਦਾ ਵੀ ਮੇਰੇ ਹੁਕਮ ਦੇ ਨਾਲ ਤੂੰ ਉੱਠ ਕਰ, ਮੇਰੇ ਹੁਕਮ ਦੇ ਨਾਲ ਤੂੰ ਜਿਉਂਦਾ ਹੋ ਜਾ। ਤੇ ਉਹ ਜਿਉਂਦਾ ਹੋ ਗਿਆ। ਤੇ ਉਹਦਾ ਜਿਉਂਦਾ ਹੋਣ ਕਰਕੇ ਮੁਲਾਣਿਆਂ ਨੇ ਕਿਹਾ ਕਿ ਤੈਨੂੰ ਚਾਹੀਦਾ ਸੀਗਾ ਕਿ ਤੂੰ ਕਹਿੰਦਾ ਵੀ ਪਰਮਾਤਮਾ ਕਰਕੇ ਤੂੰ ਜਿਉਂਦਾ ਹੋ, ਤੂੰ ਕਿਉਂ ਕਿਹਾ ਤੂੰ ਆਪਣੇ ਕਰਕੇ ਵੀ ਮੇਰੇ ਕਰਕੇ ਤੂੰ ਜਿਉਂਦਾ ਹੋ? ਕਹਿੰਦੇ ਤੂੰ ਕਾਫਿਰ ਹੈ। ਸੋ ਇਸ ਕਰਕੇ ਉਹਨਾਂ ਨੇ ਕੀ ਕੀਤਾ, ਇਸ ਨੂੰ ਜਿਹੜਾ ਹੈ ਉਹਨਾਂ ਨੇ ਉਸ ਵਕਤ ਇਹਨੂੰ ਜਿਹੜਾ ਹੈ ਉਸਤੇ ਵੀ ਜਿਹੜਾ ਹੈ ਸਜ਼ਾ ਦਿੱਤੀ। ਕਿ ਸਜ਼ਾ ਜਿਹੜੀ ਸੀਗੀ ਨਾ, ਕਹਿੰਦੇ ਉਹ ਐਸੀ ਸਜ਼ਾ ਦਿੱਤੀ, ਕਈ ਕਹਿੰਦੇ ਹਨ ਕਿ ਉਹਨਾਂ ਨੇ ਇਹਨੂੰ ਜਿਹੜਾ ਸੂਲੀ ਤੇ ਚੜਾਇਆ। ਸੋ ਕਈ ਜਿਹੜਾ ਹਨ ਕਈ ਖਿਆਲ ਹਨ ਵੀ ਇਹਨਾਂ ਦੀ ਵੀ ਖੱਲ ਉਤਾਰੀ ਗਈ। ਸੋ ਇਸ ਪ੍ਰਕਾਰ ਕਰਕੇ ਹੈ। ਪਰ ਇੱਕ ਸਾਖੀ ਹੋਰ ਇਹਨਾਂ ਨੇ ਦੱਸੀ ਹੈ ਜਿਹੜੇ ਆਪਾਂ ਕਥਾ ਵਿੱਚ ਬਾਅਦ ਵਿੱਚ ਵਿਚਾਰਾਂਗੇ। ਹੁਣ ਇਹੀ ਜਿਹੜੇ ਸਨ ਕਹਿੰਦੇ ਸ਼ਮਸ਼ਦੀਨ ਮੁਹੰਮਦ ਨੂੰ ਜਿਹੜਾ ਹੈ
1247 ਦੇ ਵਿੱਚ ਜਿਹੜਾ ਈਸਵੀ ਸਾਲ ਹੈ ਇਹਨੂੰ ਮਾਰ ਦਿੱਤਾ ਗਿਆ। ਸੋ ਇਉਂ ਕਰਕੇ ਜਿਹੜਾ 1645 ਬਣਦਾ, ਸੌਰੀ 645 ਹਿਜਰੀ ਬਣਦਾ ਹੈ, ਜਿਹੜਾ ਕਿ 1247 ਬਣਦਾ ਹੈ ਜਿਹੜਾ ਹਨ। ਸੋ ਇਸ ਪ੍ਰਕਾਰ ਕਰਕੇ ਇਹ ਦੋ ਵਿਅਕਤੀ ਉਹਨਾਂ ਨੇ ਦੱਸੇ ਹਨ। ਤੇ ਜਿਹੜਾ ਰੂਮੀ ਹੋਇਆ ਹੈ ਨਾ, ਈਰਾਨ ਦਾ ਜਿਹੜਾ ਹੈ ਮੌਲਾਨਾ ਵੱਡਾ ਰੂਮੀ, ਜਿਹਨੂੰ ਬਹੁਤ ਲੋਕ ਜਾਣਦੇ ਹਨ ਰੂਮੀ, ਕਹਿੰਦੇ ਉਹ ਵੀ ਇਹਦਾ ਚੇਲਾ ਹੋਇਆ ਸ਼ਮਸਦੀਨ ਮੁਹੰਮਦ ਦਾ। ਸੋ ਇੱਥੇ ਕਾਹਨ ਸਿੰਘ ਨਾਭਾ ਦਾ ਖਿਆਲ ਹੈ, ਜਿਹੜਾ ਹੈ ਉਹਨਾਂ ਨੇ ਮਹਾਨ ਖੋਜ ਦੇ ਦੱਸਿਆ ਕਿ ਇਹ ਦੋ ਵਿਅਕਤੀ ਹਨ। ਪਰ ਹੁਣ ਚਲੋ ਆਪਾਂ ਇਹ ਕਥਾ ਦਾ ਵਿਚਾਰ ਕਰੀਏ, ਬਾਅਦ ਵਿੱਚ ਆਪਾਂ ਇੱਥੇ ਫੇਰ ਆਵਾਂਗੇ, ਕਿਉਂਕਿ ਉਹਨਾਂ ਦਾ ਇਹ ਖਿਆਲ ਹੈ ਕਾਹਨ ਸਿੰਘ ਨਾਭੇ ਦਾ ਵੀ ਇਹ ਦੋ ਵਿਅਕਤੀ ਡਿਫਰੈਂਟ ਸੀਗੇ। ਤੇ ਇਹਨਾਂ ਦੀ ਜਿਹੜਾ ਹਨ ਕਵੀ ਸੰਤੋਖ ਸਿੰਘ ਸੀ, ਤੇ ਕਹਿੰਦੇ ਹੋਰ ਜਿੰਨੇ ਵੀ ਜਿਹੜੇ ਕਵੀ ਹਨ ਇਹਨਾਂ ਨੇ ਖਿਚੜੀ ਬਣਾਤੀ ਦੋਵਾਂ ਦੀ, ਮਤਲਬ ਦੋਵੇਂ ਜੀਵਨ ਜਿਹੜੇ ਉਹਨਾਂ ਨੇ ਇੱਕ ਬੰਦੇ ਦੇ ਬਣਾਤੇ, ਨਾ ਕਿ ਉਹ ਦੋਵੇਂ ਅੱਡ ਅੱਡ ਸੀਗੇ। ਸੋ ਉਹਦੀ ਆਪਾਂ ਹੁਣ ਵਿਚਾਰ ਕਰਾਂਗੇ ਕਥਾ ਦੇ ਵਿੱਚ, ਜਿਹੜੀ ਬਾਅਦ ਵਿੱਚ ਕਥਾ ਆਉਣੀ ਹੈ। ਸੋ ਇਹ ਥੋੜਾ ਜਿਹਾ ਇੰਟਰੋਡਕਸ਼ਨ ਹੈ। ਸੋ ਆਪ ਜੀ ਇਹ ਕਥਾ ਸਰਵਣ ਕਰੋ ਜੀ। ਸਮਸਤ ਬਰੇਜ ਰਹਿਤ ਜਹ ਥਾਈ। ਸੋ ਸਮਸਤ ਬਰੇਜ ਉੱਥੇ ਰਹਿੰਦਾ ਸੀ। ਸੋ ਉੱਥੇ ਜਿਹੜਾ ਹੈ ਰਹਿਣ ਵਾਲਾ ਸੀ। ਤਹਾਂ ਜਾਏ ਬੈਠੇ ਜਗ ਸਾਈਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਮੁਲਤਾਨ 'ਚ ਜਾ ਬੈਠੇ। ਸਭ ਪੀਰਨ ਕੋ ਸੁਧ ਜਬ ਹੋਈ। ਜਦੋਂ ਸਾਰੇ ਪੀਰਾਂ ਨੂੰ ਖਬਰ ਹੋਈ ਮੁਲਤਾਨ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਆ ਗਏ ਹਨ। ਹੁਣ ਮੁਲਤਾਨ ਦਾ ਤੇ ਸਰਬੰਧ ਗੁਰੂ ਨਾਨਕ ਦਾ ਪਹਿਲਾਂ ਵੀ ਹੋ ਚੁੱਕਿਆ ਹੈ, ਕਿਉਂਕਿ ਮੁਲਤਾਨ ਦੇ ਵਿੱਚੋਂ ਤੇ ਉੱਚ ਵਿੱਚੋਂ ਹੀ ਜਿਹੜੇ ਕਾਜੀ ਸਨ ਉਹ ਜਾਂਦੇ ਹੁੰਦੇ ਸਨ ਮੱਕੇ, ਤੇ ਮੱਕੇ ਜਾ ਕੇ ਉੱਥੇ ਰਿਹਾ ਕਰਦੇ ਸਨ ਤੇ ਉੱਥੇ ਡਿਊਟੀਆਂ ਵੀ ਕਰਦੇ ਸਨ। ਇਸ ਕਰਕੇ ਜਦੋਂ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੱਕੇ ਗਏ, ਉਦੋਂ ਦਾ ਇਹਨਾਂ ਦਾ ਸਰਬੰਧ ਗੁਰੂ ਨਾਨਕ ਨਾਲ ਜੁੜ ਗਿਆ ਸੀਗਾ। ਸੋ ਇਹ ਜਾਣਦੇ ਸਨ ਗੁਰੂ ਨਾਨਕ ਕੌਣ ਹੈ। ਮਿਲ ਕੇ ਮਤੋ ਕਰਤ ਭੇਸ ਹੋਈ। ਇਹ ਸਾਰੇ ਕਾਜੀ ਪੀਰ ਮਿਲ ਕੇ ਆਪਸ ਵਿੱਚ ਇਹਨਾਂ ਨੇ ਮੀਟਿੰਗ ਕੀਤੀ, ਬਹੁਤ ਇਮਰਜੈਂਸੀ ਮੀਟਿੰਗ ਸੱਦੀ। ਇਹਨੇ ਜੀਤੇ ਸਭ ਥਾਨ ਮਹਾਨਾ। ਉਹ ਮੀਟਿੰਗ ਵਿੱਚ ਕੀ ਵਿਚਾਰ ਕੀਤੀ, ਕਹਿੰਦੇ ਦੇਖੋ ਉਹੀ ਗੁਰੂ ਨਾਨਕ ਇੱਥੇ ਮੁਲਤਾਨ ਵਿੱਚ ਆ ਗਿਆ ਹੈ ਜਿਨੇ ਕਿ ਸਾਰੇ ਹੀ ਦਸਾਂ ਹੀ ਦਿਸ਼ਾਂ ਜਿੱਤ ਲੀਆਂ ਹਨ, ਜਿਨੇ ਸਾਰੇ ਪਾਸੇ ਜਿੱਤ ਪ੍ਰਾਪਤ ਕਰ ਲਈ, ਜਿਨੇ ਇਨਾਮ ਜਪਾਤਾ ਸਾਰੀ ਦੁਨੀਆ ਨੂੰ। ਕੋਈ ਵੀ ਗੁਰੂ ਨਾਨਕ ਨੂੰ ਹਰਾ ਨਹੀਂ ਸਕਿਆ। ਕਾਬਾ ਚਰਨਨ ਸੰਗ ਫਿਰਾਨਾ। ਦੇਖੋ ਇੱਥੋਂ ਤੱਕ ਕਿ ਕਾਬਾ ਜਿਹੜਾ ਸਭ ਤੋਂ ਪਵਿੱਤਰ ਸਥਾਨ ਹੈ ਸਾਡੇ ਧਰਮ ਦਾ, ਜਿੱਥੇ ਅਸੀਂ ਖੁਦਾ ਦਾ ਘਰ ਮੰਨਦੇ ਹਾਂ, ਉਹ ਕਾਬਾ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਘੁੰਮ ਗਿਆ ਸੀਗਾ। ਜਿੱਦਣ ਨੂੰ ਗੁਰੂ ਨਾਨਕ ਦੇ ਚਰਨ ਗਏ ਉਧਰ ਨੂੰ ਹੀ ਕਾਬਾ ਗਿਆ। ਫਿਰਿਆ ਮੱਕਾ ਕਲਾ ਦਿਖਾਈ, ਜਿਹੜਾ ਹਨ ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਈ। ਭਾਈ ਗੁਰਦਾਸ ਦੀ ਵਾਰ ਹੈ। ਦੇਖੋ ਹੁਣ ਉਹ ਕਾਬਾ ਵੀ ਘੁੰਮ ਗਿਆ ਸੀ ਇਹਨਾਂ ਦੇ ਚਰਨਾਂ ਨਾਲ, ਇਹਨਾਂ ਦੇ ਅੱਗੇ ਕਿਨੇ ਠਹਿਰਨਾ ਹੈ। ਚਰਚਾ ਅਜਮਤ ਮਹਿ ਇਹ ਭਾਰੀ। ਦੇਖੋ ਫੇਰ ਚਰਚਾ ਵਿੱਚ, ਅਜਮਤ ਵਿੱਚ, ਸ਼ਕਤੀ ਵਿੱਚ ਜਿਹੜਾ ਇਹ ਬਹੁਤ ਪ੍ਰਵੀਨ, ਬਹੁਤ ਸਿਆਣੇ ਨੇ, ਸਭ ਤੋਂ ਬਹੁਤ ਅੱਗੇ ਨੇ। ਸਕਿਓ ਨਾ ਕੋ ਅਟਕ ਅਗਾਰੀ। ਇਸ ਕਰਕੇ ਇਹਨਾਂ ਦੇ ਸਾਹਮਣੇ ਕੋਈ ਅਟਕ ਨਹੀਂ ਸਕਦਾ, ਕੋਈ ਖੜ ਨਹੀਂ ਸਕਦਾ, ਕੋਈ ਵੀ ਇਹਨਾਂ ਦੇ ਸਾਹਮਣੇ ਟਿਕ ਨਹੀਂ ਸਕਦਾ। ਸਰ ਬਰਬਾਦ ਨਹੀਂ ਬਣ ਆਈ। ਦੇਖੋ ਇਸ ਕਰਕੇ ਇਹਨਾਂ ਨਾਲ ਜੇ ਆਪਾਂ ਚਰਚਾ ਕਰੀਏ, ਚਰਚਾ 'ਚ ਜਿਵੇਂ ਸਿੱਧਾ ਨੇ ਮਹਾਰਾਜ ਨੂੰ ਹਰਾਉਣਾ ਚਾਹਿਆ, ਕਹਿੰਦੇ ਨਹੀਂ ਹਰਾ ਸਕਦੇ। ਕੋਈ ਵੀ ਚਰਚਾ ਕਰ ਲੋ, ਗੁਰੂ ਨਾਨਕ ਨੇ ਜਿੱਤ ਜਾਣਾ ਹੈ। ਬੇਨਤੀ ਕਰਕੇ ਕਰੋ ਵਿਦਾਈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਅਸੀਂ ਜਿਹੜਾ ਹਨ ਬੇਨਤੀ ਕਰਕੇ ਗੁਰੂ ਨਾਨਕ ਨੂੰ ਕਹਿ ਦਈਏ, ਭਾਈ ਤੂੰ ਮੁਲਤਾਨ ਤੁਸੀਂ ਨਾ ਆਓ, ਤੁਸੀਂ ਇੱਥੋਂ ਬਾਹਰੋਂ ਬਾਹਰੇ ਚਲੇ ਜਾਓ, ਤੁਸੀਂ ਸਾਡੇ ਜਿਹੜੇ ਹਨ ਟਾਊਨ ਦੇ ਵਿੱਚ, ਸਾਡੇ ਸ਼ਹਿਰ ਵਿੱਚ ਨਾ ਆਓ। ਹੁਣ ਦੇਖੋ ਇਹਦੇ ਪਿੱਛੇ ਗੱਲ ਕੀ ਸੀਗੀ। ਉਹਨਾਂ ਨੂੰ ਡਰ ਇਹ ਸੀਗਾ ਕਿਉਂਕਿ ਮੁਲਤਾਨ ਜਿਹੜਾ ਮੁਸਲਮਾਨੀ ਇਸਲਾਮ ਧਰਮ ਦਾ ਗੜ੍ਹ ਸੀਗਾ, ਉਹ ਨਹੀਂ ਚਾਹੁੰਦੇ ਸਨ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਲਤਾਨ ਵਿੱਚ ਆ ਗਏ ਤੇ ਮਹਾਰਾਜ ਨੇ ਆ ਕੇ ਉੱਥੇ ਜਦੋਂ ਚਰਚਾ ਕਰ ਲਈ, ਆਪਣੀ ਅਜਮਤ ਦਿਖਾਈ, ਤਾਂ ਸਾਰੀ ਦੁਨੀਆ ਗੁਰੂ ਨਾਨਕ ਦੇ ਸਿੱਖ ਬਣ ਜਾਣਗੇ, ਮੁਸਲਮਾਨ ਸਾਰੇ ਗੁਰੂ ਨਾਨਕ ਦੇ ਫੋਲੋਵਰਸ ਬਣ ਜਾਣਗੇ। ਉਹਨਾਂ ਨੇ ਤਾਂ ਜਿਹੜਾ ਹੈ ਗੁਰੂ ਨਾਨਕ ਨੂੰ ਆਪਣਾ ਪੀਰ, ਆਪਣਾ ਗੁਰੂ ਮੰਨ ਲੈਣਾ ਹੈ। ਇਸ ਕਰਕੇ ਇਹਨਾਂ ਨੂੰ ਡਰ ਸੀਗਾ, ਇਹ ਗੱਲ ਨਹੀਂ ਚਾਹੁੰਦੇ ਸਨ। ਇਸ ਕਰਕੇ ਇਹਨਾਂ ਦਾ ਪਹਿਲਾਂ ਹੀ ਖਿਆਲ ਸੀਗਾ ਵੀ ਗੁਰੂ ਨਾਨਕ ਨੂੰ ਉੱਥੋਂ ਤੋੜ ਦਈਏ, ਕਿਉਂਕਿ ਡਿਸਕਸ਼ਨ ਵਿੱਚ, ਆਰਗੂਮੈਂਟ ਦੇ ਵਿੱਚ, ਸ਼ਕਤੀ ਦੇ ਵਿੱਚ ਗੁਰੂ ਨਾਨਕ ਨੂੰ ਕੋਈ ਹਰਾ ਨਹੀਂ ਸਕਦਾ। ਆਸ ਵਿਚਾਰ ਕਰ ਦੂਧ ਕਟੋਰਾ। ਉਸ ਵੇਲੇ ਇਸ ਪੀਰਾਂ ਨੇ ਹੁਣ ਸੋਚਿਆ ਵੀ ਗੁਰੂ ਨਾਨਕ ਨੂੰ ਕਹੀਏ ਕਿਵੇਂ ਕਹਿ ਦਈਏ ਜਾ ਕੇ, ਹੇ ਗੁਰੂ ਨਾਨਕ ਤੂੰ ਸਾਡੇ ਸ਼ਹਿਰ ਨਾ ਆ, ਤੁਸੀਂ ਇੱਥੋਂ ਮੁੜ ਜਾਓ। ਨਹੀਂ ਕਹਿ ਸਕਦੇ ਨਾ, ਆਪਣੇ ਮੂੰਹ ਤੋਂ ਕੀ ਕਹਿਣਗੇ, ਤੇ ਡਰਦੇ ਵੀ ਹੈ। ਜੇ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਕੋਈ ਐਸਾ ਬਚਨ ਨਿਕਲਿਆ ਆ ਤਾਂ ਉਹ ਪੂਰਾ ਹੋ ਜਾਣਾ ਹੈ, ਸਾਰਾ ਸ਼ਹਿਰ ਸੜ ਜਾਏਗਾ, ਸਾਰਾ ਸ਼ਹਿਰ ਗਰਕ ਹੋ ਜਾਏਗਾ। ਤੇ ਉਹਨਾਂ ਨੂੰ ਡਰ ਸੀਗਾ। ਸੋ ਉਹ ਸਿਆਣੇ ਸੀਗੇ, ਇਸ ਪ੍ਰਕਾਰ ਕਰਕੇ ਉਹਨਾਂ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਨੂੰ ਪੋਲਾਈਟਲੀ ਕਿਵੇਂ ਕਿਹਾ ਜਾਵੇ ਕਿ ਤੁਸੀਂ ਇੱਥੋਂ ਚਲੇ ਜਾਓ। ਉਹਨਾਂ ਨੇ ਇੱਕ ਵਿਉਂਤ ਸੋਚੀ, ਇੱਕ ਮੈਥਡ ਸੋਚਿਆ। ਉਹ ਮੈਥਡ ਕੀ ਸੀਗਾ, ਕਹਿੰਦੇ ਇੱਕ ਕਟੋਰਾ ਦੁੱਧ ਦਾ, ਇੱਕ ਜੱਗ ਜਿਹੜਾ ਹੈ ਜਿਹੜਾ ਕਟੋਰਾ ਦੁੱਧ ਦਾ ਉਹਨਾਂ ਨੇ ਸਿਰੇ ਤੱਕ ਭਰ ਦਿੱਤਾ,
ਫੁੱਲ ਉਹਦੇ ਵਿੱਚ ਇੱਕ ਤੁਪਕਾ ਹੋਰ ਵੀ ਦੁੱਧ ਦਾ ਜਾਂ ਪਾਣੀ ਦਾ ਨਹੀਂ ਪੈ ਸਕਦਾ ਸੀ। ਐਨ ਗੱਟਾ ਗੱਟ ਜਿਹੜਾ ਭਰਿਆ ਹੋਇਆ ਜੱਗ ਦੁੱਧ ਦਾ ਭਰ ਕਰ ਲੈ ਆਏ ਗੁਰ ਓਰਾ। ਭਰ ਕਰਕੇ ਉਹ ਜੱਗ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਰਫ ਸਤਿਗੁਰੂ ਮਹਾਰਾਜ ਜਿੱਥੇ ਬੈਠੇ ਸਨ ਉੱਥੇ ਲੈ ਕੇ ਆ ਗਏ। ਇਹੋ ਜਨਾਵਨ ਤਿੰਨੈ ਕੀਨੋ। ਇਹੋ ਜਨਾਵਣ ਕਹਿਣ ਲੱਗੇ ਉਹਨਾਂ ਨੇ ਇਹੀ ਜਨਾਉਣਾ ਚਾਹਿਆ, ਇਹੀ ਮੈਸੇਜ ਦੇਣਾ ਚਾਹਿਆ। ਪੀਰੇ ਪਰ ਮੁਲਤਾਨ ਸੋ ਚੀਨੋ। ਦੇਖੋ ਕਹਿੰਦੇ ਜਿਵੇਂ ਇਹ ਕਟੋਰਾ ਹੈ ਇਸ ਤਰ੍ਹਾਂ ਮੁਲਤਾਨ ਸ਼ਹਿਰ ਹੈ, ਜਿਸ ਤਰ੍ਹਾਂ ਇਹ ਜੱਗ ਦੇ ਵਿੱਚ ਦੁੱਧ ਹੈ ਨਾ, ਕਟੋਰੇ ਵਿੱਚ ਦੁੱਧ ਹੈ, ਇਸ ਤਰ੍ਹਾਂ ਪੀਰ ਹਨ ਇਸ ਮੁਲਤਾਨ ਦੇ ਵਿੱਚ। ਮਤਲਬ ਮੁਲਤਾਨ ਪੀਰਾਂ ਫਕੀਰਾਂ ਦੇ ਨਾਲ ਭਰਿਆ ਪਿਆ ਹੈ, ਇਹਦੇ ਵਿੱਚ ਹੋਰ ਕੋਈ ਫਕੀਰ ਨਹੀਂ ਆ ਸਕਦਾ। ਵੀ ਕੈਨੋਟ ਅਫੋਰਡ ਅਨਦਰ ਫਕੀਰ ਔਰ ਅਨਦਰ ਪੀਰ, ਕੋਈ ਹੋਰ ਨਹੀਂ ਆ ਸਕਦਾ। ਵੀ ਕੈਨੋਟ ਅਕੋਮੋਡੇਟ ਐਨੀ ਮੋਰ ਫਕੀਰਸ, ਵੀ ਆਰ ਫੁੱਲ ਹੀਅਰ। ਜਿਵੇਂ ਕਹਿੰਦੇ ਫੁੱਲ ਹਾਊਸ, ਕਹਿੰਦੇ ਸਾਡਾ ਫੁੱਲ ਹਾਊਸ ਹੈ, ਅਸੀਂ ਤੁਹਾਨੂੰ ਇੱਥੇ ਆਉਣ ਨਹੀਂ ਦੇ ਸਕਦੇ, ਤੁਸੀਂ ਇੱਥੇ ਆ ਕੇ ਟਿਕ ਨਹੀਂ ਸਕਦੇ। ਨਹੀਂ ਸਮਾਈ ਰਾਵਰ ਕੇ। ਇਸ ਕਰਕੇ ਆਪ ਜੀ ਦੀ ਸਮਾਈ ਮੁਲਤਾਨ ਵਿੱਚ ਨਹੀਂ ਹੋ ਸਕਦੀ। ਗਮਨੋ ਅਪਰਥਾਨ ਪੁਨਹੇਰੀ। ਇਸ ਕਰਕੇ ਉਹਨਾਂ ਦਾ ਮੈਸੇਜ ਕੀ ਸੀਗਾ, ਤੁਸੀਂ ਇੱਥੋਂ ਮੁਲਤਾਨ ਤੋਂ ਅੱਗੇ ਚਲੇ ਜਾਓ, ਹੋਰ ਪਾਸੇ ਚਲੇ ਜਾਓ, ਮੁਲਤਾਨ ਵਿੱਚ ਨਾ ਆਓ। ਨਿਕਟ ਆਨ ਜਬ ਧਰਿਓ ਅਗਾਰੀ। ਜਦੋਂ ਉਹਨਾਂ ਨੇ ਕਟੋਰਾ ਦੁੱਧ ਦਾ ਲਿਆ ਕੇ ਅੱਗੇ ਰੱਖਿਆ, ਸ੍ਰੀ ਨਾਨਕ ਜਾਨੀ ਬਿਦ ਸਾਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਬਿਦ ਜਾਣ ਲਈ। ਭਾਈ ਮਰਦਾਨਾ ਜਿਹੜਾ ਕੋਲੇ ਬੈਠਾ ਸੀ ਨਾ, ਉਹ ਸੋਚਣ ਲੱਗੇ, ਕਿਉਂਕਿ ਇਹ ਜਿਹੜਾ ਹਾਂ ਭਾਈ ਬਾਲਾ ਜਿਹੜਾ ਹੈ ਉਸ ਵੇਲੇ ਸੋਚਣ ਲੱਗਿਆ, ਕਹਿੰਦੇ ਵੀ ਇਹ ਜਿਹੜੇ ਪੀਰ ਹਨ ਵੀ ਕਿੰਨੇ ਚੰਗੇ ਹਨ। ਹਾਂਜੀ ਸਾਡੇ ਆਉਂਦਿਆਂ ਨੂੰ ਦੁੱਧ ਦੇਤਾ, ਹਾਂਜੀ ਬੜਾ ਇਹਨਾਂ ਨੇ ਸਤਿਕਾਰ ਕੀਤਾ। ਲੈ ਦੇਖੋ ਦੁੱਧ ਜਿਹੜਾ ਹੁੰਦਾ ਹੈ ਨਾ, ਕਹਿੰਦੇ ਵੀ ਉਹਨਾਂ ਨੂੰ ਪਤਾ ਹੀ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਕੀਤਾ, ਦੁੱਧ ਲੈ ਕੇ ਆਏ, ਤੇ ਉਹਨਾਂ ਨੇ ਤਾਂ ਕੋਲ ਬੈਠੇ ਨੇ ਇਹ ਜਿਹਾ ਖਿਆਲ ਕੀਤਾ। ਫੂਲ ਚੰਬੇਲੀ ਕੋ ਇੱਕ ਲੀਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਜਾਣਦੇ ਸਨ ਨਾ, ਉਹਨਾਂ ਨੇ ਇੱਕ ਚੰਬੇਲੀ ਦਾ ਫੁੱਲ ਲੈ ਲਿਆ। ਚੰਬੇਲੀ ਦਾ ਫੁੱਲ ਅੰਗਰੇਜ਼ੀ ਕੀ ਹੈ? ਵਾਟਰ ਲਿਲੀ। ਕੋਈ ਉਹ ਜਿਹੜਾ ਹੈ ਚਿੱਟੇ ਰੰਗ ਦਾ ਹੁੰਦਾ ਹੈ, ਜਿਹਦੇ ਵਿੱਚ ਬਹੁਤ ਖੁਸ਼ਬੂ ਆਉਂਦੀ ਹੈ, ਉਹਨੂੰ ਚੰਬੇਲੀ ਕਹਿੰਦੇ ਹਾਂ। ਸੋ ਚੰਬੇਲੀ ਦਾ ਫੁੱਲ ਹੈ। ਸੋ ਉਹ ਚੰਬੇਲੀ ਦਾ ਫੁੱਲ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਤੇ ਪਰ ਕਰਤੇ ਛੋਡਨ ਕੀਨਾ। ਮਹਾਰਾਜ ਨੇ ਉਹ ਫੁੱਲ ਜਿਹੜਾ ਸੀ ਨਾ, ਉਹ ਛੋਟਾ ਜਿਹਾ ਹੁੰਦਾ ਚਿੱਟੇ ਰੰਗ ਦਾ ਚੰਬੇਲੀ ਫੁੱਲ। ਸੋ ਚੰਬੇਲੀ ਫੁੱਲ ਜਿਹੜਾ ਹੈ ਉਹ ਛੋਟਾ ਹੋਣ ਕਰਕੇ, ਉਹ ਲਾਈਟ ਹੋਣ ਕਰਕੇ ਉਹਨੂੰ ਜੈਸਮੀਨ ਫਲਾਵਰ ਕਹਿੰਦੇ ਹਾਂ। ਜੈਸਮੀਨ ਫਲਾਵਰ ਹੈ। ਸੋ ਆਮ ਕਰਕੇ ਮਹਾਰਾਜ ਦੇ ਉੱਤੇ ਵੀ ਬੜੇ ਚੜਾਈ ਜਾਂਦੇ ਹਨ ਜੈਸਮੀਨ ਫਲਾਵਰ, ਬੜੀ ਵਾਸ਼ਨਾ ਆਉਂਦੀ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਇੱਕ ਫੁੱਲ ਲੈ ਕੇ ਆਪਣੇ ਹੱਥਾਂ ਦੇ ਨਾਲ ਪਾਤਸ਼ਾਹ ਨੇ ਉਹ ਜਿਹੜਾ ਦੁੱਧ ਦੇ ਉੱਤੇ ਇਸ ਤਰ੍ਹਾਂ ਸਿੱਟ ਦਿੱਤਾ, ਤਾਂ ਕਰਕੇ ਉਹ ਦੁੱਧ ਦੇ ਉੱਤੇ ਜਾ ਕੇ ਰੈਸਟ ਹੋ ਗਿਆ, ਉਹ ਫਲੋਟ ਕਰਨ ਲੱਗ ਗਿਆ ਦੁੱਧ ਦੇ ਉੱਤੇ, ਤੇ ਦੁੱਧ ਦਾ ਇੱਕ ਤੁਪਕਾ ਵੀ ਨਾ ਡੁੱਲਿਆ। ਧਰਿਓ ਦੂਧ ਪਰ ਭਲੇ ਸਮਾਇਓ। ਇਸ ਕਰਕੇ ਉਹ ਦੁੱਧ ਦੇ ਉੱਤੇ ਜਿਹੜਾ ਹੈ ਤਰਨ ਲੱਗ ਪਿਆ, ਉਹ ਫਲੋਟ ਹੋਣ ਲੱਗ ਗਿਆ, ਉਹ ਤਰਨ ਲੱਗ ਗਿਆ ਉਹ ਦੁੱਧ ਦੇ ਉੱਤੇ। ਇਸ ਪ੍ਰਕਾਰ ਦ੍ਰਿਸ਼ਟਾਂਤ ਦਿਖਾਇਓ। ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਕਿ ਸੀਕ੍ਰੇਟ ਮੈਸੇਜ ਜਾਂ ਜਿਹੜੀ ਹੈ ਉਹ ਜਿਹੜੀ ਹਿਡਨ ਮੈਸੇਜ ਨੂੰ ਸਤਿਗੁਰਾਂ ਨੇ ਹਿਡਨ ਆਨਸਰ ਹੀ ਦਿੱਤਾ। ਫੂਲ ਸਮਾਇਓ ਭਰੇ ਕਟੋਰੇ। ਦੇਖੋ ਉਹ ਮੈਸੇਜ ਕੀ ਸੀਗਾ, ਵੀ ਜਦੋਂ ਇਹ ਫੁੱਲ ਨੂੰ ਅਸੀਂ ਦੁੱਧ ਤੇ ਪਾਇਆ, ਦੁੱਧ ਦੇ ਉੱਤੇ ਇਹ ਜਾ ਫਲੋਟ ਹੋਇਆ, ਇਹਨੇ ਦੁੱਧ ਨੂੰ ਬਾਹਰ ਨਹੀਂ ਕੱਢਿਆ। ਇਹਦਾ ਕਿਉਂਕਿ ਵੇਟ ਹੈ ਨਹੀਂ, ਇਹਦਾ ਜਿਹੜਾ ਹੈ ਉਹ ਜਿਹੜਾ ਵੋਲਿਊਮ ਜਿਹੜਾ ਸੀਗਾ ਉਹ ਹਵਾ ਵਿੱਚ ਸੀ, ਉਹ ਦੁੱਧ ਦੇ ਵਿੱਚ ਨਹੀਂ ਸੀਗਾ। ਸੋ ਇਸ ਕਰਕੇ ਜਿਹੜਾ ਹਨ ਇਹ ਉੱਤੇ ਸਮਾ ਰਿਹਾ ਹੈ, ਉੱਤੇ ਬੈਠਾ ਹੈ, ਪਰ ਦੁੱਧ ਵੀ ਨਹੀਂ ਡੁੱਲਿਆ। ਸੋ ਇਹ ਦੁੱਧ ਨੂੰ ਕੀ ਜਿਹੜਾ ਹੈ ਉੱਤੋਂ ਚੰਬੇਲੀ ਨੇ ਕੀ ਕੀਤਾ, ਚੰਬੇਲੀ 'ਚ ਵਾਸ਼ਨਾ ਹੈ। ਸੋ ਜੈਸਮੀਨ ਫਲਾਵਰ ਵਿੱਚ ਜਿਹੜੀ ਹੈ ਵਾਸ਼ਨਾ ਹੈ, ਉਹਨੇ ਦੁੱਧ ਨੂੰ ਖੁਸ਼ਬੂਦਾਰ ਕਰ ਦਿੱਤਾ ਵਿਦਆਊਟ ਅ ਡ੍ਰੌਪ ਆਫ ਮਿਲਕ, ਉਹਦੇ ਵਿੱਚੋਂ ਇੱਕ ਡ੍ਰੌਪ ਵੀ ਨਹੀਂ ਡੁੱਲਿਆ। ਦੇਖੋ ਉਹਨੂੰ ਦੁੱਧ ਨੂੰ ਕੰਪਲੀਮੈਂਟ ਕਰ ਦਿੱਤਾ। ਉਹ ਦੁੱਧ ਦੇ ਉੱਤੇ ਉਹ ਬੈਠ ਵੀ ਗਿਆ ਜੈਸਮੀਨ ਫਲਾਵਰ, ਤੇ ਨਾਲ ਆਪਣੀ ਖੁਸ਼ਬੂ ਵੀ ਦੁੱਧ ਨੂੰ ਦੇ ਦਿੱਤੀ। ਸੋ ਉਹਨੇ ਦੋ ਕਾਰਜ ਕਰ ਦਿੱਤੇ, ਤੇ ਇੱਕ ਵੀ ਤੁਪਕਾ ਦੁੱਧ ਦਾ ਨਹੀਂ ਡੁੱਲਿਆ। ਦੇਖੋ ਮਹਾਰਾਜ ਨੇ ਕੈਸੀ ਇਹ ਮੈਸੇਜ ਦਿੱਤੀ ਕਿ ਹੇ ਪੀਰ ਫਕੀਰੋ, ਮੈਂ ਮੁਲਤਾਨ ਵਿੱਚ ਆਇਆ ਤੁਹਾਡਾ ਥਾਂ ਲੈਣ ਵਾਸਤੇ ਨਹੀਂ ਆਇਆ, ਮੈਂ ਇੱਥੇ ਤੁਹਾਨੂੰ ਪ੍ਰੇਮਾ ਭਗਤੀ ਦੀ ਖੁਸ਼ਬੂ ਦੇਣ ਵਾਸਤੇ ਆਇਆ। ਜਿਵੇਂ ਇਹ ਫੁੱਲ ਨੇ ਤੁਹਾਡੇ ਦੁੱਧ ਨੂੰ ਖੁਸ਼ਬੂ ਦੇ ਦਿੱਤੀ ਹੈ ਨਾ, ਤੁਹਾਡੇ ਵਿੱਚ ਪ੍ਰੇਮਾ ਭਗਤੀ ਦੇ ਮੈਂ ਖੁਸ਼ਬੂ ਦੇਣ ਆਇਆ, ਮੈਂ ਤੁਹਾਡਾ ਥਾਂ ਲੈਣ ਵਾਸਤੇ ਨਹੀਂ ਆਇਆ। ਤਿਉ ਹਮਕੋ ਜਾਣੋ ਇਸ ਜਗ੍ਹਾ ਤਿਉ ਹਮਕੋ ਵੀ ਇਸਕੋ ਇਸ ਤਰ੍ਹਾਂ ਜਾਣਨਾ ਕਰੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੁਲਤਾਨ ਦੇ ਪੀਰਾਂ ਨੂੰ ਕਿਹਾ, ਇਹ ਸਭ ਰੀਤ ਲਖੀ ਜਬ ਪੀਰਾ। ਜਦੋਂ ਪੀਰਾਂ ਨੇ ਇਹ ਜਿਹੜੀ ਹੈ
ਜਿਹੜਾ ਹਨ ਇਹ ਰੀਤੀ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਆਣਪ ਦੇਖੀ, ਇੰਟੈਲੀਜੈਂਸ ਦੇਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਜਾਣਿਓ ਮਨ ਮੈਂ ਗੁਣੀ ਗਹੀਰਾ, ਉਹਨਾਂ ਨੇ ਜਾਣ ਲਿਆ ਇਹ ਗੁਨਾਹ ਦੇ ਖਜ਼ਾਨੇ ਹਨ, ਇਹ ਗੁਨਾਹ ਕਰਕੇ ਬਹੁਤ ਡੂੰਘੇ ਹਨ ਗੁਰੂ ਨਾਨਕ ਸਾਹਿਬ ਜੀ। ਪ੍ਰਾਕ ਸਮਸ ਨੇ ਗਿਰਾ ਉਚਾਰੀ, ਉਸ ਵੇਲੇ ਪਹਿਲੋਂ ਆ ਕੇ ਸ਼ਮਸ ਜਿਹੜਾ ਸੀਗਾ, ਜਦ ਸ਼ਮਸ ਤਬਰੇਜ਼ ਦੇ ਥਾਂ ਤੇ ਬੈਠਾ ਸੀ ਨਾ, ਉਹ ਪੀਰ ਜਿਹਨੂੰ ਵੱਡਾ ਮੰਨਿਆ ਜਾਂਦਾ ਸੀ, ਜਿਹਦੇ ਸਭ ਤੋਂ ਵੱਡੀ ਫੋਲੋਇੰਗ ਸੀ ਮੁਲਤਾਨ ਦੇ ਵਿੱਚ, ਉਹ ਜਿਹੜਾ ਹੈ ਸਭ ਤੋਂ ਪਹਿਲਾਂ ਸ਼ਮਸ ਆਇਆ, ਭੱਜਿਆ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਲੱਗਿਆ। ਜਗਿਆਸੀ ਇੱਛਾ ਔਰ ਧਾਰੀ, ਉਹਦੇ ਮਨ 'ਚ ਜਗਿਆਸੀ ਇੱਛਾ ਜਾਗੀ ਕਿ ਮੈਂ ਖੁਦਾ ਨੂੰ ਪ੍ਰਾਪਤ ਕਰਨਾ ਹੈ, ਖੁਦਾ ਨੂੰ ਲੈਣ ਵਾਸਤੇ, ਖੁਦਾ ਨੂੰ ਪ੍ਰਾਪਤ ਕਰਨ ਵਾਸਤੇ ਇੱਛਾ ਜਾਗੀ ਉਸਦੇ ਮਨ ਦੇ ਵਿੱਚ। ਦੋਹਰਾ ਕਠਨ ਕਰੂਰ ਤਪ ਹਉ ਕਰਾ, ਸੁਸਕ ਸਰੀਰ ਵਿਸਾਲ। ਆ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਕਹਿੰਦਾ ਸ਼ਮਸ, ਮੈਂ ਬਹੁਤ ਜਿਹੜੀ ਹੈ ਕਠਨ, ਬੜੀ ਡਿਫਿਕਲਟ ਜਿਹੜੀ ਹਨ ਉਹ ਸਰੀਰ ਨੂੰ ਤੰਗ ਕਰਨ ਵਾਲੀ, ਸਰੀਰ ਨੂੰ ਟੌਰਚਰ ਕਰਨ ਵਾਲੀ ਮੈਂ ਤਪ ਕੀਤਾ ਹੈ, ਮੈਂ ਬੜਾ ਤਪ ਕੀਤਾ ਹੈ ਪਰਮਾਤਮਾ ਖੁਦਾ ਦੀ ਪ੍ਰਾਪਤੀ ਵਾਸਤੇ। ਤੇ ਕਹਿੰਦੇ ਦੇਖੋ ਮੇਰਾ ਸਰੀਰ ਵੀ ਜਿਹੜਾ ਹੈ ਸੁੱਕ ਗਿਆ ਹੈ। ਨਾਸਨ ਮਨ ਕੀ ਬਾਸਨਾ, ਜਤਨ ਕੀਨ ਚਿਰ ਕਾਲ। ਦੇਖੋ ਮੈਂ ਆਪਣੇ ਮਨ ਦੀਆਂ ਵਾਸ਼ਨਾਵਾਂ, ਡਿਜ਼ਾਇਰਸ, ਜਿਹੜੇ ਮਨ ਦੇ ਥਾਟਸ ਹਨ, ਇਹਨਾਂ ਨੂੰ ਦੂਰ ਕਰਨ ਵਾਸਤੇ ਮੈਂ ਬੜੇ ਯਤਨ ਕੀਤੇ ਹਨ, ਤੇ ਯਤਨ ਜਿਹੜੇ ਮੈਂ ਕਰਦਾ ਹਾਂ ਬੜੇ ਲੰਮੇ ਸਮੇਂ ਤੋਂ ਮੈਂ ਕਰਦਾ ਆਇਆ ਹਾਂ। ਚੌਪੇ ਇੱਕ ਛਿਨ ਮਨ ਨਹਿ ਹੋਵਤ ਸਥਿਰ, ਪਰ ਦੇਖੋ ਮੇਰਾ ਜਿਹੜਾ ਹੈ ਮੈਂ ਅਨਸਕਸੈਸਫੁਲ ਰਿਹਾ, ਕਿਉਂਕਿ ਇੱਕ ਛਿਨ, ਇੱਕ ਸੈਕਿੰਡ ਵੀ, ਇੱਕ ਫਲਿਕ ਆਫ ਆਈ ਤੱਕ ਵੀ ਮੇਰਾ ਮਨ ਜਿਹੜਾ ਠਹਿਰਦਾ ਨਹੀਂ, ਉਹ ਭੜਕਦਾ ਹੀ ਰਹਿੰਦਾ ਹੈ, ਕਿਤੇ ਕਿਤੇ ਭੜਕਦਾ, ਕਿਤੇ ਕੋਈ ਭੜਕਣਾ ਲੱਗ ਜਾਂਦੀ ਹੈ। ਮੇਰਾ ਮਨ ਜਿਹੜਾ ਹੈ ਬਿਲਕੁਲ ਜਿਹੜਾ ਹੈ ਸਟੇਬਲ ਨਹੀਂ ਹੋਇਆ, ਮੇਰਾ ਮਨ ਜਿਹੜਾ ਹੈ ਫੋਕਸ ਨਹੀਂ ਹੋਇਆ ਹੁਣ ਤੱਕ। ਚੰਚਲ ਅਤ ਹੀ ਦੀਪ ਸਿਖਾਸਰ, ਦੇਖੋ ਚੰਚਲ ਅਤ ਹੀ ਦੀਪ ਸਿਖਾਸਰ, ਕਹਿੰਦੇ ਜਿਵੇਂ ਦੀਵੇ ਦੀ ਲਾਟ ਹੁੰਦੀ ਹੈ ਨਾ, ਹਿੱਲੀ ਜਾਂਦੀ ਹੈ, ਜਦੋਂ ਦੀਵਾ ਜਗਦਾ ਹੈ ਉਸਦੀ ਲਾਟ ਹਿਲਦੀ ਰਹਿੰਦੀ ਹੈ, ਮੇਰਾ ਮਨ ਵੀ ਇਸ ਤਰ੍ਹਾਂ ਹੀ ਹਿੱਲੀ ਜਾਂਦਾ ਵਿਸ਼ੇ ਵਿਕਾਰਾਂ ਕਰਕੇ। ਮਨ ਕੋ ਨਾਸ ਹੋਏ ਜਿਸ ਰੀਤੀ, ਦੇਖੋ ਮਹਾਰਾਜ ਮੈਨੂੰ ਉਹ ਜਿਹੜਾ ਰੀਤੀ, ਉਹ ਤਰੀਕਾ ਦੱਸੋ ਜਿਹਦੇ ਕਰਕੇ ਮਨ ਦਾ ਜਿਹੜਾ ਹੈ ਚੰਚਲਪਣਾ ਜਿਹੜਾ ਇਹ ਮਿਟ ਜਾਵੇ, ਨਾਸ ਹੋ ਜਾਵੇ। ਸੋ ਉਪਦੇਸ਼ ਦੇਹੋ ਯੁਤ ਪ੍ਰੀਤੀ, ਮਹਾਰਾਜ ਉਹ ਉਪਦੇਸ਼ ਮੈਨੂੰ ਦੇ ਦਿਓ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ, ਜਿਹਦੇ ਕਰਕੇ ਮੈਂ ਆਪਣਾ ਮਨ ਜਿਹੜਾ ਅਸਥਿਰ ਕਰ ਲਵਾਂ ਤੇ ਪਰਮਾਤਮਾ ਦੀ ਪ੍ਰਾਪਤੀ ਕਰਾਂ। ਸੁਨ ਸ੍ਰੀ ਨਾਨਕ ਬਚਨ ਉਚਾਰੇ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਮਰੈ ਨਾ ਇਹ ਬਰਮੀ ਕੇ ਮਾਰੇ। ਦੇਖੋ ਕਹਿੰਦੇ ਜੇ ਕਿਤੇ ਨਾ ਸੱਪ ਨੂੰ ਮਾਰਨਾ ਹੋਵੇ ਨਾ, ਤੇ ਜੇ ਸੱਪ ਨੂੰ ਮਾਰਨਾ ਹੋਵੇ, ਬੰਦਾ ਜਿਹੜਾ ਹੈ ਜਿੱਥੇ ਸੱਪ ਰਹਿੰਦਾ ਹੈ ਨਾ, ਉਸ ਖੁੱਡ ਜਿਹੜੀ ਹੈ ਨਾ, ਉਹਦੀ ਖੁੱਡ ਨੂੰ ਕੁੱਟੀ ਜਾਵੇ, ਮਾਰੀ ਜਾਵੇ, ਕਹਿੰਦੇ ਉਹਦੀ ਖੁੱਡ ਨੂੰ ਕੁੱਟਣ ਨਾਲ ਉਹ ਸੱਪ ਨਹੀਂ ਮਰਦਾ। ਤਰਨ ਸੋ ਬਸ ਹੋਵਤ ਸੋ, ਦੇਖੋ ਸੱਪ ਨੂੰ ਜੇ ਮਾਰਨਾ ਜਾਂ ਵਸ ਕਰਨਾ ਹੋਵੇ, ਮੰਤਰਾਂ ਨਾਲ ਕਰਨਾ ਪੈਂਦਾ ਹੈ। ਜਿਹੜੇ ਮੰਤਰੀ ਹੁੰਦੇ ਨੇ, ਜਿਹੜੇ ਸੱਪ ਨੂੰ ਜਿਹੜੇ ਹਨ ਵਸ ਕਰਦੇ ਨੇ, ਕਹਿੰਦੇ ਉਹ ਮੰਤਰ ਪੜ੍ਹ ਕੇ ਸੱਪ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਹਨ। ਔਰ ਉਪਾਵਨਾ ਤਾਂ ਕੋ ਦੇਖੋ ਸੱਪ ਨੂੰ ਜਿਹੜਾ ਹੈ ਵਸ ਕਰਨ ਦਾ ਕੋਈ ਵੀ ਹੋਰ ਤਰੀਕਾ ਨਹੀਂ ਹੈਗਾ। ਤਪ ਸਾਧੇ ਮਨ ਬਸ ਨਹਿ ਆਵ ਹੈ, ਇਸ ਕਰਕੇ ਤਪ ਨੂੰ ਸਾਧਿਆ ਹੋਇਆ ਮਨ ਆਪਣੇ ਵਸ ਵਿੱਚ ਨਹੀਂ ਆਉਂਦਾ। ਮਨ ਚੰਚਲ ਦਸ ਹੂੰ ਦਿਸ ਧਾਵ ਹੈ, ਮਨ ਤਾਂ ਦਸਾਂ ਦਿਸ਼ਾ ਵਿੱਚ ਭੜਕਦਾ ਫਿਰਦਾ ਹੈ, ਇਹ ਕਿਤੇ ਵੀ ਇੱਕ ਥਾਂ ਨਹੀਂ ਠਹਿਰਦਾ। ਤਿਉ ਤਿਉ ਚਾਹਤ ਮਾਨ ਬੜਾਈ, ਕਿਉਂਕਿ ਜਿੰਨਾ ਬੰਦਾ ਤਪ ਕਰਦਾ ਹੈ ਨਾ, ਉਨੀਓ ਵਡਿਆਈ ਚਾਹੁੰਦਾ ਹੈ। ਜਿੰਨਾ ਕੋਈ ਨਾਮ ਬਾਣੀ ਜਿਹੜਾ ਹਨ ਬਾਣੀ ਪੜ੍ਹਦਾ ਹੈ, ਜੇ ਗੁਰੂ ਤੇ ਭਰੋਸਾ ਕੋਈ ਨਹੀਂ, ਜੇ ਗੁਰੂ ਦਾ ਡਰ ਕੋਈ ਨਹੀਂ, ਗੁਰੂ ਦੀ ਸਿੱਖੀ ਪੱਲੇ ਨਹੀਂ, ਤਾਂ ਫਿਰ ਉਹ ਤਾਂ ਹੰਕਾਰੇ ਆਉਣਾ ਹੈ ਨਾ। ਬੰਦਾ ਕਹੂਗਾ ਮੈਂ ਇੰਨਾ ਨਾਮ ਜਪਦਾ, ਮੈਂ ਇੰਨੀ ਬਾਣੀ ਪੜ੍ਹਦਾ। ਤਪ ਦਾ ਵੀ ਇਹੀ ਹਾਲ ਹੈ। ਜਿਹੜਾ ਕੋਈ ਬੰਦਾ ਤਪ ਕਰਦਾ ਨਾ, ਉਹ ਕਹਿੰਦਾ ਮੈਂ 12 ਸਾਲ ਆਪਣੀਆਂ ਬਾਹਾਂ ਖੜੀਆਂ ਰੱਖੀਆਂ ਜੀ, ਉਹ ਵੀ ਹੰਕਾਰ ਹੋ ਗਿਆ। ਹੁਣ ਹੰਕਾਰ ਦੇ ਨਾਲ ਤਾਂ ਕਹਿੰਦੇ ਮਨ ਤਾਂ ਠੀਕ ਨਹੀਂ ਆਉਣਾ। ਜਿਉ ਜਿਉ ਤਪ ਕਰ ਹੋਇਆ ਹਿਤ ਲਾਈ, ਦੇਖੋ ਜਿਉਂ ਤਪ ਕਰੇਗਾ ਕੋਈ ਹਿੱਤ ਲਾ ਕੇ, ਫਿਰ ਉਹਨੂੰ ਕੰਪੀਟੀਸ਼ਨ ਹੋ ਜਾਂਦਾ ਵੀ ਦੂਜੇ ਨੇ ਇਹ ਕੀਤਾ ਮੈਂ ਇਹ ਕਰਾਂ। ਸੋ ਇਹ ਗੱਲਾਂ ਵਿੱਚ ਪੈਣ ਕਰਕੇ ਮਨ ਅਸਥਿਰ ਨਹੀਂ ਹੋਵੇਗਾ। ਦੋਹਰਾ ਸਤਿਗੁਰ ਸ਼ਬਦ ਵਿਚਾਰਨੋ, ਮੰਤਰ ਪਛਾਨੋ ਸੋਏ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਣ ਉਪਦੇਸ਼ ਦਿੱਤਾ ਸ਼ਮਸ ਨੂੰ, ਕਹਿੰਦੇ ਦੇਖ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਗੁਰੂ ਦਾ ਦਿੱਤਾ ਹੋਇਆ ਗੁਰਮੰਤਰ, ਮੂਲ ਮੰਤਰ ਜਿਹੜਾ ਹੈ, ਕਹਿੰਦੇ ਹੋਰ ਮਾਲਾ ਮੰਤਰ ਜਾਂ ਅੱਗੇ ਜਿਹੜਾ ਸਭ ਤੋਂ ਪਹਿਲਾਂ ਬੀਜ ਮੰਤਰ, ਕਹਿੰਦੇ ਇਹ ਗੁਰੂ ਦੇ ਦਿੱਤੇ ਹੋਏ ਜਿਹੜੇ ਮੰਤਰ ਹੁੰਦੇ ਨੇ। ਸੋ ਇਹ ਮੰਤਰਾਂ ਦੇ ਕਰਕੇ ਹੀ ਕਹਿੰਦੇ ਇਹ ਮਨ ਜਿਹੜਾ ਵਸ ਵਿੱਚ ਆਉਂਦਾ ਹੈ।
ਇਹ ਮਨ ਵਸ ਵਿੱਚ ਆਉਂਦਾ ਹੈ ਤੇ ਇਹੀ ਮੰਤਰ ਹਨ ਜਿਹੜੇ ਮਨ ਨੂੰ ਵਸ ਕਰਨ ਵਾਸਤੇ ਗੁਰੂ ਸਾਹਿਬ ਜੀ ਦਿੰਦੇ ਹਨ। ਤਿਹ ਸੋ ਇਹ ਬਸ ਹੋਤ ਹੈ ਔਰ ਉਪਾਵ ਨਾ ਕੋਈ। ਦੇਖੋ ਮਨ ਨੂੰ ਵਸਨ ਕਰਦਾ ਹੋਰ ਕੋਈ ਤਰੀਕਾ ਨਹੀਂ ਹੈਗਾ, ਬਸ ਇਹੀ ਗੁਰੂ ਦੇ ਦਿੱਤੇ ਹੋਏ ਮੰਤਰ, ਵਾਹਿਗੁਰੂ ਚਾਹੇ ਮੂਲ ਮੰਤਰ ਹੋਇਆ, ਇਹੀ ਮੰਤਰ ਹਨ ਜਿਨ੍ਹਾਂ ਦੇ ਨਾਲ ਮਨ ਨੇ ਵਸ ਵਿੱਚ ਆਉਣਾ ਹੈ। ਚੌਪੇ ਬੂਝੈ ਸਮਸ ਸ਼ਬਦ ਕੋ ਕੌਣ। ਹੁਣ ਸ਼ਮਸ ਤਬਰੇਜ਼ ਪੁੱਛਦਾ ਹੈ ਕਿ ਪਾਤਸ਼ਾਹ ਇਹ ਸ਼ਬਦ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿਹੜੇ ਹਨ? ਸੁਨ ਬੋਲੇ ਗੁਰ ਕਰੁਣਾ ਭਉਨ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿ ਕਰਨਾ ਭਉਣ, ਕਰਨਾ ਤਰਸ, ਜਿਹੜਾ ਕਿਰਪਾ ਦੇ ਜਿਹੜੇ ਹਨ ਬੱਦਲ ਹਨ, ਮਹਾਰਾਜ ਹੁਣ ਕਿਰਪਾ ਕਰਨ ਲੱਗੇ ਹਨ। ਜਗ ਝੂਠੋ ਐਸੋ ਦਿਟ ਜਾਨਾ। ਦੇਖੋ ਪਹਿਲੀ ਗੱਲ ਹੈ ਪਰਮਾਤਮਾ ਦੇ ਰਸਤੇ ਚੱਲਦਿਆਂ ਹੋਇਆਂ ਸਪਿਰਿਚੁਅਲ ਜਿਹੜਾ ਹਨ ਰੀਅਲਾਈਜੇਸ਼ਨ ਵਾਸਤੇ ਦ ਫਰਸਟ ਸਟੈਪ ਕੀ ਕਰਨਾ ਚਾਹੀਦਾ ਬੰਦੇ ਨੂੰ? ਜਗ ਝੂਠੋ, ਇਹ ਜਗਤ ਨੂੰ ਝੂਠਾ ਜਾਣੋ। ਇਹ ਸਭ ਤੋਂ ਪਹਿਲੀ ਗੱਲ ਹੈ, ਇਹ ਫਾਊਂਡੇਸ਼ਨ ਹੈ। ਜਿਵੇਂ ਕੋਈ ਡਿਗਰੀ ਕਰਦਾ ਉਹਨੂੰ ਫਾਊਂਡੇਸ਼ਨ ਕਰਨਾ ਪੈਂਦਾ, ਇਹ ਫਾਊਂਡੇਸ਼ਨ ਇਹੀ ਹੈ। ਜਗ ਝੂਠੋ, ਇਹ ਜਗ ਝੂਠਾ ਹੈ। ਐਸੋ ਡਿੱਡ ਜਾਣਾ, ਐਸਾ ਪੱਕਾ ਕਰਕੇ ਜਾਣ ਲੋ ਕਿ ਇਹ ਜਗਤ ਜਿਹੜਾ ਝੂਠਾ ਹੈ, ਇਹ ਝੂਠ ਹੈ ਕਿਉਂਕਿ ਇਹ ਬਦਲਦਾ ਹੈ। ਮ੍ਰਿਗ ਤ੍ਰਿਸ਼ਨਾ ਕੇ ਨੀਰ ਸਮਾਨਾ। ਦੇਖੋ ਇਹ ਇਸ ਤਰ੍ਹਾਂ ਦਾ ਹੈ ਜਿਵੇਂ ਮਿਰਗ ਤ੍ਰਿਸ਼ਨਾ, ਜਿਵੇਂ ਮਿਰਗ ਦੀ ਤ੍ਰਿਸ਼ਨਾ ਹੁੰਦੀ ਹੈ, ਜਿਵੇਂ ਨੀਰ ਸਮਾਨਾ। ਹੁਣ ਮਿਰਗ ਤ੍ਰਿਸ਼ਨਾ ਮਿਰਾਜ, ਜਿਵੇਂ ਮਿਰਾਜ ਉੱਤੇ ਜਿਹੜਾ ਹੈ ਡੈਜ਼ਰਟ ਦੇ ਵਿੱਚ ਉਹ ਸੈਨ ਜਿਹੜੀ ਪਈ ਹੁੰਦੀ ਹੈ, ਉਹ ਚਮਕਾਂ ਮਾਰਦੀਆਂ ਪਾਣੀ ਦੀ ਤਰ੍ਹਾਂ। ਦੂਰੋਂ ਦੇਖਿਓ ਮਿਰਾਜ ਲੱਗਦਾ ਹੈ, ਉਹ ਮਿਰਾਜ ਹੁੰਦਾ ਤਾਂ ਪਾਣੀ ਨਹੀਂ ਪਰ ਲੱਗਦਾ ਪਾਣੀ ਹੈ। ਸੋ ਐਸਾ ਜਿਹੜਾ ਅਭਾਵ ਹੁੰਦਾ ਹੈ ਅਸਲੀਅਤ ਦਾ। ਤਿਹ ਸੋ ਕਛ ਸੰਕਲਪ ਨਾ ਕਰੀਏ। ਇਸ ਕਰਕੇ ਆਪਣੇ ਮਨ ਵਿੱਚ ਕੋਈ ਸੰਕਲਪ ਨਾ ਕਰੋ, ਕੋਈ ਥੌਟ ਨਾ ਉਠਾਓ ਇਹ ਦੁਨੀਆ ਵਾਸਤੇ। ਇਹ ਦੁਨੀਆ ਝੂਠੀ ਹੈ ਕਿਉਂਕਿ ਇਹ ਦੁਨੀਆ ਨੇ ਇੱਕ ਜੈਸੀ ਨਹੀਂ ਰਹਿਣਾ ਹਮੇਸ਼ਾ। ਝੂਠ ਜਾਨ ਮਨ ਤੇ ਪਰ ਹਰੀਏ। ਝੂਠ ਇਸ ਦੁਨੀਆ ਨੂੰ ਜਾਣ ਕੇ ਆਪਣੇ ਮਨ ਤੋਂ ਪਰੇ ਕਰ ਦੋ, ਕੋਈ ਆਸ ਨਾ ਰੱਖੋ ਦੁਨੀਆ ਤੋਂ। ਸੱਸੇ ਸਿੰਘ ਧਨ ਲੈ ਕਰ ਮਾਹੀ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਇੱਕ ਜਿਹੜਾ ਹਨ 3 ਐਗਜ਼ਾਮਪਲਸ ਆਪਾਂ ਨੂੰ ਦੇਣਗੇ। ਪਹਿਲਾ ਐਗਜ਼ਾਮਪਲ ਹੈ, ਕਹਿੰਦੇ ਜਿਵੇਂ ਇੱਕ ਖਰਗੋਸ਼ ਹੁੰਦਾ ਹੈ, ਜਾਂ ਆਪਾਂ ਸਾਹੇ ਕਹਿ ਲਈਏ ਜਾਂ ਰੈਬਿਟ ਕਹਿ ਲਈਏ। ਕਹਿੰਦੇ ਰੈਬਿਟ ਦੇ ਜਿਵੇਂ ਸਿੰਗ ਹੁੰਦੇ ਨੇ, ਜੇ ਕੋਈ ਰੈਬਿਟ ਦੇ ਸਿੰਗ ਲੈ ਕੇ ਕਹਿੰਦੇ ਕੋਈ ਚਾਹੇ ਮੈਂ ਇਹਦੀ ਬੋ ਬਣਾ ਲੈਂਦਾ ਹਾਂ, ਮੈਂ ਬੋ ਬਣਾ ਕੇ ਜਾ ਕੇ ਮੈਂ ਜੰਗ ਜਿੱਤਨੇ ਨੇ, ਹੋ ਹੀ ਨਹੀਂ ਸਕਦਾ ਨਾ। ਕੋਈ ਰੈਬਿਟ ਦੇ ਜਿਹੜੇ ਹਨ ਸਿੰਗ ਤਾਂ ਹੁੰਦੇ ਹੀ ਨਹੀਂ। ਰੈਬਿਟ ਦੇ ਸਿੰਗ ਕਿਹੜੇ ਹੁੰਦੇ? ਵਿਚਾਰੇ ਦੇ ਕੰਨ ਹੁੰਦੇ ਨੇ, ਉਹ ਕੰਨਾਂ ਨਾਲ ਕਿਹਨੇ ਬੋ ਬਣਾ ਲੈਣਾ ਹੈ, ਕਿਹਨੇ ਜਾ ਕੇ ਉਹ ਬੋ ਨਾਲ ਜੰਗ ਜਿੱਤ ਲੈਣਾ ਹੈ? ਇਹ ਤਾਂ ਹੋ ਹੀ ਨਹੀਂ ਸਕਦਾ। ਸੋ ਜਿਵੇਂ ਅਨਹੋਈ ਗੱਲ ਹੈ। ਰਿਪ ਜੀਤਨ ਕਉ ਨਾ ਕਰਹੀ। ਹਾਂ ਕਹਿਣ ਲੱਗੇ ਹੁਣ ਸਹੇ ਦੇ ਕੰਨਾਂ ਦਾ ਬੋ ਬਣਾ ਕੇ ਕਿਹੜਾ ਸੋਚ ਸਕਦਾ ਮੈਂ ਜਾ ਕੇ ਦੁਸ਼ਮਣ ਨੂੰ ਜਿੱਤਣਾ ਹੈ, ਮੈਂ ਧਰਤੀ ਜਿੱਤ ਲੈਣੀ ਹੈ। ਹਰੀ ਲਤਾ ਭੀ ਵਿੱਚ ਆਕਾਸ਼ਾ। ਹੁਣ ਦੇਖੋ ਕੋਈ ਆਸ ਰੱਖੇ ਕਿ ਬਦਲਾਂ ਦੇ ਵਿੱਚ ਜਿਹੜੀਆਂ ਹਨ ਹਰੀਆਂ ਹਰੀਆਂ ਵੇਲਾਂ ਲੱਗੀਆਂ ਹੋਣ। ਹੁਣ ਹਰੀਆਂ ਹਰੀਆਂ ਵੇਲਾਂ ਆਕਾਸ਼ ਵਿੱਚ ਲੱਗੀਆਂ ਹੋਣ। ਜਦੋਂ ਆਪਾਂ ਹਵਾਈ ਜਹਾਜ਼ ਤੇ ਜਾਈਏ ਜਾਂਦੇ ਜਾਂਦੇ ਕਰੇਲੇ ਪੁੱਟ ਲਿਆ ਕਰੀਏ, ਹਾਂਜੀ ਵੀ ਵੇਲਾਂ ਲੱਗੀਆਂ ਅੰਗੂਰ ਪੁੱਟ ਲਿਆ ਕਰੀਏ। ਹਾਂਜੀ ਕੋਈ ਆਸ ਰੱਖੇ ਵੀ ਬਦਲਾਂ ਵਿੱਚ ਪਾਣੀ ਹੁੰਦਾ ਹੈ, ਵੀ ਉੱਥੇ ਵੀ ਕੋਈ ਵੇਲ ਵੂਲ ਲੱਗਣੀ ਚਾਹੀਦੀ ਹੈ, ਉੱਥੇ ਵੀ ਜਿਹੜਾ ਹੈ ਕੋਈ ਪਲਾਂਟੇਸ਼ਨ ਹੋਣਾ ਚਾਹੀਦਾ ਹੈ। ਇਸ ਕੇ ਪੁਸਕ ਕੌਣ ਕਰ ਆਸਾ। ਕਹਿਣ ਲੱਗੇ ਉਹਨਾਂ ਦੇ ਵੇਲਾਂ ਦੇ ਜਿਹੜੇ ਹਨ ਉਹਨਾਂ ਦੇ ਫੁੱਲਾਂ ਦੀ ਆਸ ਕੌਣ ਰੱਖ ਸਕਦਾ ਹੈ? ਹਰ ਚੰਦੌਰੀ ਕੇਰ ਬਜ਼ਾਰਾ। ਹੁਣ ਤੀਜੀ ਗੱਲ ਜਿਹੜੀ ਹੈ, ਤੀਜਾ ਐਗਜ਼ਾਮਪਲ ਜਿਹੜਾ ਹੈ ਹਰ ਚੰਦੌਰੀ, ਜਿਹੜਾ ਹਰੀ ਚੰਦ ਦੀ ਨਗਰੀ ਜਿਹਨੂੰ ਮੰਨਿਆ ਕਿ ਗੰਧਰਵ ਦਾ ਜੇ ਆਕਾਸ਼ ਦੇ ਵਿੱਚ ਉਹ ਉੱਡ ਗਈ ਸੀ ਤੇ ਵਿਚਾਲੀ ਰਹਿ ਗਈ, ਉਹ ਸਵਰਗਾਂ ਤੱਕ ਨਹੀਂ ਪਹੁੰਚੀ ਤੇ ਹੁਣ ਤੱਕ ਵੀ ਵਿਚਾਲੀ ਜੇ ਘੁੰਮਦੀ ਫਿਰਦੀ ਹੈ। ਹੁਰੇ ਨਾ ਕਹਿ ਕਰਨੋ ਵਿਵਹਾਰਾ। ਕੌਣ ਸੋਚ ਸਕਦਾ ਹੈ ਕਿ ਮੈਂ ਹਰੀ ਚੰਦੌਰੀ ਜਾ ਕੇ ਉੱਥੇ ਜਾ ਕੇ ਮੈਂ ਬਿਜ਼ਨਸ ਸ਼ੁਰੂ ਕਰਨਾ ਹੈ? ਕੋਈ ਆਸ ਕਰ ਸਕਦਾ ਹੈ? ਕਹਿੰਦੇ ਫਿਰ ਇਹ ਗੱਲਾਂ ਝੂਠੀਆਂ ਹਨ ਨਾ। ਦੇਖੋ ਆਪਾਂ ਨੂੰ ਗੱਲਾਂ ਤੋਂ ਹਾਸੀ ਆਵੇਗੀ। ਕਹਿੰਦੇ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਦੁਨੀਆ ਵੀ ਐਸਾ ਹੀ ਹੈ। ਜਿਹੜਾ ਕੋਈ ਬੰਦਾ ਇਹ ਦੁਨੀਆ ਤੇ ਆਸ ਰੱਖਦਾ ਹੈ ਨਾ ਵੀ ਮੈਂ ਇਹ ਕਰ ਲੈਣਾ, ਮੈਂ ਉਹ ਕਰ ਲੈਣਾ, ਕਹਿੰਦੇ ਇਹ 3 ਐਗਜ਼ਾਮਪਲ 3 ਦ੍ਰਿਸ਼ਟਾਂਤ ਦੇ ਕੇ ਸਤਿਗੁਰਾਂ ਨੇ ਸਮਝਾਇਆ ਹੈ ਹਾਊ ਫੂਲਿਸ਼ ਯੂ ਕੈਨ ਬੀ ਟੂ ਬਿਲੀਵ ਦ ਵਰਲਡ ਐਸ ਅ ਰਿਐਲਿਟੀ, ਅਲਟੀਮੇਟ ਰਿਐਲਿਟੀ। ਸੋ ਇਹ ਗੱਲ ਹੁੰਦੀ ਹੈ ਤਿਉ ਅਸਤ ਲੱਖ ਜਗ ਪਰਪੰਚਾ। ਇਸ ਪ੍ਰਕਾਰ ਕਰਕੇ ਇਹ ਜਗਤ ਨੂੰ ਅਸਤ ਮੰਨੋ, ਝੂਠਾ ਮੰਨੋ। ਕਿਉਂ ਸੰਕਲਪ ਉਠਾਵਹਿ ਰੰਚਾ। ਕਿਉਂ ਇਹਦੇ ਵਿੱਚ ਸੰਕਲਪ ਉਠਾਉਂਦੇ ਹਾਂ? ਥੋੜਾ ਵੀ ਸੰਕਲਪ ਕਿਉਂ ਉਠਾਉਂਦੇ ਦੁਨੀਆ ਵਾਸਤੇ? ਸਤਿਗੁਰ ਬਚਨ ਹਿਰਦੇ ਦ੍ਰਿੜ ਧਾਰਾ। ਇਹ ਸਤਿਗੁਰਾਂ ਦੇ ਬਚਨ ਸ਼ਮਸ ਨੇ ਆਪਣੇ ਅੰਦਰ ਹਿਰਦੇ ਵਿੱਚ ਧਾਰਨ ਕੀਤੇ, ਮੰਨੇ। ਸ਼ੁੱਧ ਆਤਮੈ ਜਗਤ ਵਿਸਾਰਾ। ਦੇਖੋ ਸ਼ੁੱਧ ਆਤਮਾ, ਇਹਦੀ ਆਤਮਾ ਸ਼ੁੱਧ ਸੀ, ਇਹਦਾ ਮਨ ਸ਼ੁੱਧ ਸੀਗਾ।
ਸ਼ੁੱਧ ਮਨ ਕਰਕੇ ਇਸ ਦੇ ਵਿੱਚ ਉਹ ਅਸਰ ਉਦੋਂ ਹੀ ਪੈ ਗਿਆ। ਮਨ ਰਿਪ ਜੀਤਨ ਕੀ ਇਹ ਰੀਤਾ। ਦੇਖੋ ਮਨ ਜਿਹੜਾ ਦੁਸ਼ਮਣ ਹੈ ਸਭ ਤੋਂ ਵੱਡਾ ਪਰਮਾਤਮਾ ਦੇ ਰਸਤੇ ਤੇ ਚੱਲਣ ਵਾਸਤੇ ਇੱਕ ਹੀ ਦੁਸ਼ਮਣ ਸਾਹਮਣੇ ਆਉਂਦਾ ਹੈ, ਮਨ। ਕਹਿੰਦੇ ਇਹ ਮਨ ਜਿਹੜਾ ਹੈ ਇਸ ਤਰ੍ਹਾਂ ਹੀ ਜਿੱਤਿਆ ਜਾਂਦਾ ਹੈ। ਪਾਵਹਿ ਸੁਖ ਜੋ ਕਰਹਿ ਧਰ ਚੀਤਾ। ਪਾਵੈ ਸੁਖ, ਉਹਨਾਂ ਨੂੰ ਹੀ ਸੁਖ ਪ੍ਰਾਪਤ ਹੁੰਦਾ ਹੈ ਜੋ ਪਰਮਾਤਮਾ ਨੂੰ ਆਪਦੇ ਚਿੱਤ ਵਿੱਚ ਚੇਤੇ ਕਰਦੇ ਹਨ। ਪੀਰ ਬਹਾਵਲ ਹੱਕ ਇੱਕ ਇਹੀ। ਉਸ ਵੇਲੇ ਸ਼ਮਸ ਤੋਂ ਬਾਅਦ ਇੱਕ ਹੋਰ ਪੀਰ ਆਇਆ। ਉਸ ਪੀਰ ਦਾ ਨਾਮ ਸੀ ਪੀਰ ਬਿਹਾਵਲ ਹੱਕ। ਸੋ ਇਹ ਦੂਜੇ ਨੰਬਰ ਦਾ ਪੀਰ ਆਇਆ ਜੀ। ਸੁਣ ਕੇ ਬਚਨ ਬਹੁਰ ਸੋ ਕਹੀ। ਉਹ ਮਹਾਰਾਜ ਦੇ ਬਚਨ ਸੁਣ ਰਿਹਾ ਸੀ ਜੋ ਸ਼ਮਸ ਨਾਲ ਮਹਾਰਾਜ ਜੀ ਡਿਸਕਸ਼ਨ ਕਰ ਰਹੇ ਸਨ। ਉਹ ਸੁਣ ਕਰਕੇ ਦੋਹਰਾ ਸ੍ਰੀ ਨਾਨਕ ਉਪਦੇਸ਼ ਮਹਿ ਮਾਇਆ ਕਹੋ ਜੇ ਕੂਰ। ਹੁਣ ਇਹਨੇ ਇੱਕ ਤਰਕ ਕੀਤੀ। ਸੋ ਇਹਨੇ ਤਰਕ ਇਹ ਕੀਤੀ, ਕਹਿੰਦਾ ਸ੍ਰੀ ਨਾਨਕ, ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਤੁਸੀਂ ਉਪਦੇਸ਼ ਦਿੱਤਾ ਹੈ ਨਾ, ਕਹਿੰਦੇ ਮਾਇਆ ਝੂਠੀ ਹੈ। ਪੁਨ ਤਿਸ ਬਿਨ ਵਿਵਹਾਰ ਜੇ ਹੋਤ ਨਹੀਂ ਕੋ ਪੂਰ। ਕਹਿਣ ਲੱਗੇ ਮਹਾਰਾਜ ਫਿਰ ਵਿਵਹਾਰ ਦੁਨੀਆ ਦੇ ਕਿਵੇਂ ਹੋਣਗੇ ਜੇ ਮਾਇਆ ਝੂਠੀ ਹੈ? ਫਿਰ ਇਹ ਕੰਮਕਾਰ ਦੁਨੀਆ ਦੇ ਕਿਵੇਂ ਚੱਲਣਗੇ? ਇਹ ਤਾਂ ਕੰਮਕਾਰ ਤਾਂ ਕਰਨ ਵਾਸਤੇ ਦੁਨੀਆ ਨੂੰ ਸੱਚ ਮੰਨਣਾ ਹੀ ਪੈਂਦਾ ਹੈ ਨਾ। ਜਿਹੜੀ ਮਾਇਆ ਹੱਥ ਵਿੱਚ ਹੋਵੇ ਉਹਨੂੰ ਤਾਂ ਮੰਨਣਾ ਹੀ ਪੈਂਦਾ, ਇਹ ਮਾਇਆ ਹੈ। ਇਹਨੂੰ ਜੇ ਸਾਰੀ ਨੂੰ ਝੂਠੀ ਮੰਨ ਲਈਏ ਤਾਂ ਕਾਰਜ ਦੁਨੀਆ ਦੇ ਕਿਵੇਂ ਚੱਲਣਗੇ? ਚੌਪੇ ਉੱਤਰ ਸ੍ਰੀ ਗੁਰ ਸੁਨਤ ਅਲਾਇਆ। ਇਹ ਸੁਣ ਕਰਕੇ ਸਤਿਗੁਰਾਂ ਨੇ ਉੱਤਰ ਦਿੱਤਾ ਇਸ ਪੀਰ ਨੂੰ। ਨਿਸ਼ਚੈ ਜਾਣੋ ਝੂਠੀ ਮਾਇਆ। ਦੇਖੋ ਕਹਿੰਦੇ ਨਿਸ਼ਚਾ ਤੂੰ ਇੱਕ ਕਰ ਲਾ, ਇੱਕ ਗੱਲ ਨੂੰ ਤੂੰ ਜਿਹੜਾ ਹੈ ਸੱਚਮੁੱਚ ਜਿਹੜਾ ਹੈ ਡੈਫੀਨਿਟਲੀ ਦ ਟਰੂਥ ਕਰਕੇ ਤੂੰ ਆਪਣੇ ਹਿਰਦੇ ਵਿੱਚ ਮੰਨ ਲਾ ਕਿ ਦੁਨੀਆ ਤੇ ਮਾਇਆ ਝੂਠੀ ਹੈ। ਐਸੇ ਝੂਠੇ ਤੇ ਵਿਵਹਾਰਾ। ਤੈਸੇ ਇਸ ਸੰਸਾਰ ਵਿੱਚ ਜਿਹੜੇ ਵਿਵਹਾਰ ਆਪਾਂ ਕਹਿੰਦੇ ਉਹ ਵੀ ਝੂਠੇ ਆ, ਕਿਉਂ? ਮਾਇਆ ਝੂਠੀ ਹੈ। ਮਾਇਆ ਵਾਸਤੇ ਆਪਾਂ ਜੋ ਕਰਾਂਗੇ ਉਹ ਵੀ ਝੂਠਾ ਹੈ। ਹੁਣ ਮਹਾਰਾਜ ਦਾ ਇੱਥੇ ਮਤਲਬ ਕੀ ਹੈ ਕਿ ਜਿਹੜੀ ਫਿਜ਼ੀਕਲ ਚੀਜ਼ ਹੈ, ਹੁਣ ਜਿਵੇਂ ਤੁਹਾਡੇ ਹੱਥ ਵਿੱਚ ਮਾਇਆ ਆਈ, ਤੁਸੀਂ ਜਿਹੜੀ ਮਾਇਆ ਕਮਾਈ ਆ ਇਹ ਵੀ ਝੂਠੀ ਹੈ। ਇਹ ਮਾਇਆ ਨੂੰ ਜੋ ਤੁਸੀਂ ਖਰਚੋਗੇ, ਜਿਹੜੀ ਚੀਜ਼ ਨੂੰ ਤੁਸੀਂ ਲਓਗੇ ਉਹ ਵੀ ਝੂਠੀ ਹੈ। ਸਾਰਾ ਕੁਝ ਇਹ ਮਾਇਆ ਦਾ ਫਿਜ਼ੀਕਲੀ ਝੂਠ ਹੈ। ਲਖੋ ਸੱਤ ਜਿਉ ਦਾਮ ਬਿਹਾਰਾ। ਦੇਖੋ ਜਿਵੇਂ ਰੱਸੀ ਹੁੰਦੀ ਆ ਨਾ ਹਨੇਰੇ ਵਿੱਚ, ਉਹ ਸੱਪ ਲੱਗਦੀ ਹੈ, ਪਰ ਬੱਤੀ ਜਗਾਇਆ ਜਦੋਂ ਆਪਾਂ ਲਾਈਟ ਜਗਾ ਦਿੰਦੇ ਆ, ਲਾਈਟ ਦੇ ਵਿੱਚ ਉਹ ਰੱਸੀ ਜਰਾ ਸੱਚ ਹੋ ਜਾਂਦੀ ਹੈ ਵੀ ਰੱਸੀ ਹੈ, ਸੱਪ ਨਹੀਂ। ਹਨੇਰੇ ਵਿੱਚ ਆਪਾਂ ਨੂੰ ਭਰਮ ਹੋ ਜਾਂਦਾ ਕਿਤੇ ਇਹ ਸੱਪ ਤਾਂ ਨਹੀਂ ਹੈਗਾ ਜਾਂ ਇਹ ਸੱਪ ਹੈ। ਇਸ ਤਰ੍ਹਾਂ ਕਰਕੇ ਕਹਿੰਦੇ ਮਾਇਆ ਹੈ। ਮਾਇਆ ਅਸਲੀਅਤ ਦੇ ਵਿੱਚ ਕੁਝ ਵੀ ਨਹੀਂ ਹੈ। ਹੁਣ ਇੱਥੇ ਰੱਸੀ ਤੇ ਸੱਪ ਦਾ ਐਗਜ਼ਾਮਪਲ ਤਾਂ ਸਤਿਗੁਰੂ ਜੀ ਹਮੇਸ਼ਾ ਦਿੰਦੇ ਨੇ ਕਿਉਂਕਿ ਜਿਹੜੀ ਮਾਇਆ ਨੂੰ ਸੱਪ ਕਿਹਾ ਹੈ, ਇਹ ਜਿਹੜਾ ਹੈ ਇਹ ਸੱਪ ਨਹੀਂ ਹੈ। ਸੋ ਇਸ ਤਰ੍ਹਾਂ ਕਰਕੇ ਹਰ ਇੱਕ ਇਨਸਾਨ ਨੂੰ ਇਹ ਦੁਨੀਆ ਵਿੱਚ ਡੰਕ ਮਾਰਦੀ ਹੈ। ਸੁਪਨ ਵਿਖਿਆ ਜੋ ਸਰਤਾ ਬਾਰਾ। ਮਹਾਰਾਜ ਨੇ ਹੁਣ ਦੇਖੋ ਐਗਜ਼ਾਮਪਲ ਦਿੱਤਾ ਇਸ ਪੀਰ ਨੂੰ। ਕਹਿੰਦੇ ਦੇਖ ਪੀਰ, ਸੁਪਨੇ ਦੇ ਵਿੱਚ ਜੇ ਤੈਨੂੰ ਇੱਕ ਨਦੀ, ਇੱਕ ਰਿਵਰ ਦਿਸੇ, ਫਲੋਇੰਗ ਰਿਵਰ ਦਿਸੇ, ਚਹਿਤ ਨਾਉ ਚੜ ਉਤਰਿਓ ਪਾਰਾ। ਹੁਣ ਉਹ ਫਲੋਇੰਗ ਰਿਵਰ ਤੋਂ ਤੂੰ ਪਾਰ ਹੋਣਾ ਚਾਹੁੰਦਾ ਹੈ, ਤੂੰ ਅਕ੍ਰੋਸ ਜਾਣਾ ਚਾਹੁੰਦਾ ਹਾਂ, ਤੂੰ ਕੀ ਕਰੇਗਾ? ਉਸ ਵੇਲੇ ਤੂੰ ਇੱਕ ਬੋਟ, ਬੇੜੀ ਜਿਹੜੀ ਹੈ ਬੋਟ ਨੂੰ ਲੱਭੇਗਾ। ਸੁਪਨ ਟੱਕਾ ਦੇ ਸੋ ਲੰਘ ਜਾਏ। ਫਿਰ ਸੁਪਨੇ ਦੇ ਵਿੱਚ ਹੀ ਤੂੰ ਉਹ ਬੋਟਮੈਨ ਨੂੰ, ਜਿਹੜਾ ਬੋਟ ਵਾਲਾ ਹੈ, ਸੋ ਉਹਨੂੰ ਤੂੰ ਕੀ ਕਰੇਗਾ? ਉਹ ਮਲਾਹ ਨੂੰ ਤੂੰ ਪੈਸੇ ਦੇਏਗਾ ਵੀ ਭਾਈ ਆ ਪੈਸਾ ਫੜ। ਆ ਸੁਪਨੇ ਦੀ ਗੱਲ ਹੈ ਸਾਰੀ। ਤੂੰ ਹੁਣ ਉਹ ਸੁਪਨੇ ਵਿੱਚ ਹੀ ਤੂੰ ਉਹਨੂੰ ਪੈਸਾ ਦੇ ਰਿਹਾ ਵੀ ਪੈਸਾ ਫੜ, ਮੈਨੂੰ ਅਕ੍ਰੋਸ ਲੈ ਜਾ। ਇਸੀ ਰੀਤ ਤਿਹ ਲਿਓ ਲਖਾਈ। ਦੇਖੋ ਇਸੀ ਰੀਤ ਹੈ ਇਹ ਦੁਨੀਆ ਦੀ। ਦੇਖੋ ਉਹ ਜਿਹੜੀ ਰਿਵਰ ਉਹ ਵੀ ਝੂਠੀ ਹੈ, ਉਹ ਬੋਟ ਤੇ ਬੋਟ ਵਾਲਾ ਵੀ ਉਹ ਵੀ ਝੂਠਾ ਹੈ, ਜਿਹੜੀ ਮਾਇਆ ਦਿੱਤੀ ਉਹਦੇ ਸਰਵਿਸਿਸ ਵਾਸਤੇ ਉਹ ਵੀ ਝੂਠੀ ਹੈ, ਤੇ ਜਿਹੜਾ ਪਾਰ ਹੋਣਾ ਉਹ ਰਿਵਰ ਤੋਂ ਉਹ ਵੀ ਝੂਠਾ ਹੀ ਹੈ। ਤੇ ਇਹਦੇ ਵਿੱਚ ਤਾਂ ਸੱਚ ਕੀ ਰਹਿ ਗਿਆ ਫਿਰ? ਕਿਉਂਕਿ ਜਦੋਂ ਸੁਪਨਾ ਖੁੱਲੇਗਾ, ਜਦੋਂ ਜਾਗ ਆਏਗੀ, ਉਹ ਰਿਵਰ ਵੀ ਝੂਠੀ, ਉਹ ਬੋਟ ਵੀ ਝੂਠਾ, ਬੋਟਮੈਨ ਵੀ ਝੂਠਾ, ਉਹ ਟੱਕਾ ਵੀ ਝੂਠਾ, ਉਹ ਜਿਹੜਾ ਕਾਰਜ ਆਪਾਂ ਕਰਨ ਚੱਲੇ ਸਾਂ ਅਕ੍ਰੋਸ ਹੋ ਕੇ ਉਹ ਵੀ ਝੂਠਾ। ਸੋ ਸਭ ਕੁਝ ਝੂਠਾ ਹੈ। ਕਹਿੰਦੇ ਇਸੇ ਪ੍ਰਤਾ ਇਹ ਮਾਇਆ ਹੈ। ਪਰ ਸੁਪਨੇ ਵਿੱਚ ਤਾਂ ਸੱਚ ਨਜ਼ਰ ਆਉਂਦੀ ਆ ਨਾ, ਸੁਪਨੇ ਵਿੱਚ ਤਾਂ ਉਹ ਸੱਚ ਆਉਂਦਾ ਹੈ। ਪਰਮੇਸ਼ਰ ਨਿਤ ਸੱਤ ਪਛਾਨੋ। ਇਸ ਕਰਕੇ ਪਰਮੇਸ਼ਰ ਨੂੰ ਹਮੇਸ਼ਾ ਹੀ ਸੱਤ ਪਛਾਣੋ। ਇਹ ਸਾਰੀਆਂ ਗੱਲਾਂ ਵਿੱਚ ਪਰਮੇਸ਼ਰ ਹੀ ਸੱਤ ਹੈ, ਬਾਕੀ ਸਭ ਕੁਝ ਹੀ ਝੂਠਾ ਹੈ। ਤਾਕੋ ਨਾਮ ਸਤ ਮਨ ਮਾਨੋ। ਇਸ ਕਰਕੇ ਉਸਦੇ ਨਾਮ ਨੂੰ ਸੱਤ ਮੰਨ ਕੇ ਆਪਣੇ ਹਿਰਦੇ ਵਿੱਚ ਉਹਨੂੰ ਦ੍ਰਿੜ ਕਰੋ, ਪੱਕਾ ਕਰੋ। ਰੁਕਨ ਦੀਨ ਪੁਨ ਬੈਨ ਅਲਾਏ। ਹੁਣ ਤੀਜਾ ਆ ਗਿਆ, ਤੀਜਾ ਪੀਰ ਜਿਹਦਾ ਨਾਂ ਸੀ ਰੁਕਣ ਦੀਨ। ਹੁਣ ਰੁਕਣ ਦੀਨ ਨੇ ਆ ਕੇ ਕਿਹਾ, ਸੰਤ ਜੋ ਲੱਛਣ ਦੇਵ ਬਤਾਏ। ਮਹਾਰਾਜ ਜੀ ਮੈਨੂੰ ਸੰਤਾਂ ਦੇ ਲੱਛਣ, ਉਹਨਾਂ ਦਾ ਕੈਰੈਕਟਰ ਕਿਹੋ ਜਿਹਾ ਹੁੰਦਾ ਹੈ, ਉਹ ਜਿਹੜੇ ਸੰਤ ਨੇ ਉਹਨਾਂ ਦੇ ਵਿੱਚ ਮੈਰਿਟਸ, ਉਹਨਾਂ ਦੇ ਵਿੱਚ ਗੁਣ ਕਿਹੜੇ ਹੁੰਦੇ ਨੇ,
ਆਪਾਂ ਕਿਵੇਂ ਕਹੀਏ ਕੋਈ ਸੰਤ ਹੈ ਜਾਂ ਕੋਈ ਨਹੀਂ ਸੰਤ? ਉਹ ਸੰਤ ਦੀ ਵਿਲੱਖਣਤਾ ਜਿਹੜੀ ਹੈ, ਜਿਹੜਾ ਹੈ ਉਹ ਸੰਤ ਦਾ ਜਿਹੜਾ ਐਕਸਕਲੂਸਿਵਨੈਸ ਹੈ, ਉਹਦੇ ਵਿੱਚ ਕਿਹੜੇ ਗੁਣ ਹਨ, ਉਹ ਸਾਨੂੰ ਦੱਸਣਾ ਕਰੋ। ਕੈਸੋ ਤਿਨ ਆਚਾਰ ਵਿਵਹਾਰਾ, ਤੇ ਉਹਨਾਂ ਦਾ ਆਚਾਰ, ਉਹਨਾਂ ਦੀ ਰਹਿਣੀ ਬਹਿਣੀ ਸਹਿਣੀ ਕਹਿਣੀ ਜਿਹੜੀ ਕਿਹੋ ਜਿਹੀ ਹੁੰਦੀ ਹੈ। ਤਹਿ ਮਿਸ ਦੇ ਉਪਦੇਸ਼ ਸੁਖਾਰਾ, ਕਹਿਣਗੇ ਤੇ ਮਿਸ ਉਸ ਜਿਹੜਾ ਇਸ ਬਹਾਨੇ ਤੇ ਮੈਨੂੰ ਉਪਦੇਸ਼ ਦੇ ਦਿਓ ਸੌਖਾ, ਮੈਨੂੰ ਸਮਝ ਪੈ ਜਾਏਗੀ ਵੀ ਉਹ ਪਰਮਾਤਮਾ ਦੇ ਪਿਆਰੇ ਇਹ ਦੁਨੀਆ ਵਿੱਚ ਕਿਵੇਂ ਰਹਿੰਦੇ ਨੇ। ਹੁਣ ਦੇਖੋ ਦੁਨੀਆ ਝੂਠੀ ਹੈ ਨਾ, ਦੁਨੀਆ ਦੇ ਵਿਵਹਾਰ ਝੂਠੇ ਨੇ, ਆਪਣਾ ਸਰੀਰ ਝੂਠਾ ਹੈ, ਜਿਹਦੇ ਨਾਲ ਆਪਾਂ ਡੀਲ ਕਰ ਰਹੇ ਉਹ ਵੀ ਝੂਠਾ ਹੈ, ਸਭ ਕੁਝ ਝੂਠਾ ਹੈ। ਫਿਰ ਕਹਿੰਦੇ ਇਹ ਸੰਤ ਲੋਕ ਇਹ ਦੁਨੀਆ ਵਿੱਚ ਕਿਵੇਂ ਰਹਿੰਦੇ ਨੇ ਜਿਹੜੇ ਪਰਮਾਤਮਾ ਨਾਲ ਮਿਲੇ ਹੋਏ। ਦੇਖੋ ਕਿੰਨਾ ਇੰਟੈਲੀਜੈਂਟ ਕੁਐਸਚਨ ਹੈ ਰੁਕਨਦੀਨ ਦਾ। ਉਹਨੇ ਸਿੱਧਾ ਪੁਆਇੰਟ ਤੇ ਆਇਆ, ਕਹਿੰਦਾ ਮਹਾਰਾਜ ਮੈਨੂੰ ਉਹਨਾਂ ਬਾਰੇ ਦੱਸੋ ਕਿ ਉਹ ਕਿਵੇਂ ਰਹਿੰਦੇ ਨੇ। ਤੇ ਫਿਰ ਮਹਾਰਾਜ ਜੀ ਦੱਸਦੇ ਹਨ ਇੱਥੇ 11 ਗੁਣ 11 ਵਰਚੂਸ ਜਿਹੜੇ ਇੱਕ ਸੰਤ ਦੇ ਹਨ, ਸੇਂਟ ਦੇ, ਉਹ ਮਹਾਰਾਜ ਜੀ ਦੱਸਣਗੇ। ਸ੍ਰੀ ਗੁਰ ਭਨਿਓ ਸੁਨਹੋ ਦੇ ਕਾਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰੁਕਨਦੀਨ ਸੁਣ ਫੇ ਕੰਨ ਦੇ ਕੇ। ਗੁਜਰਕ ਸੁਹਬਤ ਅੱਬਲ ਜਾਨਾ, ਦੇਖੋ ਪਹਿਲਾ ਗੁਣ ਕੀ ਹੈ, ਜਿਹੜਾ ਕਿ ਸੰਤਾਂ ਦਾ ਜਿਹੜਾ ਪਹਿਲਾ ਗੁਣ ਹੁੰਦਾ ਹੈ ਕਿ ਸੰਤ ਜਿਹੜੇ ਹਨ ਜਾਂ ਬੁਜਰਕ ਜਾਂ ਸੁਹਬਤ ਹੁੰਦੇ ਸੰਤ, ਬੁਜਰਕ ਹੁੰਦੇ ਨੇ ਜਿਹੜੇ ਹਨ ਵੱਡੇ ਜਾਂ ਜਿਹੜੇ ਕਮਾਈ ਵਾਲੇ। ਬੁਜਰਗ ਜਿਵੇਂ ਆਪਾਂ ਕਹਿੰਦੇ ਬਜ਼ੁਰਗ ਕਹਿ ਦਿੰਦੇ ਆ, ਉਹੀ ਵਰਡ ਬੁਜਰਕ ਹੈ ਇੱਥੇ। ਕਹਿੰਦੇ ਜਿਹੜੇ ਵੱਡੇ ਸੰਤ ਨੇ, ਕਹਿੰਦੇ ਹਮੇਸ਼ਾ ਹੀ ਸਾਰੀ ਉਮਰ ਉਹਨਾਂ ਦਾ ਸੰਗ ਕਰਦੇ ਹਨ। ਉਹ ਹਮੇਸ਼ਾ ਹੀ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਨਾਲ ਬਹਿ ਕੇ ਨਾਮ ਜਪਣ ਵਾਲੀਆਂ ਗੱਲਾਂ ਕਰਦੇ ਨੇ। ਇਹ ਨਹੀਂ ਵੀ ਉਹਨਾਂ ਕੋਲ ਜਾ ਕੇ ਕੋਈ ਸੰਤ ਬਣਿਆ ਬੈਠਾ ਹੋਏ ਤੇ ਉਹਦੇ ਨਾਲ ਦੁਨੀਆ ਦੀਆਂ ਗੱਲਾਂ ਕਰੀ ਜਾਓ, ਫੇਰ ਕਾਹਦੀ ਸੰਤਪਣਾ ਹੋਇਆ। ਕਹਿੰਦੇ ਸੰਤ ਤਾਂ ਉਹੀ ਹੈ ਜਿਹੜਾ ਕੇਵਲ ਪਰਮਾਤਮਾ ਦਾ ਹੀ ਨਾਮ ਤੇ ਪਰਮਾਤਮਾ ਦੀਆਂ ਗੱਲਾਂ ਕਰਦੇ ਹਨ। ਦੋਹਰਾ ਪਰਗੁਣ ਸੁਨਤ ਪ੍ਰਸੰਨ ਹੋਇ, ਪੁਨ ਸੇਵ ਹੈ ਗੁਣਵਾਨ। ਦੂਜਾ ਗੁਣ ਕੀ ਹੈ, ਇੱਕ ਸੰਤ ਜਦੋਂ ਦੂਜੇ ਦੇ ਗੁਣਾਂ ਨੂੰ ਸੁਣਦਾ ਹੈ ਵੀ ਇਹ ਫਲਾਣੇ ਵਿੱਚ ਇਹ ਗੁਣ ਨੇ, ਦੂਜਿਆਂ ਦੇ ਵਰਚੂਸ ਨੂੰ ਸੁਣਦਾ ਹੈ, ਦੂਜੇ ਦੀਆਂ ਚੰਗਿਆਈਆਂ ਨੂੰ ਸੁਣਦਾ ਹੈ ਤੇ ਉਹ ਖੁਸ਼ ਹੁੰਦਾ ਹੈ। ਉਹ ਐਂ ਨਹੀਂ ਕਹਿੰਦਾ ਇਹ ਤਾਂ ਮੇਤੋਂ ਵੱਡਾ ਬਣ ਗਿਆ, ਇਹਨੇ ਤਾਂ ਮੇਤੋਂ ਜ਼ਿਆਦਾ ਕਰ ਲਿਆ, ਉਹਦੇ ਵਿੱਚ ਈਰਖਾ ਨਹੀਂ ਆਉਂਦੀ। ਕਹਿੰਦੇ ਪਰ ਗੁਣ ਸੁਣਤ ਪ੍ਰਸੰਨ ਹੈ ਹੋਇਆ, ਕਹਿੰਦੇ ਉਹ ਪ੍ਰਸੰਨ ਖੁਸ਼ ਹੁੰਦੇ ਨੇ ਦੂਜਿਆਂ ਦੇ ਗੁਣ ਸੁਣ ਕੇ ਵੀ ਚੰਗੀ ਗੱਲ ਹੈ। ਤੇ ਫਿਰ ਪੁੰਨ ਸੇਵੇ ਗੁਣਵਾਨ, ਵਡਿਆਈ ਕਿਹਦੀ ਕਰਦੇ ਨੇ? ਉਹ ਪਰਮਾਤਮਾ ਦੀ। ਹੇ ਪਰਮਾਤਮਾ ਤੂੰ ਕਿੰਨਾ ਦਿਆਲ ਹੈ, ਤੂੰ ਕਿੰਨੇ ਗੁਣ ਇਹਨਾਂ ਨੂੰ ਦਿੱਤੇ, ਜਿਹੜੇ ਗੁਣਾਂ ਨੂੰ ਅੱਜ ਮੈਂ ਵੀ ਦੇਖ ਸਕਦਾ ਹਾਂ। ਜੇ ਤੂੰ ਨਾ ਦਿੱਤੇ ਹੋਣੇ ਇਹ ਗੁਣ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਸੀ। ਮੈਨੂੰ ਉਹ ਗੁਣ ਨੂੰ ਡੈਮੋਨਸਟ੍ਰੇਟ ਕਰਨ ਵਾਸਤੇ ਤੂੰ ਇਹਨੂੰ ਗੁਣ ਦਿੱਤੇ, ਇਹ ਗੁਣ ਦਾ ਅੱਜ ਮੈਨੂੰ ਵੀ ਪਤਾ ਲੱਗ ਗਿਆ। ਇੰਨੇ ਉਹ ਪੋਜ਼ਿਟਿਵ ਮਾਈਂਡਡ ਹੁੰਦੇ ਹਨ। ਆਤਮ ਗਿਆਨ ਵਿਚਾਰਨਾ ਨਿਤ ਪ੍ਰਤ ਸੋ ਬੁੱਧਵਾਨ। ਦੇਖੋ ਆਤਮ ਗਿਆਨ ਵਿਚਾਰਨਾ, ਕਹਿਣਗੇ ਉਹ ਆਤਮ ਗਿਆਨ ਨੂੰ ਵਿਚਾਰਦੇ ਰਹਿੰਦੇ ਨੇ। ਉਹ ਆਤਮ ਵੀ ਕਿਸ ਤਰ੍ਹਾਂ ਪਰਮਾਤਮਾ ਇਹਦੇ ਵਿੱਚ ਵਸਦਾ ਹੈ, ਕਿਸ ਤਰ੍ਹਾਂ ਪਰਮਾਤਮਾ ਇਹ ਦੁਨੀਆ ਨੂੰ ਚਲਾਉਂਦਾ ਹੈ, ਕਿਸ ਤਰ੍ਹਾਂ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਇਹ ਆਤਮ ਗਿਆਨ ਨੂੰ ਉਹ ਹਮੇਸ਼ਾ ਹੀ ਵਿਚਾਰਦੇ ਹਨ। ਤੇ ਕਹਿੰਦੇ ਇਸੇ ਉਹ ਬੁੱਧਵਾਨ ਹਨ, ਉਹ ਬੜੀ ਬੁੱਧੀ ਵਾਲੇ ਹਨ। ਚੌਪੇ ਮਨ ਦਿਆਲ ਨਿਤ ਸੁਮਤ ਵਿਚਾਰ ਹੈ। ਦੇਖੋ ਚੌਥਾ ਗੁਣ ਕੀ ਹੈ, ਮਨ ਦਿਆਲ। ਉਹਨਾਂ ਦਾ ਮਨ ਹਮੇਸ਼ਾ ਦਿਆਲ ਹੁੰਦਾ ਹੈ, ਹਮੇਸ਼ਾ ਮਰਸੀਫੁਲ ਹੁੰਦਾ ਹੈ, ਹਰ ਇੱਕ ਤੇ ਉਹ ਤਰਸ ਕਰਦੇ ਹਨ ਤੇ ਉਹ ਸ੍ਰਿਸ਼ਟ ਬੁੱਧੀ ਵਾਲੇ ਹੁੰਦੇ ਹਨ, ਚੰਗੀ ਬੁੱਧੀ ਚੰਗੀ ਸੋਚਣੀ ਵਾਲੇ ਹੁੰਦੇ ਹਨ। ਪਰਤੇ ਦੇਖਣ ਚੱਕ ਹਟਕਾਰ ਹੈ। ਦੇਖੋ ਪੰਜਵਾਂ ਗੁਣ ਕੀ ਹੈ, ਉਹ ਪਰਾਈ ਇਸਤਰੀ ਤੇ ਇਸਤਰੀ ਜਿਹੜੀ ਪਰਾਈ ਮਰਦ ਨੂੰ ਉਹ ਨਹੀਂ ਦੇਖਦੇ। ਕਹਿੰਦੇ ਬਿਲਕੁਲ ਜੇ ਉਹ ਪਰਾਈ ਜਿਹੜਾ ਹੈ ਪਰਾਇਆਪਨ ਨਹੀਂ ਦੇਖਦੇ, ਉਹਨਾਂ ਦੇ ਨਿਗਾਹ ਦੇ ਵਿੱਚ ਐਸਾ ਜਿਹੜੀ ਕਾਮ ਵਾਸ਼ਨਾ ਜਾਂ ਲਸਤ ਵਾਲੀ ਜਿਹੜੀ ਹੁੰਦੀ ਹੈ ਉਹ ਬਿਲਕੁਲ ਨਹੀਂ ਹੁੰਦੀ। ਕਹਿੰਦੇ ਇਸ ਤਰ੍ਹਾਂ ਕਰਕੇ ਪਰਤਿਆ ਦੇਖਣ ਚੱਕ ਹਟਾ, ਆਪਣੇ ਅੱਖਾਂ ਜਿਹੜੀਆਂ ਹਟਾ ਲੈਂਦੇ ਨੇ, ਉਹ ਨਹੀਂ ਦੇਖਦੇ ਪਰਾਏ ਰੂਪ ਨੂੰ। ਨਰ ਕੋ ਕਰਮ ਭਵ ਮੈਂ ਜੋ ਰਚੇ। ਕਹਿੰਗੇ ਨਰ, ਜਿਹੜੇ ਨਰ ਹਨ, ਹੁਣ ਛੇਵਾਂ ਗੁਣ ਕਿਹੜਾ ਹੈ, ਜਿਹੜੇ ਕਹਿੰਦੇ ਨਰ ਹਨ, ਜਿਹੜੇ ਖੋਟੇ ਕਰਮ ਕਰਨ ਵਾਲੇ ਨੇ, ਭੈੜੇ ਕਰਮ ਕਰਨ ਵਾਲੇ ਹਨ ਦੁਨੀਆ ਦੇ ਉੱਤੇ। ਤਿਨ ਕੋ ਸੰਗ ਕਰਨ ਤੇ ਬਚੇ। ਉਹ ਕਿਤੇ ਵੀ ਉਹਨਾਂ ਦੀ ਸੰਗਤ ਨਹੀਂ ਕਰਦੇ, ਉਹਨਾਂ ਕੋਲ ਨਹੀਂ ਬਹਿੰਦੇ। ਜਿਹੜਾ ਕੋਈ ਜਾਵੇ ਨਾ ਉਹ ਚੁਗਲੀਆਂ ਕਰਦੇ ਹੋਣ ਜਾਂ ਜਿਹੜਾ ਹੋਰ ਜਿਹੜਾ ਹਨ ਹੋਰ ਚੋਰੀ ਯਾਰੀ ਦੀਆਂ ਗੱਲਾਂ ਕਰ, ਉਹਨਾਂ ਕੋਲ ਕਿਤੇ ਨਹੀਂ ਬਹਿੰਦੇ, ਨਾ ਉਹਨਾਂ ਦੀਆਂ ਗੱਲਾਂ ਕੰਨਾਂ ਤੇ ਪੈਣ ਦਿੰਦੇ ਹਨ। ਨਿਜ ਬਲ ਪਰ ਕੋ ਕਬ ਨਾ ਜਨਾਈ। ਫਿਰ ਜਿਹੜਾ ਸੱਤਵਾਂ ਗੁਣ ਕੀ ਹੈ, ਉਹ ਅਜਰ ਨੂੰ ਜਰਦੇ ਹਨ, ਉਹ ਕਿਤੇ ਵੀ ਆਪਣੀ ਸ਼ਕਤੀ ਨੂੰ ਪ੍ਰਗਟ ਨਹੀਂ ਕਰਦੇ। ਭਾਵੇਂ ਪਰਮਾਤਮਾ ਉਹਨਾਂ ਨੂੰ ਬਹੁਤ ਕੁਝ ਦਿੰਦਾ ਹੈ ਪਰ ਉਹ ਕਿਤੇ ਵੀ ਆਪਣੀ ਸ਼ਕਤੀ ਨੂੰ ਪ੍ਰਗਟ ਨਹੀਂ ਕਰਦੇ। ਭਾਵੇਂ ਉਹਨਾਂ ਨੂੰ ਪਤਾ ਵੀ ਹੈ ਵੀ ਭਲਕੇ ਕੀ ਹੋਣਾ ਹੈ, ਉਹ ਦੁਨੀਆ ਨੂੰ ਦੱਸਦੇ ਨਹੀਂ ਵੀ ਭਲਕੇ ਇਹ ਹੋ ਜਾਣਾ ਜੀ, ਮੈਂ ਤੈਨੂੰ ਹੁਣੇ ਦੱਸ ਦਿੰਦਾ ਜੀ, ਉਹ ਨਹੀਂ ਇਹ ਕਹਿੰਦੇ ਫਿਰਦੇ, ਉਹ ਜਰ ਲੈਂਦੇ ਨੇ ਗੱਲ ਨੂੰ। ਸਤਰੂ ਮੀਤ ਵਿਖਿਆ ਸਮਤਾਈ। ਫਿਰ ਅੱਠਵਾਂ ਗੁਣ ਕੀ ਹੈ, ਉਹਦੇ ਵਾਸਤੇ ਉਸਦਾ ਦੁਸ਼ਮਣ ਤੇ ਉਹਦਾ ਮਿੱਤਰ ਇੱਕ ਬਰਾਬਰ ਹੈ, ਉਹਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ। ਸੋਕ ਹਰਖ ਪੁਨ ਮਾਨ ਅਮਾਨੂ। ਨੌਵਾਂ ਗੁਣ ਉਹਨਾਂ ਦੇ ਵਿੱਚ ਹੈ, ਉਹ ਜਿਹੜਾ ਹੈ ਸੁੱਖ ਤੇ ਦੁੱਖ ਨੂੰ ਇੱਕੋ ਜੈਸਾ ਮੰਨਦੇ ਨੇ।
ਉਹ ਜਿਹੜਾ ਹਨ ਖੁਸ਼ੀ ਤੇ ਗਮੀ ਨੂੰ ਇੱਕ ਜੈਸਾ ਜਾਣਦੇ ਹਨ। ਪੁਨ ਮਾਨ ਅਮਾਨੋ, ਤੇ ਮਾਣ ਤੇ ਅਪਮਾਨ, ਜੇ ਕੋਈ ਉਹਨਾਂ ਦਾ ਆਦਰ ਕਰੇ ਜਾਂ ਉਹਨਾਂ ਦਾ ਜਿਹੜਾ ਹੈ ਤਿਰਸਕਾਰ ਕਰੇ, ਨਿਰਾਦਰ ਕਰੇ, ਉਹਨਾਂ ਦੋਵਾਂ ਵਿੱਚ ਬਰਾਬਰ ਮੰਨਦੇ ਨੇ। ਉਹ ਨਹੀਂ ਕਹਿੰਦਾ ਵੀ ਆਦਰ ਦੇਣ ਵਾਲਾ ਚੰਗਾ, ਨਿਰਾਦਰ ਦੇਣ ਵਾਲਾ ਮਾੜਾ ਹੈ, ਐਸਾ ਨਹੀਂ ਕਹਿੰਦੇ। ਦੁੱਖ ਸੁਖ ਇਨ ਮਹਿ ਰਹਿਤ ਸਮਾਨੋ, ਦੇਖੋ ਦੁੱਖ ਤੇ ਸੁੱਖ ਇੱਕ ਜੈਸਾ ਹੈ ਉਹਨਾਂ ਵਾਸਤੇ ਇਹ ਜੀਵਨ ਦੇ ਵਿੱਚ। ਸਿਫਤ ਪਰਮੇਸ਼ਰ ਨਿਸ ਦਿਨ ਗਾਵ ਹੈ, 10ਵਾਂ ਗੁਣ ਕੀ ਹੈ? ਉਹ ਪਰਮੇਸ਼ਰ ਦੀ ਸਿਫਤ ਨੂੰ ਹਮੇਸ਼ਾ ਹੀ ਗਾਉਂਦੇ ਰਹਿੰਦੇ ਹਨ। ਨਾਮ ਸੰਗ ਨਿਜ ਬੇਸ ਬਤਾਵ ਹੈ। ਤੇ 11ਵਾਂ ਗੁਣ, ਅਖੀਰਲਾ ਗੁਣ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਇੱਥੇ ਦੱਸਦੇ ਹਨ, ਨਾਮ ਸੰਗ। ਉਹ ਸਾਰੀ ਉਮਰ ਪਰਮਾਤਮਾ ਦਾ ਨਾਮ ਜਪਦੇ ਹਨ। ਅਸ ਕਹਿ ਸ੍ਰੀ ਗੁਰ ਕਿਰਪਾ ਨਿਧਾਨਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਰੁਕਨਦੀਨ ਨੂੰ ਦਿੱਤਾ, ਤੇ ਰੁਕਨਦੀਨ ਨੂੰ ਮਹਾਰਾਜ ਨੇ ਇਹ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰਾਂ ਜੀ ਨੇ ਹਾਜ਼ਰਨਾਮਾ ਇੱਕ ਉਚਾਰਿਆ। ਇਹ ਹਾਜ਼ਰਨਾਮਾ ਜਿਹੜੇ ਹੈ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਲਤਾਨ ਵਿੱਚ ਉਚਾਰੀ ਗਈ, ਤੇ ਇਹ ਮੁਲਤਾਨ ਵਿੱਚ ਉਚਾਰੀ ਹੋਈ ਬਾਣੀ ਹਾਜ਼ਰਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਹੀਂ ਚੜਾਈ। ਸੋ ਇਹ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ, ਪਰ ਇਹ ਬਾਣੀ ਜਿਹੜੀ ਹੈ ਮੁਲਤਾਨ ਦੇ ਵਿੱਚ ਉਸ ਵੇਲੇ ਪੀਰਾਂ ਨੇ ਲਿਖ ਲਈ ਸੀਗੀ। ਸੋ ਉਹਨਾਂ ਦੇ ਲਿਖਣ ਕਰਕੇ ਮੁਲਤਾਨ ਦੇ ਵਿੱਚ ਉਹ ਪੀਰਾਂ ਨੇ ਜਿਹੜਾ ਹੈ ਆਪਣੀ ਬੋਲੀ ਦੇ ਵਿੱਚ ਤੇ ਆਪਣੀ ਜਿਹੜੀ ਹੈ ਭਾਸ਼ਾ ਵਿੱਚ ਉਹਨਾਂ ਨੇ ਲਿਖ ਲਈ ਸੀਗੀ। ਸੋ ਇਸ ਕਰਕੇ ਇਹ ਜਿਵੇਂ ਨਸੀਹਤਨਾਮਾ ਸੀਗਾ, ਇਸੇ ਤਰ੍ਹਾਂ ਹੀ ਹਾਜ਼ਰਨਾਮਾ ਹੈ। ਸੋ ਮਹਾਰਾਜ ਨੇ ਇਹ ਹਾਜ਼ਰਨਾਮਾ ਜਿਹੜਾ ਹੈ ਮੁਲਤਾਨ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ, ਉਹ ਪੀਰਾਂ ਨੂੰ ਉਪਦੇਸ਼ ਦੇਣ ਵਾਸਤੇ, ਤੇ ਉਪਦੇਸ਼ ਵੀ ਉਹਨਾਂ ਦੀ ਬੋਲੀ ਵਿੱਚ, ਉਹਨਾਂ ਦੇ ਕਲਚਰ ਨੂੰ ਮੁੱਖ ਰੱਖ ਕੇ, ਉਹਨਾਂ ਦੇ ਜਿਹੜਾ ਹਨ ਕਰਤੱਵ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਹਾਜ਼ਰਨਾਮਾ ਜਿਹੜਾ ਹੈ ਜਿਹੜਾ ਹਨ ਉੱਥੇ ਉਚਾਰਨ ਕੀਤਾ। ਹਾਜ਼ਰਨਾਮਾ ਕੀਨ ਬਖਾਨਾ। ਸੋ ਐਸਾ ਹਾਜ਼ਰਨਾਮਾ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਉਚਾਰਨ ਕੀਤਾ ਤਿਲੰਗ ਰਾਗ ਦੇ ਵਿੱਚ। ਸੋ ਤਿਲੰਗ ਰਾਗ ਦੇ ਵਿੱਚ ਸਤਿਗੁਰਾਂ ਨੇ ਉਚਾਰਨਾ ਕੀਤਾ। ਤਿਲੰਗ ਮਹੱਲਾ ਪਹਿਲਾ, ਹਾਜ਼ਰ ਕੋ ਮਿਹਰ ਹੈ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਿਲੰਗ ਮਹੱਲਾ ਪਹਿਲਾ ਆਉਂਦਾ ਹੈ। ਦੇਖੋ ਦਾ ਟਾਈਟਲ ਵੀ ਮਹੱਲਾ ਪਹਿਲਾ ਹੈ। ਸੋ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਹਾਜ਼ਰਾ ਕੋ ਮਿਹਰ ਹੈ, ਕਿਉਂਕਿ ਇਹਨਾਂ ਦੀ ਬੋਲੀ ਵਿੱਚ ਉਹ ਬੋਲੇਗਾ ਨਾ, ਆਪਾਂ ਕਹੋਗੇ ਹਾਜ਼ਰਾ, ਇਹ ਹਾਜ਼ਰਾ ਕਹਿਣਗੇ। ਸੋ ਇਹ ਜਿਹੜਾ ਹੈ ਕਹਿੰਦੇ ਜਿਹੜਾ ਹਾਜ਼ਰ ਹੈ, ਜਿਹੜਾ ਸਾਹਮਣੇ ਹੈ, ਜਿਹੜਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ, ਜਿਹਨੇ ਅੱਲਾਹ ਪਾਕ ਨੂੰ, ਖੁਦਾ ਨੂੰ ਆਪਣੇ ਸਾਹਮਣੇ ਦੇਖਦਾ ਹੈ, ਹਰ ਇੱਕ ਜੀਵ ਦੇ ਅੰਦਰ ਵਸਿਆ ਹੋਇਆ ਦੇਖਦਾ ਹੈ। ਮਹਾਰਾਜ ਕਹਿੰਦੇ ਹਾਜ਼ਰਾ ਕੋ ਮਿਹਰ ਹੈ, ਉਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ, ਬਲੇਸਿੰਗਸ ਹੈ। ਹਾਜ਼ਰਾਂ ਕੋ ਬੇਮਿਹਰ ਹੈ। ਦੇਖੋ ਜਿਹੜੇ ਬੇਹਾਜ਼ਰਾਂ ਹਨ, ਜਿਹੜੇ ਪਰਮਾਤਮਾ ਨੂੰ ਨਹੀਂ ਦੇਖਦੇ ਉਹਦੀ ਖਲਕਤ ਦੇ ਵਿੱਚ, ਜਿਹੜੇ ਪਰਮਾਤਮਾ ਨੂੰ ਅਲੱਗ ਦੇਖਦੇ ਹਨ ਵੀ ਪਰਮਾਤਮਾ ਹੋਰ ਹੈ, ਇਹ ਸੰਸਾਰ ਹੋਰ ਹੈ, ਇਹ ਜਿਹੜਾ ਹਨ ਬੰਦਾ ਹੋਰ ਹੈ, ਰੱਬ ਹੋਰ ਹੈ, ਮੈਂ ਹੋਰ ਹਾਂ, ਰੱਬ ਹੋਰ ਹੈ। ਸੋ ਇਹ ਜਿਹੜਾ ਬੇਹਾਜ਼ਰਾਂ ਹਨ ਕੋ ਬੇਮਿਹਰ, ਉਹਨਾਂ ਤੇ ਕਿਤੇ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ, ਕਿਉਂਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਉਹਦੀ ਖਲਕਤ ਵਿੱਚ ਨਹੀਂ ਦੇਖਿਆ ਉਹ ਕਿਤੇ ਵੀ ਪਰਮਾਤਮਾ ਨੂੰ ਨਹੀਂ ਦੇਖ ਸਕਦੇ। ਈਮਾਨ ਦੋਸਤ ਹੈ। ਦੇਖੋ ਈਮਾਨ ਜਿਹੜਾ ਹੁੰਦਾ ਹੈ ਉਹ ਬੰਦੇ ਦਾ ਸਭ ਤੋਂ ਵੱਡਾ ਦੋਸਤ, ਫਰੈਂਡ ਹੈ, ਉਹ ਮਿੱਤਰ ਹੈ ਬੰਦੇ ਦਾ ਈਮਾਨ। ਕਿਉਂਕਿ ਈਮਾਨ ਜਿਹੜਾ ਹੁੰਦਾ ਹੈ ਨਾ, ਇਹਨੂੰ ਫੇਥ ਵੀ ਕਹਿੰਦੇ ਆ ਈਮਾਨ ਨੂੰ। ਸੋ ਈਮਾਨ, ਫੇਥ ਜਿਹੜਾ ਹੈ ਇਹ ਬੰਦੇ ਦਾ ਸਭ ਤੋਂ ਵੱਡਾ ਦੋਸਤ ਹੁੰਦਾ ਹੈ। ਇਨਸਾਨ ਦਾ ਦੋਸਤ ਉਸਦਾ ਫੇਥ ਹੁੰਦਾ ਹੈ, ਕਿਉਂਕਿ ਹਰ ਇੱਕ ਗੱਲ ਫੇਥ ਤੋਂ ਸ਼ੁਰੂ ਹੋਣੀ ਹੈ ਤਾਂ ਉਹਨੇ ਰਿਐਲਿਟੀ ਬਣਨਾ। ਜੇ ਫੇਥ ਨਹੀਂ ਤਾਂ ਧਰਮ ਜਿਹੜਾ ਹੈ ਕੋਈ ਵੀ ਨਹੀਂ ਹੈ ਦੁਨੀਆ ਤੇ। ਸਾਰੇ ਧਰਮ ਜਿਹੜੇ ਹਨ ਫੇਥ ਤੇ ਹੀ ਖੜੇ ਹਨ। ਸੋ ਫੇਥ ਜਿਹੜਾ ਹੈ ਰੱਬ ਤੇ, ਪਰਮਾਤਮਾ ਖੁਦਾ ਤੇ ਹੋਣਾ, ਇਹੀ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਦੋਸਤ, ਇਹ ਗੁਣ ਇੱਕ ਦੋਸਤ ਹੈ ਈਮਾਨ, ਜਿਹੜਾ ਬੰਦੇ ਨੂੰ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ। ਬੇਈਮਾਨ ਕਾਫਰ ਹੈ। ਦੇਖੋ ਬੇਈਮਾਨ ਬੰਦਾ ਜਿਹਦਾ ਫੇਥ ਪਰਮਾਤਮਾ ਤੇ ਨਾ ਹੋ, ਉਹ ਅਸਲ ਕਾਫਰ ਹੈ। ਤੇ ਇਹ ਮਹਾਰਾਜ ਨੇ ਦੱਸ ਦਿੱਤਾ, ਜਿਵੇਂ ਮੁਸਲਮਾਨ ਧਰਮ ਵਿੱਚ ਮੰਨਿਆ ਜਾਂਦਾ ਵੀ ਜਿਹਨੂੰ ਅੱਲਾ ਨੂੰ ਕੋਈ ਨਹੀਂ ਮੰਨਦਾ ਉਹ ਕਾਫਰ ਹੈ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਬੇਈਮਾਨ ਬੰਦਾ ਕਾਫਰ ਹੈ, ਜਿਹਦੇ ਵਿੱਚ ਪਰਮਾਤਮਾ ਦਾ ਕੋਈ ਫੇਥ ਨਾ ਹੋਵੇ, ਜਿਹੜਾ ਪਰਮਾਤਮਾ ਨੂੰ ਨਾ ਮੰਨਦਾ ਹੋਵੇ, ਜਿਹੜਾ ਨਾਸਤਕ ਹੋਵੇ, ਪਰਮਾਤਮਾ ਦੀ ਹੋਣ ਤੋਂ ਬਿਲਕੁਲ ਇਨਕਾਰੀ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਕਾਫਰ। ਸੋ ਇਹ ਕਾਫਰ ਦੇ ਜਿਹੜੇ ਅਰਥ ਸਤਿਗੁਰਾਂ ਨੇ ਦੱਸੇ। ਤਕੱਬਰ ਕਹਿਰ ਹੈ। ਕਹਿੰਦੇ ਤਕੱਬਰ ਜਿਹੜਾ ਹੰਕਾਰ ਕਰਨਾ, ਮਹਾਰਾਜ ਕਹਿੰਦੇ ਇਹ ਕਹਿਰ ਹੈ। ਇਹ ਕਹਿਰ ਐਸਾ ਕਹਿਰ ਹੈ, ਇਹ ਜਿਹੜਾ ਹੈ ਟੌਰਚਰਸ ਹੈ, ਇਹ ਕਹਿਰ ਹੈ, ਇਹ ਬਰਬਾਦੀ ਹੈ ਦੁਨੀਆ ਦੀ। ਇਹ ਕਹਿਰ ਉਹ ਹੁੰਦਾ ਹੈ ਜਿਹਦੇ ਕਰਕੇ ਕੁਝ ਵੀ ਨਹੀਂ ਰਹਿੰਦਾ। ਕਹਿੰਦੇ ਹੰਕਾਰ ਉਹ ਚੀਜ਼ ਹੈ ਜਿਹੜਾ ਹੀਰੇ ਜੈਸੇ ਜਨਮ ਨੂੰ ਜਿਹੜਾ ਹੈ
ਬਿਲਕੁਲ ਹੀ ਖਤਮ ਕਰਕੇ ਬੰਦੇ ਨੂੰ ਪਾਪੀ ਬਣਾ ਕੇ ਨਰਕਾਂ ਨੂੰ ਤੋਰ ਦਿੰਦਾ ਹੈ। ਗੁੱਸਾ ਹਰਾਮ ਹੈ। ਦੇਖੋ ਗੁੱਸਾ ਕਰਨਾ, ਐਂਗਰੀ ਹੋਣਾ, ਹਾਂਜੀ ਕ੍ਰੋਧ ਹੋਣਾ, ਕਹਿੰਦੇ ਇਹ ਸਾਰਾ ਜਿਹੜਾ ਹੈ ਹਰਾਮ ਹੈ। ਜੇ ਕਿ ਕੋਈ ਚੀਜ਼ ਹਰਾਮ ਹੈ ਤਾਂ ਕਹਿੰਦੇ ਗੁੱਸਾ ਕਰਨਾ, ਟੂ ਬੀ ਐਂਗਰੀ, ਇਹ ਚੀਜ਼ ਜਿਹੜੀ ਹੈ ਨਾ ਇਹ ਜਿਹੜਾ ਹਰਾਮ ਹੈ, ਨਹੀਂ ਕਰਨਾ ਚਾਹੀਦਾ ਕਿਤੇ। ਨਫਸ ਸ਼ੈਤਾਨ ਹੈ। ਦੇਖੋ ਮਨ ਸ਼ੈਤਾਨ ਹੈ। ਇਹ ਮਨ ਹੀ ਹੈ ਜਿਹੜਾ ਬੰਦੇ ਤੋਂ ਕਿੰਨੇ ਪੁੱਠੇ ਸਿੱਧੇ ਕਾਰਜ ਕਰਾ ਲੈਂਦਾ ਹੈ। ਜਿਹੜਾ ਹਨ ਮੁਸਲਮਾਨ ਕਹਿੰਦੇ ਵੀ ਸ਼ੈਤਾਨ ਹੁੰਦੇ ਨੇ, ਮਹਾਰਾਜ ਕਹਿੰਦੇ ਹੋਰ ਕੋਈ ਸ਼ੈਤਾਨ ਨਹੀਂ, ਤੇਰਾ ਮਨ ਹੀ ਸ਼ੈਤਾਨ ਹੈ। ਇਹ ਮਨ ਹੀ ਸਾਰੇ ਭੈੜੇ ਕਾਰਜ ਕਰਾਉਂਦਾ ਹੈ। ਗੁਮਾਨ ਲਾਨਤੀ ਹੈ। ਦੇਖੋ ਗੁਮਾਨ ਜਿਹੜਾ ਹੈ ਐਸਾ ਗੁਮਾਨ ਜਿਹੜਾ ਹੈ ਉਹ ਕੀ ਹੈ? ਗੁਮਾਨ ਕਰਨਾ, ਕਿਸੇ ਦੇ ਚੀਜ਼ ਤੇ ਉੱਤੇ ਪ੍ਰਾਈਡ ਰੱਖਣਾ ਵੀ ਇਹ ਮੇਰੀ ਹੈ, ਇਹ ਹੈ। ਉਹ ਪ੍ਰਾਈਡ ਜਿਹੜਾ ਹੈ ਨਾ, ਕਹਿੰਦੇ ਕੋਈ ਮਾਇਆਵੀ ਚੀਜ਼ ਤੇ ਰੱਖਣਾ, ਕੋਈ ਦੁਨਿਆਵੀ ਚੀਜ਼ ਤੇ ਰੱਖਣਾ, ਆਪਣੇ ਟਾਈਟਲ ਤੇ ਰੱਖਣਾ। ਸੋ ਇਹ ਸਾਰਾ ਜਿਹੜਾ ਗੁਮਾਨ ਹੈ ਇਹ ਲਾਹਨਤੀ ਹੈ। ਜਿਹੜਾ ਹੈ ਜਿਵੇਂ ਇੰਪਰੀਕੇਸ਼ਨ ਆਪਾਂ ਕਹਿੰਦੇ ਹਾਂ, ਇਹ ਲਾਹਨਤੀ ਉਹ ਹੈ, ਜਾਂ ਇਹਨੂੰ ਕਰਸ ਵੀ ਕਿਹਾ ਜਾਂਦਾ ਹੈ। ਬਸ ਗੈਬਤ ਕਾ ਮੂੰਹ ਕਾਲਾ ਹੈ। ਦੇਖੋ ਜਿਹੜੇ ਨਿੰਦਕ ਲੋਕ ਨੇ, ਜਿਹੜੇ ਲੋਕਾਂ ਦੇ ਗੁਣਾਂ ਨੂੰ ਵੀ ਔਗਣ ਬਣਾ ਦਿੰਦੇ ਨੇ, ਜਿਹੜੇ ਗੁਣ ਜਿਹੜਾ ਕਿਸੇ ਦੀ ਸੇਵਾ ਕੀਤੀ ਹੋਈ ਨੂੰ ਵੀ ਜਿਹੜਾ ਹੈ ਉਹਨੂੰ ਬਰਬਾਦ ਕਰਨ ਵਾਸਤੇ ਉਹਦੇ ਅਗੇਂਸਟ ਵਰਤਦੇ ਹਨ। ਕਹਿੰਦੇ ਇਹ ਨਿੰਦਕ ਲੋਕ ਜਿਹੜੇ ਸਲੈਂਡਰਸ ਹਨ ਨਾ, ਮਹਾਰਾਜ ਕਹਿੰਦੇ ਇਹਨਾਂ ਦਾ ਮੂੰਹ ਕਾਲਾ, ਇਹਨਾਂ ਦਾ ਦਰਗਾਹ ਵਿੱਚ ਜਾ ਕੇ ਮੂੰਹ ਕਾਲਾ ਹੁੰਦਾ ਹੈ। ਦਿਆਨਤਦਾਰ ਸੁਰਖ ਰੋਏ ਹੈ। ਦੇਖੋ ਜਿਹੜੇ ਇਮਾਨਦਾਰ ਬੰਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਹਨ ਇਮਾਨਦਾਰੀ ਹੈ, ਜਿਹੜੇ ਕਿ ਹਮੇਸ਼ਾ ਹੀ ਜਿਹੜਾ ਹਨ ਹਮੇਸ਼ਾ ਹੀ ਫੇਰ ਪੜ੍ਹਦੀ ਦਿਆਨਤਦਾਰ ਸੁਰਖ ਰੋਏ ਹੈ। ਹਾਂ ਦੇਖੋ ਜਿਹੜਾ ਹਨ ਨਹੀਂ ਪਹਿਲਾ ਵਾਲਾ ਬੇ ਬਸ ਗੈਬਤ ਕਾ ਮੂੰਹ ਕਾਲਾ ਹੈ। ਹਾਂ ਸੋ ਇਉਂ ਕਰਕੇ ਨਿੰਦਕਾਂ ਦਾ ਮੂੰਹ ਕਾਲਾ ਹੈ। ਦਿਆਨਤਦਾਰ ਸੁਰਖ ਰੋਏ ਹੈ। ਹਾਂ ਜਿਹੜੇ ਇਮਾਨਦਾਰ ਨੇ ਉਹ ਜ਼ਰਾ ਸੁਰਖ ਰੋਏ, ਉਹਨਾਂ ਦਾ ਮੁਖ ਉਜਲ ਹੈ। ਉਹ ਹਮੇਸ਼ਾ ਮੁਖ ਉਜਲ ਲੈ ਕੇ ਪਰਮਾਤਮਾ ਦੇ ਦਰਗਾਹ ਵਿੱਚ ਜਾਂਦੇ ਨੇ। ਉਹਨਾਂ ਦਾ ਜਿਹੜਾ ਹੈ ਬਿਲਕੁਲ ਵੀ ਜਿਹੜਾ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ, ਉਹਨਾਂ ਕੋਈ ਸ਼ਿਕਾ ਨਹੀਂ ਹੁੰਦਾ, ਕੋਈ ਫਿਕਰ ਨਹੀਂ ਹੁੰਦਾ। ਉਹ ਮੂੰਹ ਉਹਨਾਂ ਦੇ ਉਜਲ ਹੁੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਜਪਿਆ ਹੈ, ਪਰਮਾਤਮਾ ਨੂੰ ਦੇਖਿਆ ਹੈ। ਬੇਦਿਆਨਤ ਸਿਆਹ ਹੋਏ ਹੈ। ਜਿਹੜੇ ਬੇਈਮਾਨ ਬੰਦੇ ਨੇ, ਜਿਹੜੇ ਕਿ ਬਿਲਕੁਲ ਵੀ ਈਮਾਨ ਵਿੱਚ ਆ ਕੇ ਵੀ ਬੇਈਮਾਨ ਵਾਲੇ ਕੰਮ ਕਰਦੇ ਨੇ, ਜਿਹੜੇ ਈਮਾਨ ਵਾਲੇ ਟਾਈਟਲ ਲੈ ਕੇ ਉਹ ਵੀ ਜਿਹੜੇ ਹਨ ਚੋਰੀ ਯਾਰੀਆਂ ਕਰਦੇ ਹਨ। ਕਹਿੰਦੇ ਉਹ ਬੰਦੇ ਜਿਹੜੇ ਕਰਪਸ਼ਨ ਲੈਂਦੇ ਹਨ ਉਹ ਸਿਆਹ ਹੋਏ, ਉਹ ਕਾਲੇ ਹੋ ਗਏ, ਉਹਨਾਂ ਨੂੰ ਸਾੜ ਕੇ ਨਰਕਾਂ ਵਿੱਚ ਜਿਹੜਾ ਸੁਆਹ ਕੀਤਾ ਜਾਏਗਾ। ਅਕਿਰਤ ਘਨ ਜ਼ਰਦ ਰੂਏ ਹੈ। ਦੇਖੋ ਜਿਹੜੇ ਅਕਿਰਤ ਘਨ ਨੇ, ਅਕਿਰਤ ਘਨ ਉਹ ਬੰਦੇ ਹੁੰਦੇ ਨੇ ਜਿਹੜਾ ਕਿਸੇ ਦਾ ਗੁਣ ਕੀਤਾ ਹੋਇਆ ਭੁਲਾ ਦੇਣ, ਕਿਸੇ ਦੀ ਚੰਗਿਆਈ ਕੀਤੀ ਭੁਲਾ ਦੇਣ। ਜਿਹੜੇ ਕਿਸੇ ਨੇ ਔਖੇ ਟਾਈਮ ਤੇ ਕੋਈ ਮਦਦ ਕੀਤੀ ਹੋਵੇ, ਜਾਂ ਕਿਸੇ ਨੇ ਕੋਈ ਵਿਦਿਆ ਕਿਸੇ ਨੂੰ ਪੜ੍ਹਾਈ ਹੋਵੇ, ਉਹ ਵਿਦਿਆ ਤੋਂ ਇਨਕਾਰੀ ਹੋ ਜਾਣ, ਉਹ ਅਕਿਰਤ ਕਰਨ ਹੋ ਜਾਣ। ਜਿਵੇਂ ਕੋਈ ਮਾਂ-ਬਾਪ ਨੂੰ ਭੁੱਲ ਜਾਂਦਾ ਹੈ, ਉਹਨਾਂ ਦੇ ਕੀਤੇ ਹੋਏ ਜਿਹੜੀ ਸੇਵਾ ਨੂੰ ਉਹ ਭੁਲਾ ਦਿੰਦੇ ਨੇ, ਉਹ ਅਕਿਰਤ ਘਨ ਨੇ। ਕਹਿੰਦੇ ਉਹ ਅਕਿਰਤ ਘਨ ਜਿਹੜੇ ਹਨ ਉਹ ਜਾ ਕੇ ਦਰਗਾਹ ਵਿੱਚ ਸ਼ਰਮਿੰਦੇ ਹੁੰਦੇ ਨੇ, ਉਹਨਾਂ ਨੂੰ ਜਿਹੜੀ ਹੈ ਸ਼ਰਮਸ਼ਾਰ ਕੀਤਾ ਜਾਂਦਾ ਹੈ। ਬਦਨੀਅਤ ਨਾ ਪਾਕ ਹੈ। ਦੇਖੋ ਜਿਹੜੇ ਬਦ ਨੀਅਤ, ਜਿਹੜੀ ਭੈੜੀ ਨੀਅਤ ਵਾਲੇ, ਜਿਹੜੇ ਭੈੜੇ ਜਿਹੜੇ ਹਨ ਕਿਸੇ ਤੇ ਜਿਹੜਾ ਹਨ ਬੁਰਾ ਸੋਚਣ ਵਾਲੇ, ਬੁਰਾ ਚਿਤਰਵਨ ਵਾਲੇ, ਜੋ ਕਿਸੇ ਦਾ ਬੁਰਾ ਚਾਹੁੰਦੇ ਹਨ, ਉਹ ਜਿਹੜੇ ਅਪਵਿੱਤਰ ਹਨ, ਉਹ ਜਿਹੜੇ ਹਨ ਇੰਪਿਓਰ ਹਨ। ਮੋਮ ਦਿਲ ਪਾਕ ਹੈ। ਜਿਹੜੇ ਮੋਮ ਦਿਲ ਹਨ, ਜਿਨ੍ਹਾਂ ਦੇ ਦਿਲ ਕੋਮਲ ਹਨ, ਜਿਹੜੇ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ, ਕਿਸੇ ਦੀ ਪੀੜਾ ਨੂੰ ਨਹੀਂ ਦੇਖ ਸਕਦੇ, ਕਹਿੰਦੇ ਉਹ ਪਵਿੱਤਰ ਹਨ। ਬੇਹਿਰਸ ਔਲੀਆ ਹੈ। ਕਹਿੰਦੇ ਬੇਹਿਰਸ, ਬੇਲਾਲਚੀ, ਜਿਨ੍ਹਾਂ ਦੇ ਵਿੱਚ ਲਾਲਚ ਨਹੀਂ ਹੈ, ਕਹਿੰਦੇ ਬੇਲਾਲਚੀ ਔਲੀਆ ਹੈ, ਉਹ ਵਲੀ ਹਨ, ਉਹ ਪ੍ਰੋਫਿਟਸ ਹਨ, ਜਿਨ੍ਹਾਂ ਦੇ ਮਨ ਵਿੱਚ ਬਿਲਕੁਲ ਵੀ ਲਾਲਚ ਨਹੀਂ ਹੈ, ਜੋ ਵੀ ਕੋਈ ਵੀ ਚੀਜ਼ ਨਹੀਂ ਚਾਹੁੰਦੇ, ਜੋ ਉਹ ਸਿਰਫ ਦੇਣਾ ਹੀ ਚਾਹੁੰਦੇ ਹਨ, ਕੁਝ ਲੈਣਾ ਨਹੀਂ ਚਾਹੁੰਦੇ। ਕਹਿੰਦੇ ਉਹ ਜਿਹੜੇ ਹੁੰਦੇ ਹਨ ਉਹ ਵਲੀ ਹਨ, ਉਹ ਪ੍ਰੋਫਿਟਸ ਹਨ। ਹਿਰਸਮੰਦ ਫਾਜਰਨ ਹੈ। ਕਹਿੰਦੇ ਜਿਹੜੇ ਕਿ ਲਾਲਚੀ ਹਨ ਉਹ ਪਾਪੀ ਹਨ। ਉਹ ਜਿਹੜੇ ਲਾਲਚ ਕਰਦੇ ਨੇ, ਭਾਵੇਂ ਉਹ ਵਲੀ ਹੋਵੇ, ਆਪਣੇ ਆਪ ਨੂੰ ਕੁਹਾਵੇ, ਭਾਵੇਂ ਪੀਰ ਖੁਆਵੇ, ਭਾਵੇਂ ਆਪਣੇ ਆਪ ਨੂੰ ਸਾਧੂ ਖੁਆਵੇ, ਪਰ ਕਹਿੰਦੇ ਜੇ ਅਗਰ ਉਹਦਾ ਮਨ ਲਾਲਚੀ ਆ ਨਾ, ਮਹਾਰਾਜ ਕਹਿੰਦੇ ਅਸਲ ਵਿੱਚ ਉਹ ਪਾਪੀ ਹੈ। ਦਰੋਗ ਦੋਜ਼ਖ ਹੈ। ਦੇਖੋ ਦਰੋਗ ਕਹਿੰਦੇ ਜਿਹੜਾ ਝੂਠ ਹੈ ਨਾ, ਉਹ ਨਰਕ ਹਨ। ਨਰਕ ਕੀ ਆ? ਝੂਠ, ਜਿਹੜੀ ਕਿਸੇ ਦੀ ਚੀਜ਼ ਨੂੰ ਖਾਣਾ, ਕਿਸੇ ਦੀ ਖਾਧੀ ਹੋਈ ਚੀਜ਼ ਨੂੰ ਖਾਣਾ, ਉਹਨੂੰ ਕਹਿੰਦੇ ਹਨ ਇਹ ਜਿਹੜਾ ਝੂਠ ਹੈ ਨਾ, ਇਹ ਐਸਾ ਹੀ ਹੈ।
ਝੂਠ ਤੇ ਝੂਠ ਦਾ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜਾ ਝੂਠ ਹੁੰਦਾ ਹੈ ਨਾ ਉਹ ਹਮੇਸ਼ਾ ਹੀ ਨਰਕਾਂ ਵਿੱਚ ਲੈ ਕੇ ਜਾਂਦਾ ਹੈ, ਤੇ ਝੂਠ ਜਿਹੜਾ ਹਮੇਸ਼ਾ ਝੂਠ ਹੀ ਹੁੰਦਾ ਹੈ, ਕਿਉਂਕਿ ਉਹ ਜਿਹੜੀ ਹਨ ਕਿਸੇ ਦੀ ਜਿਵੇਂ ਝੂਠ ਖਾਣੀ ਹੁੰਦੀ ਹੈ, ਇਹ ਝੂਠ ਇਸ ਤਰ੍ਹਾਂ ਦਾ ਹੈ। ਝੂਠ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਬੰਦਾ ਉਹਨੂੰ ਕ੍ਰੀਏਟ ਕਰਦਾ ਹੈ, ਉਹ ਪਰਮਾਤਮਾ ਦਾ ਸ਼ਰੀਕ ਬਣਦਾ ਹੈ, ਇਸੇ ਕਰਕੇ ਉਹਨੂੰ ਨਰਕਾਂ ਵਿੱਚ ਭੇਜਿਆ ਜਾਂਦਾ ਹੈ। ਸੱਚ ਭਿਸਤ ਹੈ। ਜਿਹੜਾ ਸੱਚ ਹੈ ਉਹ ਹੈਵਨ ਹੈ, ਉਹ ਜੰਨਤ ਹੈ, ਉਹ ਸਵਰਗ ਹਨ। ਬਦ ਜ਼ੁਬਾਨ ਫਿੱਕਾ ਹੈ। ਕਹਿਣਗੇ ਭੈੜੀ ਜ਼ੁਬਾਨ ਵਾਲਾ ਬੰਦਾ ਜਿਹੜਾ ਭੈੜਾ ਹੀ ਬੋਲੇ, ਫਿੱਕਾ ਹੀ ਬੋਲੇ, ਦਿਲ ਦਿਖਾਉਣ ਵਾਸਤੇ ਕਿਸੇ ਨੂੰ ਗੱਲਾਂ ਕਰੇ, ਜੋ ਵੀ ਗੱਲ ਕਰਨੀ ਆ ਉਹ ਕਰਨੀ ਹੈ ਜਿਹਦਾ ਸੁਣ ਕਰਕੇ ਕਿਸੇ ਦਾ ਦਿਲ ਦੁੱਖ ਜਾਵੇ, ਜਿਹੜਾ ਦਿਨ ਕਿਸੇ ਦਾ ਖਰਾਬ ਹੋ ਜਾਵੇ, ਐਸੇ ਭੈੜੇ ਬੰਦੇ ਜਿਹੜੇ ਹੁੰਦੇ ਹਨ ਕਹਿੰਦੇ ਉਹ ਫਿੱਕਾ, ਉਹਨਾਂ ਦੇ ਜ਼ਿੰਦਗੀ ਵਿੱਚ ਫਿੱਕਾਪਣ ਆ ਜਾਂਦਾ ਹੈ, ਉਹਨਾਂ ਨੂੰ ਸਭ ਕੁਝ ਫਿੱਕਾ ਹੀ ਲੱਗਦਾ ਹੈ। ਦਰਦਵੰਦ ਦਰਵੇਸ਼ ਹੈ। ਦੇਖੋ ਜਿਹੜੇ ਦਰਦਵੰਦ ਹਨ, ਕਿਸੇ ਦਾ ਦੁੱਖ ਨੂੰ ਲੈ ਕੇ ਉਹ ਵੀ ਦੁਖੀ ਹੁੰਦੇ ਨੇ, ਉਹ ਸੋਚਦੇ ਨੇ ਵੀ ਇਹਦਾ ਦੁੱਖ ਕਿਵੇਂ ਅਸੀਂ ਦੂਰ ਕਰੀਏ, ਕਿਵੇਂ ਇਹਦੀ ਮਦਦ ਕਰੀਏ, ਉਹ ਦੁੱਖ ਵਿੱਚ ਆ ਕੇ ਖੜਦੇ ਹਨ, ਕਹਿੰਦੇ ਉਹ ਹੁੰਦੇ ਨੇ ਦਰਵੇਸ਼। ਉਹ ਆ ਪਰਮਾਤਮਾ ਦੇ ਦਰ ਤੇ ਖੜੇ ਜੋ ਪਰਮਾਤਮਾ ਨੂੰ ਉਡੀਕਦੇ ਹਨ, ਉਹਨਾਂ ਨੂੰ ਦਰਵੇਸ਼ ਕਿਹਾ ਹੈ, ਸੰਤ ਵੀ ਕਿਹਾ ਜਾਂਦਾ ਹੈ। ਬੇਦਰਦ ਕਸਾਈ ਹੈ। ਦੇਖੋ ਬੇਦਰਦ, ਜਿਹਦੇ ਕੋਲ ਦਰਦ ਨਹੀਂ ਕਿਸੇ ਦਾ, ਜੇ ਕਿਸੇ ਬੰਦੇ ਨੂੰ ਤੜਫਦਾ ਦੇਖੇ, ਕੋਈ ਜਾਨਵਰ ਨੂੰ ਤੜਫਦਾ ਦੇਖੇ ਤੇ ਇਹ ਖੁਸ਼ ਹੋਵੇ ਵੀ ਚੰਗਾ ਹੋਇਆ, ਕਹਿੰਦਾ ਉਹ ਬੰਦਾ ਬੁੱਚੜ ਹੈ, ਉਹ ਕਸਾਈ ਹੈ, ਉਹ ਬੰਦਾ ਨਹੀਂ। ਕਹਿੰਦੇ ਉਹ ਬੰਦੇ ਜਿਹੜੇ ਬੇਦਰਦ ਹਨ, ਕਿਸੇ ਦੇ ਦੁੱਖ ਨੂੰ ਦੇਖ ਕੇ ਹੱਸਦੇ ਨੇ, ਖੁਸ਼ ਹੁੰਦੇ ਨੇ, ਕਹਿੰਦੇ ਉਹ ਕਸਾਈ ਲੋਕ ਹਨ। ਰੋਜ਼ੀ ਬਖਸ਼ ਰਹੀਮ ਹੈ। ਕਹਿਣਗੇ ਦੇਖੋ ਜੋ ਰੋਜ਼ੀ ਬਖਸ਼, ਜੋ ਕਿਸੇ ਨੂੰ ਖਾਣਾ ਦਿੰਦੇ ਨੇ, ਜੋ ਪਰਮਾਤਮਾ ਦਾ ਜਿਹੜਾ ਹੈ ਜੀਵ ਜਾਣ ਕੇ ਸਾਰਿਆਂ ਨੂੰ ਖਾਣਾ ਦਿੰਦੇ ਨੇ, ਕਹਿੰਦੇ ਉਹ ਰਹੀਮ ਹੈ। ਉਹ ਜਿਹੜਾ ਹਨ ਉਹ ਰਹੀਮ ਦਾ ਗੁਣ ਜਿਹੜਾ ਪਰਮਾਤਮਾ ਦਾ ਨਾ ਉਹਨਾਂ ਦੇ ਵਿੱਚ ਹੈ, ਉਹ ਰਹੀਮ ਹਨ, ਰੋਜੀ ਨੂੰ ਦੇਣ ਵਾਲੇ, ਰਹਿਮਤਾਂ ਨੂੰ ਕਰਨ ਵਾਲੇ ਹਨ, ਜਿਹੜੇ ਦੂਜਿਆਂ ਨੂੰ ਵੀ ਦੂਜਿਆਂ ਦੀ ਭੁੱਖ ਸਮਝ ਕੇ ਵੀ ਉਹਨਾਂ ਨੂੰ ਖਾਣਾ ਦਿੰਦੇ ਹਨ। ਇਲਮ ਹਲੀਮੀ ਹੈ। ਇਲਮ ਜਿਹੜੀ ਹੈ ਵਿਦਿਆ ਇਲਮ ਹੈ। ਕਹਿੰਦੇ ਜਿਹੜੀ ਵਿਦਿਆ ਹੈ, ਐਡੂਕੇਸ਼ਨ ਹੈ, ਉਹ ਕੀ ਹੈ? ਉਹ ਨਿਮਰਤਾ ਹੈ। ਕਹਿੰਦੇ ਨਿਮਰਤਾ ਉਹਦੇ ਵਿੱਚ ਹੋਵੇਗੀ ਜਿਹਦੇ ਕੋਲ ਜਿਹੜਾ ਇਲਮ ਹੋਵੇਗਾ, ਜਿਹੜਾ ਕੋਈ ਪੜ੍ਹਿਆ ਲਿਖਿਆ ਹੋਵੇਗਾ, ਉਹਨੂੰ ਪਤਾ ਹੁੰਦਾ ਮੈਂ ਕਿੰਨਾ ਕੁ ਜਾਣਦਾ ਹਾਂ। ਅਨਪੜ੍ਹ ਬੰਦਾ ਤਾਂ ਇਕੱਲਾ ਬੈਠਾ ਹੀ ਜਿਹੜਾ ਰੱਬ ਬਣਿਆ ਬੈਠਾ ਰਹਿੰਦਾ ਹੈ ਕਿ ਮੇਰੇ ਤੋਂ ਹੁਸ਼ਿਆਰ ਹੋਰ ਕੌਣ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਵਿਦਿਆ ਕੀ ਹੈ। ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹ ਚੁੱਪ ਰਹਿੰਦਾ ਹੈ, ਉਹਨੂੰ ਪਤਾ ਵੀ ਮੈਨੂੰ ਬਹੁਤ ਥੋੜਾ ਪਤਾ ਹੈ। ਸੀ ਟੂ ਲਰਨ ਨੌਲੇਜ ਇਜ਼ ਟੂ ਨੋ ਹਾਊ ਲਿਟਲ ਯੂ ਨੋ। ਲੋਕਾਂ ਨੇ ਇਹ ਕਿਹਾ ਹੈ ਵਿਦਿਆ ਉਹ ਚੀਜ਼ ਹੈ ਜਿਹੜੀ ਆਪਾਂ ਨੂੰ ਰੀਅਲਾਈਜੇਸ਼ਨ ਦਿੰਦੀ ਹੈ ਕਿ ਆਪਾਂ ਕਿੰਨਾ ਥੋੜਾ ਜਾਣਦੇ ਹਾਂ। ਇਹ ਚੀਜ਼ ਹੈ, ਕਹਿੰਦੇ ਇਸ ਤਰ੍ਹਾਂ ਦੇਖੋ ਮਹਾਰਾਜ ਦਾ ਬਚਨ ਜਿਹੜਾ ਹੈ ਹਲੀਮੀ, ਉਹ ਨਿਮਰਤਾ ਨੂੰ ਪੈਦਾ ਕਰਦੀ ਹੈ। ਜੋ ਵਿਦਿਆ ਹੈ ਹੰਕਾਰ ਨੂੰ ਨਹੀਂ। ਉਹ ਬੰਦਾ ਜਿਹੜਾ ਹੰਕਾਰ ਕਰਦਾ ਨਾ ਵਿਦਿਆ ਤੇ, ਉਹਨੇ ਥੋੜੀ ਪੜ੍ਹੀ ਹੁੰਦੀ ਹੈ। ਜਿਹਨੇ ਜ਼ਿਆਦਾ ਪੜ੍ਹੀ ਉਹ ਹਲੀਮੀ ਹੁੰਦਾ, ਨਿਮਰਤਾ ਵਿੱਚ ਆਉਂਦਾ ਹੈ। ਤਵੱਜਾ ਬੁਲੰਦੀ ਹੈ। ਤਵੱਜਾ ਜਿਹੜਾ ਧਿਆਨ ਦੇਣਾ, ਇਹੀ ਬੁਲੰਦੀ ਹੈ। ਧਿਆਨ ਹੀ ਹੈ ਜਿਹੜਾ ਬੁਲੰਦੀ, ਜਿਵੇਂ ਇੱਕ ਅੱਗ ਦਾ ਜਿਹੜਾ ਹੈ ਉਹ ਜਿਹੜੀ ਇਗਨੀਸ਼ਨ ਹੈ ਉੱਤੇ ਨੂੰ ਉੜਦੀ ਹੈ। ਕਹਿੰਦੇ ਤਵੱਜਾ ਧਿਆਨ ਹੀ ਪਰਮਾਤਮਾ ਨਾਲ ਜੋੜਦਾ ਹੈ। ਖੈਰਵੰਦ ਸਤੀ ਹੈ। ਭਲਾਈ, ਸੋ ਇਹ ਭਲਾਈ ਕਰਨ ਵਾਲਾ ਹੀ ਸਤੀ ਹੈ। ਸਤੀ ਉਹ ਹੁੰਦਾ ਹੈ ਜੋ ਸਤ ਨੂੰ ਧਾਰਨ ਕਰਦਾ ਹੈ। ਬੇਖੈਰ ਬਖੀਲ ਹੈ। ਬੇਖੈਰ ਜਿਹਦੇ ਵਿੱਚ ਖੈਰ ਨਹੀਂ, ਜਿਹਦੇ ਵਿੱਚ ਭਲਾਈ ਨਹੀਂ, ਜੋ ਚੰਗਿਆਈ ਨਹੀਂ ਕਿਸੇ ਦੀ ਕਰਦਾ, ਕਹਿੰਦੇ ਬਖੀਲ ਹੈ। ਉਹ ਜਿਹੜਾ ਹੈ ਕੰਜੂਸ ਹੈ, ਉਹ ਈਰਖਾ ਕਰਨ ਵਾਲਾ ਬੰਦਾ ਹੈ। ਉਹ ਜਿਹੜਾ ਕੰਜੂਸ ਹੋਣ ਕਰਕੇ ਬਖੀਲ ਜਿਹੜਾ ਹੁੰਦਾ ਹੈ, ਕੰਜੂਸ ਜਿਹੜਾ ਮਾਇਆ ਨੂੰ ਬਿਲਕੁਲ ਨਹੀਂ ਕੱਢਦਾ। ਕਹਿੰਦੇ ਇਸੇ ਪ੍ਰਕਾਰ ਕਰਕੇ ਖੈਰਵੰਦ ਤਾਂ ਉਹ ਹੋਇਆ ਜੋ ਸਤੀ ਹੁੰਦਾ ਹੈ, ਜੋ ਸਤ ਨੂੰ ਅੱਗੇ ਰੱਖ ਕੇ ਆਪਣਾ ਧਨ ਪਰਮਾਤਮਾ ਦਾ ਮੰਨਦਾ ਹੈ। ਜਿਹੜਾ ਬੇਖੈਰ ਹੋਵੇ ਉਹ ਧਨ ਨੂੰ ਆਪਣਾ ਜਾਣਦਾ, ਇਸ ਕਰਕੇ ਉਹ ਕੰਜੂਸ ਹੁੰਦਾ ਹੈ। ਉਹ ਇਹੀ ਸੋਚਦਾ ਹੈ ਕਿ ਜੇ ਮੈਂ ਦੇਤਾ ਮੇਰੇ ਤੋਂ ਘਟ ਜਾਊਗਾ, ਮੇਰੇ ਤੋਂ ਹੋਰ ਨਹੀਂ ਮੈਨੂੰ ਮਿਲਣਾ, ਜਿਹੜਾ ਮਿਲ ਗਿਆ ਮੈਂ ਸੰਭਾਲਿਆ, ਮੈਂ ਹੁਣ ਜੇ ਦੇਤਾ ਮੇਰੇ ਤੋਂ ਘਟ ਜਾਣਾ ਹੈ। ਉਹਦਾ ਧਨ ਜਿਹੜਾ ਹੈ ਹਮੇਸ਼ਾ ਹੀ ਲਿਮਿਟਡ ਹੁੰਦਾ ਹੈ। ਜਿਵੇਂ ਜਿਹੜੇ ਸਤੀ ਹਨ ਉਹਨਾਂ ਵਾਸਤੇ ਇਹ ਸਾਰਾ ਹੀ ਧਨ ਪਰਮਾਤਮਾ ਦਾ ਹੈ। ਜਿਵੇਂ ਇੱਕ ਸਮੁੰਦਰ ਦੇ ਪਾਣੀ ਨੂੰ ਕੱਢੀ ਜਾਓ ਤੇ ਫਿਕਰ ਨਹੀਂ ਹੁੰਦਾ ਵੀ ਸਮੁੰਦਰ ਨੇ ਘਟ ਜਾਣਾ ਹੈ। ਪਰ ਜੇ ਇੱਕ ਪੂਲ ਹੋਵੇ ਜਾਂ ਇੱਕ ਟੈਂਕ ਹੋਵੇ, ਉਹ ਕੰਜੂਸ ਦਾ ਧਨ ਇੱਕ ਟੈਂਕ ਦੇ ਪਾਣੀ ਜਿੰਨਾ ਉਹ ਕੱਢਦਾ ਵੀ, ਉਹਨੂੰ ਜਿਹੜਾ ਹੈ ਇਹ ਫਿਕਰ ਲੱਗ ਜਾਂਦਾ ਹੈ ਕਿ ਮੇਰਾ ਟੈਂਕ ਖਾਲੀ ਹੋ ਜਾਣਾ, ਹੋ ਵੀ ਜਾਣਾ, ਇਹ ਵੀ ਠੀਕ ਹੈ। ਇਸ ਕਰਕੇ ਜੇ ਪਰਮਾਤਮਾ ਦਾ ਆਪਾਂ ਧਨ ਸਮਝਾਂਗੇ ਤਾਂ ਉਹਦੇ ਵਿੱਚ ਬਰਕਤ ਹੈ,
ਉਹ ਕਿਤੇ ਨਹੀਂ ਮੁੱਕਦਾ। ਸੋਰ ਜ਼ੁਲਮ ਹੈ। ਕਹਿਣਗੇ ਜ਼ੋਰ ਕਰਨਾ ਆਪਣੇ ਜਿਹੜਾ ਹਨ ਕਿਸੇ ਨੂੰ ਫੋਰਸ ਕਰਨਾ, ਫੋਰਸਫੁਲੀ ਆਪਣੀ ਗੱਲ ਮਨਾਉਣੀ ਕਿਸੇ ਤੋਂ, ਇਹਨੂੰ ਕਹਿੰਦੇ ਆ ਜ਼ੋਰ। ਕਹਿਣਗੇ ਕਿਸੇ ਨੂੰ ਜਿਹੜਾ ਕੁੱਟ ਮਾਰ ਕੇ ਮਨਾਉਣਾ ਜਾਂ ਜਿਹੜਾ ਹੈ ਆਪਣੀ ਗੱਲ ਨੂੰ ਸਿੱਧ ਕਰਨ ਵਾਸਤੇ ਕਿਸੇ ਦਾ ਨੁਕਸਾਨ ਕਰਨਾ, ਕਹਿੰਦੇ ਇਹ ਜ਼ੁਲਮ ਹੈ। ਇਹਨੂੰ ਜ਼ੁਲਮ ਕਹਿੰਦੇ ਹਨ। ਬੇਜ਼ੋਰ ਪਾਕ ਹੈ। ਜਿਹੜਾ ਕਿਸੇ ਤੇ ਜ਼ੋਰ ਨਹੀਂ ਕਰਦਾ, ਕਿਸੇ ਨੂੰ ਫੋਰਸਫੁਲੀ ਮਨਾਉਂਦਾ ਕੋਈ ਨਹੀਂ, ਕਹਿੰਦੇ ਉਹ ਪਵਿੱਤਰ ਹੈ। ਮੁਸਾਫਾ ਸਿਫਤ ਹੈ। ਕਹਿਣਗੇ ਹਾਜ਼ਰ ਜਿਹੜਾ ਹਨ, ਹਾਜ਼ਰ ਜਵਾਬੀ, ਜਿਹੜਾ ਹਾਜ਼ਰ ਜਵਾਬ ਹੁੰਦਾ ਹੈ ਉਹਨੂੰ ਮੁਸਾਫਾ ਕਹਿੰਦੇ ਹਨ। ਜਿਵੇਂ ਕਿ ਜੋ ਸਵਾਲ ਕੀਤਾ ਉਸੇ ਵੇਲੇ ਜਵਾਬ ਆ ਜਾਣਾ, ਉਹਨੂੰ ਹਾਜ਼ਰ ਜਵਾਬੀ ਕਹਿੰਦੇ ਹਾਂ। ਵੀ ਉਸਦਾ ਜਵਾਬ, ਉਹਦਾ ਆਨਸਰ ਜਿਹੜਾ ਹੁੰਦਾ ਉਹ ਤਿਆਰੇ ਹੁੰਦਾ ਹੈ। ਸਵਾਲ ਕਰਨ ਦੀ ਦੇਰ ਹੈ, ਉਹਨੂੰ ਜਵਾਬ ਦੇ ਦੇਣਾ, ਉਹਨੂੰ ਹਾਜ਼ਰ ਜਵਾਬੀ ਕਿਹਾ ਜਾਂਦਾ ਹੈ। ਸੋ ਕਹਿੰਦੇ ਇਹ ਮੁਸਾਫਾ, ਇਹ ਸਿਫਤ ਹੈ। ਪਰਮਾਤਮਾ ਕਿਸੇ ਨੂੰ ਇਹ ਗੁਣ ਦਿੰਦਾ ਹੈ ਜਿਹੜਾ ਹਾਜ਼ਰ ਜਵਾਬੀ ਹੁੰਦਾ ਹੈ। ਜਿਸ ਤਰ੍ਹਾਂ ਆਪ ਜੀ ਨੇ ਸੰਤ ਜਰਨੈਲ ਸਿੰਘ ਭਿੰਡਰਿਆਂ ਵਾਲਿਆਂ ਦੇ ਜੋ ਆਪ ਜੀ ਨੇ ਉਹਨਾਂ ਦੇ ਇੰਟਰਵਿਊ ਸੁਣੇ ਹੋਣਗੇ, ਦੇਖੋ ਕਿਵੇਂ ਉਹ ਹਾਜ਼ਰ ਜਵਾਬੀ ਨੇ। ਭਾਵੇਂ ਉਹਨਾਂ ਨੂੰ ਕਿਹੜਾ ਵੀ ਸਵਾਲ ਕਿਸੇ ਟਾਈਮ ਵੀ ਕਰ ਦਿਓ, ਉਹਨਾਂ ਨੇ ਜਵਾਬ ਦੇਖੋ ਕਿੰਨਾ ਸੋਹਣਾ ਦੇਣਾ। ਉਹਨੇ ਬੰਦੇ ਨੂੰ, ਸੁਣਨ ਵਾਲੇ ਨੂੰ ਤਸੱਲੀ ਕਰਾ ਦੇਣੀ ਹੈ, ਭਾਵੇਂ ਕਿੱਡਾ ਵੀ ਜਿਹੜਾ ਹੈ ਗੁੰਝਲਦਾਰ, ਕੰਪਲੀਕੇਟਡ, ਆਰਗੂਮੈਂਟਲ ਉਹ ਇਸ਼ੂ ਹੋਵੇ, ਉਹਨਾਂ ਨੇ ਬੜੇ ਸੌਖੇ ਤਰੀਕੇ ਦੇ ਨਾਲ ਉਹਨੂੰ ਹੱਲ ਕਰਕੇ ਦੱਸ ਦੇਣਾ ਹੈ। ਇਹਨੂੰ ਹਾਜ਼ਰ ਜਵਾਬੀ ਕਹਿੰਦੇ ਹਾਂ। ਹਿਕਮਤ ਕਤੇਬ ਹੈ। ਕਹਿੰਗੇ ਹਿਕਮਤ, ਸੇਵਾ ਕਰਨੀ, ਇਹੀ ਕਤੇਬ ਹੈ। ਜਿਵੇਂ ਕੁਰਾਨ ਹੈ ਨਾ, ਕਹਿੰਦੇ ਕੁਰਾਨ ਕੀ ਹੈ? ਸੇਵਾ ਕਰਨੀ। ਸਭ ਤੋਂ ਵੱਡੀ ਕਿਤਾਬ ਜਿਹੜੀ ਹੈ ਦੁਨੀਆ ਦੀ, ਜਾਂ ਬੁੱਕ ਆਫ ਨੌਲੇਜ ਜਿਹੜਾ ਹੈ, ਬੁੱਕ ਆਫ ਫੇਥ ਜਿਹੜਾ ਹੈ, ਸਭ ਤੋਂ ਵੱਡਾ ਕਿਹੜਾ ਹੈ? ਕਹਿੰਦੇ ਹਿਕਮਤ, ਸੇਵਾ ਕਰਨੀ। ਸੇਵਾ ਤੋਂ ਵੱਡੀ ਹੋਰ ਕਿਤਾਬ ਨਹੀਂ ਕੋਈ ਹੈਗੀ। ਦੁਆਏ ਦੌਲਤ ਹੈ। ਦੇਖੋ ਦੁਆ ਕਿਸੇ ਨੂੰ ਕਰਨੀ, ਦੁਆ ਮੰਗਣੀ ਪਰਮਾਤਮਾ ਤੋਂ, ਪਰਮਾਤਮਾ ਦੇ ਅੱਗੇ ਜਿਹੜਾ ਹਨ ਨਰਮਸਤਕ ਹੋਣਾ, ਪਰਮਾਤਮਾ ਦੇ ਅੱਗੇ ਖੜ ਕੇ ਮੰਗਣਾ, ਅਰਦਾਸ ਕਰਨੀ। ਜਾਂ ਕਹਿੰਦੇ ਜਿਹੜੇ ਹਨ ਦੁਆ, ਕਿਸੇ ਨੂੰ ਦੁਆ ਦੇਣੀ, ਕਿਸੇ ਨੂੰ ਕਹਿਣਾ ਤੇਰਾ ਕੰਮ ਭਲਾ ਹੋਵੇ, ਤੇਰਾ ਕੰਮ ਪੂਰਾ ਹੋ ਜਾਵੇ, ਤੇਰਾ ਭਲਾ, ਤੇਰਾ ਜੀਵਨ ਜਿਹੜਾ ਸੁੱਖਾਂ ਦੇ ਨਾਲ ਭਰਿਆ ਹੋਵੇ, ਇਹ ਦੁਆ ਹੈ। ਕਹਿੰਦੇ ਇਹੀ ਦੌਲਤ ਹੈ। ਅਸਲੀ ਦੌਲਤ ਤਾਂ ਇਹੀ ਹੈ ਮਾਇਆ। ਬਦ ਦੁਆਏ ਕਹਿਰ ਹੈ। ਦੇਖੋ ਬਦ ਦੁਆਏ, ਕਿਸੇ ਨੂੰ ਬਦ ਦੁਆ ਦੇਣੀ, ਸਰਾਪ ਦੇਣਾ, ਉਹ ਕਹਿੰਦੇ ਕਹਿਰ ਹੈ। ਉਹ ਕਹਿਰ, ਉਹ ਡਿਸਟਰਕਸ਼ਨ ਨੂੰ ਪੈਦਾ ਕਰਨ ਵਾਲਾ ਹੈ। ਜਿਹੜਾ ਕਹਿੰਦੇ ਤੂੰ ਜਾ ਮਰ ਜਾ, ਤੇਰਾ ਇਹ ਹੋ ਜਾਵੇ, ਤੇਰਾ ਘਾਟਾ ਪੈ ਜਾਵੇ, ਤੇਰਾ ਇਹ ਹੋ ਜਾਵੇ, ਇਹ ਜਿਹੀਆਂ ਜਿਹੜੀਆਂ ਗੱਲਾਂ ਕਰਨੀਆਂ ਉਹਨੂੰ ਬਦ ਦੁਆਏ ਕਹਿੰਦੇ ਹਾਂ। ਕਹਿੰਦੇ ਇਹ ਕਹਿਰ ਹੈ। ਇਨਸਾਫ ਸਾਫ ਹੈ। ਕਹਿਣਗੇ ਇਨਸਾਫ ਕਰਨਾ, ਜਸਟਿਸ ਕਰਨੀ, ਇਹ ਸਾਫ, ਇਹ ਪਿਓਰਿਟੀ ਹੈ। ਚੋਰੀ ਲਾਲਚ ਹੈ। ਚੋਰੀ ਕਰਨੀ ਇਹ ਲਾਲਚ ਹੈ, ਇਹ ਗ੍ਰਿਡ ਹੈ। ਯਾਰੀ ਪਲੀਤੀ ਹੈ। ਯਾਰੀ ਜਿਹੜੀ ਹਨ, ਯਾਰੀ ਕਰਨੀ, ਜਿਹੜਾ ਹਨ ਆਊਟ ਆਫ ਮੈਰਿਟਲ ਜਿਹੜੇ ਹਨ ਉਹ ਰਿਲੇਸ਼ਨਸ਼ਿਪਸ ਰੱਖਣੇ, ਉਹਨੂੰ ਯਾਰੀ ਕਹਿੰਦੇ ਹਾਂ। ਐਸੀਆਂ ਯਾਰੀਆਂ ਜਿਹੜੀਆਂ ਕਰਨੀਆਂ ਉਹ ਅਪਵਿੱਤਰਤਾ ਹੈ। ਸਿਫਤ ਉਜ਼ੂ ਹੈ। ਕਹਿੰਦੇ ਸਿਫਤ ਪਰਮਾਤਮਾ ਦੀ ਕਰਨੀ, ਇਹੀ ਉਜ਼ੂ ਹੈ। ਉਜ਼ੂ ਕੀ ਹੁੰਦਾ? ਜਿਵੇਂ ਹੱਥ ਪੈਰ ਧੋ ਕੇ ਮੁਸਲਮਾਨ ਆਪਣੀ ਨਮਾਜ਼ ਪੜ੍ਹਦੇ ਹਨ, ਕਹਿੰਦੇ ਉਜ਼ੂ, ਅਸਲ ਉਜ਼ੂ ਕੀ ਹੈ? ਪਰਮਾਤਮਾ ਦੀ ਸਿਫਤ, ਪਰਮਾਤਮਾ ਦੀ ਪ੍ਰੇਸ ਕਰਨੀ। ਬਾਂਗ ਬਲੇਲ ਹੈ। ਕਹਿੰਦੇ ਬਾਂਗ ਜਿਹੜੀ ਹੈ ਉਹ ਤਾਂ ਇੱਕ ਆਵਾਜ਼ ਹੈ, ਆਵਾਜ਼ ਜਿਹੜੀ ਉਠਾਉਂਦੀ ਹੈ। ਜੋ ਕਿਸੇ ਨੂੰ ਸੁੱਤੇ ਪਿਆਂ ਉਠਾ ਦੇਵੇ ਉਹ ਬਾਂਗ ਹੈ। ਜੋ ਕਿਸੇ ਨੂੰ ਮਾਇਆ ਦੇ ਵਿੱਚ, ਅਗਿਆਨਤਾ ਦੇ ਵਿੱਚ ਗਲਤਾਨ ਹੋਏ ਨੂੰ, ਉਹਨੂੰ ਜਿਹੜਾ ਹਿਲਾ ਕੇ, ਹਲੂਣਾ ਦੇ ਕੇ ਗਿਆਨ ਦੇ ਵਿੱਚ ਠਾਇਆ ਜਾਵੇ, ਉਹਨੂੰ ਬਾਂਗ ਕਹਿੰਦੇ ਹਾਂ। ਕਰਾਮਾਤ ਕੁਦਰਤ ਹੈ। ਕਹਿੰਦੇ ਦੇਖੋ ਕਰਾਮਾਤ ਜਿਹੜੀ ਹੈ ਇਹ ਕੁਦਰਤ ਹੈ। ਕਰਾਮਾਤ ਕੀ ਹੈ? ਇਹ ਕੁਦਰਤ ਹੀ ਕਰਾਮਾਤ ਹੈ। ਇਹ ਕੁਦਰਤ ਦਾ ਦੂਜਾ ਨਾਮ ਹੀ ਕਰਾਮਾਤ ਹੈ। ਫਕੀਰੀ ਸਬੂਰੀ ਹੈ। ਦੇਖੋ ਜਿਹੜੇ ਹਨ ਫਕੀਰੀ ਜਿਹੜੀ ਹੈ ਉਹ ਜਿਹੜੀ ਹੈ ਸਬੂਰੀ, ਸਬਰ ਵਾਲੀ ਹੈ। ਫਕੀਰੀ ਬੰਦੇ ਨੂੰ ਕੀ ਦੱਸਦੀ ਹੈ ਕਿ ਤੂੰ ਸਬਰ ਕਰ, ਤੂੰ ਖੁਸ਼ ਰਹਿ, ਤੂੰ ਕੋਈ ਵੀ ਜਿਹੜਾ ਹਨ এনवायरमेंट ਲੈ ਕੇ, ਕੋਈ ਵੀ ਕੰਡੀਸ਼ਨ ਨੂੰ ਲੈ ਕੇ ਤੂੰ ਦੁਖੀ ਸੁਖੀ ਨਾ ਹੋ, ਕਿਉਂਕਿ ਇਹ ਤਾਂ ਹੁੰਦੇ ਹੀ ਰਹਿਣੇ ਹਨ। ਇਸ ਕਰਕੇ ਤੂੰ ਸਬੂਰੀ, ਤੂੰ ਸਬਰ ਰੱਖ, ਤੂੰ ਸਬਰ ਕਰ। ਦੋਵੇਂ ਜਿਹੜੇ ਹਨ ਹਾਲਾਤਾਂ ਵਿੱਚ ਤੂੰ ਸਬਰ ਰੱਖ, ਤੂੰ ਪੇਸ਼ੈਂਸ ਰੱਖ। ਕਹਿੰਦੇ ਇਹੀ ਫਕੀਰੀ ਹੈ। ਫਕੀਰੀ ਉਹ ਹੈ ਜੋ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ। ਨਾ ਸਬੂਰੀ ਮਕਰ ਹੈ। ਦੇਖੋ ਨਾ ਸਬੂਰੀ, ਨਾ ਸਬਰ ਹੋਣਾ ਜਿਹੜਾ ਹਨ ਇਹ ਫਰੇਬ ਹੈ। ਬੰਦਾ ਫਰੇਬ ਕਰਦਾ ਹੈ, ਬੰਦਾ ਧੋਖਾ ਦੇਣਾ ਚਾਹੁੰਦਾ ਹੈ, ਬੰਦਾ ਆਪਣੀ ਕਿਸਮਤ ਨਾਲ ਵੀ ਧੋਖਾ ਕਰਨਾ ਚਾਹੁੰਦਾ ਹੈ, ਬੰਦਾ ਆਪਣੇ ਜਿਹੜੇ ਪ੍ਰਾਲਬੱਧ ਕਰਮ ਜਿਹੜੇ ਲਿਖੇ ਪਏ ਨੇ ਉਹਨਾਂ ਨੂੰ ਵੀ ਮੇਟਣਾ ਚਾਹੁੰਦਾ ਹੈ। ਉਹ ਟਰਾਈ ਕਰਦਾ ਵੀ ਮੈਂ ਚੀਟ ਕਰ ਲਵਾਂ, ਜੇ ਇਹ ਨਹੀਂ ਹੁੰਦਾ ਮੈਂ ਇਸ ਤਰ੍ਹਾਂ ਚੀਟ ਕਰ ਲੈਂਦਾ ਹਾਂ। ਤੇ ਮਹਾਰਾਜ ਇਸ ਕਰਕੇ ਮਕਰ, ਜਿਹੜੇ ਬੰਦੇ ਵਿਲ ਆਫ ਗੋਡ ਦੇ ਨਾਲ ਲੜਦੇ ਆ ਨਾ, ਅਸਲ ਵਿੱਚ ਉਹ ਮਕਰ ਬਣ ਕੇ ਰਹਿ ਜਾਂਦੇ ਨੇ। ਉਹ ਝੂਠੇ ਫਰੀਬੀ ਬੰਦੇ, ਧੋਖੇ ਦੇਣ ਵਾਲੇ ਹੁੰਦੇ ਹਨ। ਰਾਹੋ ਪੀਰਾ ਹੈ। ਦੇਖੋ ਰਾਹੋ, ਜਿਹੜਾ ਰਾਹ ਹੈ ਪਰਮਾਤਮਾ
ਦੀ ਪ੍ਰਾਪਤੀ ਵਾਲਾ ਉਹੀ ਪੀਰਾਂ ਹੈ, ਉਹ ਪੀਰ ਹੈ, ਉਹ ਪੀਰ ਜਿਹੜਾ ਰਸਤਾ ਪ੍ਰਮਾਤਮਾ ਤੱਕ ਲੈ ਕੇ ਜਾਂਦਾ ਹੈ, ਪ੍ਰਮਾਤਮਾ ਦੀ ਪ੍ਰਾਪਤੀ ਵਾਲਾ। ਬੇਰਾਹੋ ਬੇਪੀਰਾ ਹੈ। ਦੇਖੋ ਬੇਰਾਹ ਜਿਹੜੇ ਹੁੰਦੇ ਨੇ, ਪੁੱਠੇ ਸਿੱਧੇ ਰਸਤਿਆਂ ਤੇ ਤੁਰਨ ਵਾਲੇ, ਉਹ ਬੇਪੀਰ ਹੁੰਦੇ ਨੇ। ਉਹ ਕੋਈ ਪੀਰ ਨਹੀਂ ਹੁੰਦੇ ਜਿਹੜੇ ਕਿ ਦੁਨੀਆ ਨੂੰ ਭੜਕਾ ਕੇ ਜਿਹੜਾ ਹਨ ਉਹ ਦੁਨੀਆ ਤੋਂ ਪਾਪ ਕਰਾਉਂਦੇ ਹਨ। ਉਹ ਧਰਮ ਦੇ ਨਾਂ ਤੇ ਹੀ ਲੋਕਾਂ ਤੋਂ ਪਾਪ ਕਰਾਉਂਦੇ ਹਨ, ਡਿਸਟਰਕਸ਼ਨ ਕਰਾਉਂਦੇ ਹਨ। ਕਿਤੇ ਇਹ ਕਰਤਾ ਕੰਮ ਖਰਾਬ, ਕਿਤੇ ਉਹਨੂੰ ਮਾਰਤਾ, ਕਿਤੇ ਇਹਨੂੰ ਮਾਰਤਾ। ਜਿਹੜਾ ਹਨ ਕਹਿੰਦੇ ਵੀ ਅਸੀਂ ਵੱਡੇ ਹਾਂ। ਐਸੇ ਜਿਹੜੇ ਝਗੜੇ ਪਾਉਣ ਵਾਲੇ ਹੁੰਦੇ ਨੇ ਉਹ ਬੇਪੀਰ ਹੁੰਦੇ ਨੇ, ਉਹ ਕੋਈ ਪੀਰ ਨਹੀਂ ਹੁੰਦੇ। ਤੇਗ ਮਰਦਾ ਹੈ। ਦੇਖੋ ਤੇਗ ਮਰਦਾ ਹਾਂ ਕਹਿੰਦੇ ਹੈ, ਕਹਿੰਦੇ ਤੇਗ, ਜਿਵੇਂ ਹੁਣ ਤੇਗ ਜਿਹਦੇ ਹੱਥ ਵਿੱਚ ਆ ਜਾਵੇ ਉਹ ਜਿਹੜਾ ਹੈ ਉਹ ਫਿਰ ਲੜਦਾ ਹੈ, ਉਹ ਆਪਣੀ ਜਸਟਿਸ ਵਾਸਤੇ, ਸੱਚ ਵਾਸਤੇ ਉਹ ਖੜਦਾ ਹੈ। ਉਹ ਜਿਹੜਾ ਹੈ ਮਜਲੂਮਾਂ ਦੀ ਰੱਖਿਆ ਕਰਦਾ ਹੈ। ਕਹਿੰਦੇ ਉਹ ਮਰਦ ਹੈ ਜਿਹੜਾ ਕਿ ਤੇਗ ਫੜ ਕੇ ਵੀ ਉਹਦੇ ਹਿਰਦੇ ਵਿੱਚ ਦਇਆ ਹੁੰਦੀ ਹੈ। ਉਹ ਜਿਹੜਾ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ, ਸਿਰਫ ਹਟਾਉਣਾ ਚਾਹੁੰਦਾ ਹੈ। ਉਹ ਜਿਹੜਾ ਹੈ ਇਨਸਾਨ ਨੂੰ ਨਹੀਂ ਮਾਰਨਾ ਚਾਹੁੰਦਾ, ਇਨਸਾਨੀਅਤ ਦਾ ਦੁਸ਼ਮਣ ਨਹੀਂ। ਉਹ ਜਿਹੜਾ ਹੈ ਬੁਰੀਆਈ ਦਾ ਦੁਸ਼ਮਣ ਹੈ। ਦੇਗ ਖਰਾਇਤ ਹੈ। ਦੇਗ ਦੇ ਨਹੀਂ ਉਹ ਗਿਆ ਹਨ। ਉਹੀ ਸਭ ਤੋਂ ਵੱਡਾ ਡੋਨੇਸ਼ਨ ਕੀ ਹੈ? ਦੇਗ, ਕਿਸੇ ਭੁੱਖੇ ਨੂੰ ਖਾਣਾ ਖਿਲਾ ਦੇਣਾ। ਅਦਲ ਬਾਦਸ਼ਾਹ ਹੈ। ਅਦਲ ਜਿਹੜਾ ਹਨ ਜਸਟਿਸ ਕਰਨੀ, ਹਮੇਸ਼ਾ ਜਿਹੜੇ ਹਨ ਚੀਜ਼ ਨੂੰ ਬੇਪੱਖ ਹੋ ਕੇ ਦੇਖਣਾ, ਇੰਡੀਪੈਂਡੈਂਟਲੀ ਉਹ ਚੀਜ਼ ਨੂੰ ਦੇਖਣਾ, ਕਿਸੇ ਦਾ ਪੱਖ ਨਹੀਂ ਲੈਣਾ, ਕਿਸੇ ਦਾ ਸਾਈਡ ਨਹੀਂ ਲੈਣਾ। ਕਹਿੰਦੇ ਉਹੀ ਬਾਦਸ਼ਾਹੀ ਹੈ। ਇਤੇ ਟੋਲ ਜੇ ਜਾਣ ਜਣਾਵੈ। ਦੇਖੋ ਇਤੇ ਟੋਲ ਜੇ ਜਾਣ ਜਣਾਵੈ, ਕਹਿੰਦੇ ਇੰਨੇ ਟੋਲ, ਕਹਿੰਦੇ ਇਤੇ ਟੋਲ, ਕਹਿੰਦੇ ਜਿੰਨੇ ਇਹ ਗੁਣ ਤੁਹਾਨੂੰ ਦੱਸੇ ਨੇ, ਜੇ ਕੋਈ ਇਹਨਾਂ ਨੂੰ ਲੱਭ ਕਰਕੇ ਇਹਨਾਂ ਨੂੰ ਧਾਰਨ ਕਰ ਲਵੇ ਆਪਣੇ ਜੀਵਨ ਦੇ ਵਿੱਚ ਤੇ ਆਪ ਵੀ ਜਾਣ ਲਵੇ ਤੇ ਦੂਜਿਆਂ ਨੂੰ ਵੀ ਜਣਾ ਦੇਵੇ, ਇਹ ਹਾਜ਼ਰਨਾਮਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਦੱਸਿਆ ਹੈ। ਤਉ ਨਾਨਕ ਦਾਨਸ਼ਵੰਦ ਕਹਾਵੈ। ਕਹਿੰਦੇ ਉਹੀ ਦਾਨਸ਼ਵੰਦ ਹੈ, ਉਹੀ ਅਕਲਮੰਦ ਹੈ ਬੰਦਾ ਜਿਹੜਾ ਕਿ ਚੰਗੇ ਗੁਣਾਂ ਨੂੰ ਧਾਰਨ ਕਰਦਾ ਹੈ। ਇਹ ਨਹੀਂ ਕਿ ਧਰਮ ਦੀਆਂ ਬਾਉਂਡਰੀਜ਼ ਨੂੰ ਲੈ ਕੇ ਉਹ ਲਾਈਨ ਡਰਾ ਕਰੀ ਜਾਵੇ ਹਰ ਪਾਸੇ, ਮੇਰਾ ਧਰਮ ਕਹਿੰਦਾ ਠੀਕ ਆ, ਤੁਹਾਡਾ ਕਹਿੰਦਾ ਗਲਤ ਆ, ਇਹ ਨਹੀਂ ਹੋ ਸਕਦਾ, ਇਹੀ ਗੱਲਾਂ 'ਚ ਪਿਆ ਰਵੇ। ਉਹ ਦਾਨਸ਼ਵੰਦ ਅਕਲਮੰਦ ਨਹੀਂ। ਕਹਿੰਦੇ ਬੰਦਾ ਤਾਂ ਉਹ ਚੰਗਾ ਹੈ ਜਿਹੜਾ ਗੁਣ ਨੂੰ ਧਾਰਨ ਕਰਦਾ ਹੈ, ਤੇਰਾ ਗੁਣਾਂ ਦਾ ਗਾਹਕ ਬਣ ਕੇ ਦੁਨੀਆ ਦੇ ਵਿੱਚੋਂ ਆਪਣੇ ਆਪ ਨੂੰ ਪ੍ਰੋਗਰੈਸ ਕਰਦਾ ਹੈ ਤੇ ਪਰਮਾਤਮਾ ਨੂੰ ਪ੍ਰਾਪਤ ਕਰਦਾ ਹੈ। ਉਹ ਇੱਥੇ ਲੜਨ ਝਗੜਨ ਵਾਸਤੇ ਨਹੀਂ ਆਇਆ, ਉਹ ਆਰਗੂਮੈਂਟ ਵਾਸਤੇ ਨਹੀਂ ਆਇਆ, ਉਹ ਤਾਂ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਆਇਆ ਹੈ ਕਿ ਮੇਰਾ ਜੀਵਨ ਜਿਹੜਾ ਹੈ ਮੈਨੂੰ ਪਰਮਾਤਮਾ ਦਾ ਮਿਲਾਪ ਦਾ ਇੱਕ ਵਸੀਲਾ, ਇੱਕ ਜਿਹੜਾ ਹੈ ਮੈਨੂੰ ਇੱਕ ਚਾਂਸ ਮਿਲੀ ਹੈ। ਸੋ ਉਹ ਇਸ ਤਰ੍ਹਾਂ ਜਾਣ ਕਰਕੇ ਉਹ ਕਰਦੇ ਹਨ। ਸੋ ਇਸ ਪ੍ਰਕਾਰ ਕਰਕੇ ਇਤੇ ਟੋਲ ਜੇ ਜਾਣ ਜਨਾਵੈ, ਤਉ ਨਾਨਕ ਦਾਨਸ਼ਵੰਦ ਕਹਾਵੈ। ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਹਾਜ਼ਰਨਾਮਾ ਉਚਾਰਨ ਕੀਤਾ। ਦੋਹਰਾ ਇਸ ਪ੍ਰਕਾਰ ਸੁਨ ਪੀਰ ਸਭ ਬੰਦੇ ਪਦ ਅਰਬਿੰਦ। ਇਸ ਪ੍ਰਕਾਰ ਦਾ ਹਾਜ਼ਰਨਾਮਾ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਉਸ ਨੂੰ ਸੁਣ ਕਰਕੇ ਸਾਰੇ ਪੀਰਾਂ ਨੇ ਹੱਥ ਬੰਨ੍ਹ ਲਏ। ਕਰਤ ਪ੍ਰਸ਼ੰਸਾ ਅਧਿਕ ਮੁਖ ਭਰ ਕੇ ਹਿਰਦੈ ਆਨੰਦ। ਆਪਣੇ ਹਿਰਦੇ ਵਿੱਚ ਆਨੰਦ ਭਰ ਕੇ ਤੇ ਮੁਖ ਤੋਂ ਸਤਿਗੁਰਾਂ ਜੀ ਦੀ ਪ੍ਰਸ਼ੰਸਾ ਵਡਿਆਈ ਕਰਦੇ ਹਨ। ਸੋਰਠਾ ਸ੍ਰੀ ਗੁਰ ਗਿਰਾ ਅਲਾਏ, ਸੁਣੋ ਪੀਰ ਬਹਾਵਲੀ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਕਹਿੰਦੇ ਸੁਣੋ ਪੀਰ ਬਹਾਵਲੀ, ਹੇ ਪੀਰ ਬਹਾਵਲੀ ਗੱਲ ਸੁਣ। ਲੋਭ ਹਿਰਦੈ ਢਹਿਕਾਏ, ਰਾਹ ਚਲਾਏ ਜਗਤ ਬਹੁ। ਦੇਖੋ ਲੋਭ, ਜਦੋਂ ਤੱਕ ਲੋਭ ਹੋਵੇ ਹਿਰਦੇ ਦੇ ਵਿੱਚ, ਗ੍ਰੀਟ ਹੋਵੇ, ਉਸ ਦੇ ਨਾਲ ਬੰਦਾ ਭਰਮ ਜਾਂਦਾ ਹੈ ਇਸ ਸੰਸਾਰ ਦੇ ਵਿੱਚ ਤੇ ਆਪਣਾ ਹੀ ਰਾਹ ਚਲਾ ਲੈਂਦਾ ਹੈ। ਜਿਹੜੇ ਛੋਟੇ ਛੋਟੇ ਮਜ਼ਹਬ ਬਣ ਜਾਂਦੇ ਹਨ, ਛੋਟੇ ਛੋਟੇ ਫਿਰਕੇ ਬਣ ਜਾਂਦੇ ਹਨ, ਜਾਂ ਕਲਟ, ਜਿਨ੍ਹਾਂ ਨੂੰ ਕਲਟ ਕਿਹਾ ਜਾਂਦਾ ਹੈ, ਉਹ ਸਾਰੇ ਕਿਉਂ ਪੈਦਾ ਹੁੰਦੇ ਨੇ? ਜਦੋਂ ਲੋਕਾਂ ਦੇ ਮਨ 'ਚ ਲੋਭ ਆ ਜਾਂਦਾ ਹੈ, ਜੋ ਉਹ ਲੋਭ ਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਆਪਣੇ ਹੀ ਰਸਤੇ, ਆਪਣੇ ਧਰਮ ਤੋਰ ਲੈਂਦੇ ਹਨ। ਚੌਪੇ ਬੰਦੇ ਹਾਥ ਪੀਰ ਪੁਨ ਕਹੀ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਉਹ ਪੀਰ ਬਹਾਵਲੀ ਨੇ ਹੱਥ ਜੋੜ ਲਏ। ਧੰਨ ਧੰਨ ਸ੍ਰੀ ਨਾਨਕ ਅਹੀ। ਕਹਿਣਗੇ ਧੰਨ ਧੰਨ ਹੈ ਤੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਬੈਨ ਸੁਦਾ ਸਮ ਅੰਮ੍ਰਿਤ ਦੁਖ ਟਾਰੇ। ਤੁਹਾਡੇ ਬਚਨ ਅੰਮ੍ਰਿਤ ਵਰਗੇ ਹਨ ਜਿਹੜੇ ਕਿ ਮ੍ਰਿਤਕ ਮੌਤ ਦੇ ਦੁੱਖ ਨੂੰ ਦੂਰ ਕਰਨ ਵਾਲੇ ਹਨ। ਰਾਵਰ ਕੋ ਅਮੋਗ ਦਰਸਾਰੇ। ਮਹਾਰਾਜ ਤੁਹਾਡੇ ਦਰਸ਼ਨ ਜਿਹੜੇ ਹਨ ਖਾਲੀ ਨਹੀਂ ਜਾਂਦੇ, ਮਤਲਬ ਜਦੋਂ ਵੀ ਤੁਹਾਡੇ ਦਰਸ਼ਨ ਹੁੰਦੇ ਹਨ
ਉਹ ਸਫਲ ਹਨ, ਕੁਝ ਨਾ ਕੁਝ ਦੇ ਕੇ ਜਾਂਦੇ ਹਨ ਤੇ ਮੁਕਤੀ ਦਾ ਦੁਆਰਾ, ਮੁਕਤੀ ਦੀ ਪ੍ਰਾਪਤੀ ਤੁਸੀਂ ਕਰਾਉਂਦੇ ਹੋ। ਧੰਨ ਫਕੀਰੀ ਤੁਮ ਜੋ ਕਮਾਈ। ਕਹਿੰਦੇ ਧੰਨ ਹੋ ਫਕੀਰੀ ਜੋ ਤੁਸੀਂ ਕਮਾਈ ਹੈ। ਹੇ ਗੁਰੂ ਨਾਨਕ ਤੂੰ ਧੰਨ ਹੈ, ਤੂੰ ਐਸਾ ਸੰਤ ਹੈ, ਤੂੰ ਐਸਾ ਫਕੀਰ ਹੈ ਜਿਹਦੇ ਵਰਗਾ ਕੋਈ ਨਹੀਂ ਹੈਗਾ। ਹੈ ਜਿਸ ਕੀ ਇਹ ਵੱਡ ਵਡਿਆਈ। ਹੈ ਜਿਸ ਕੀ ਕਹਿਣਗੇ ਤੁਹਾਡੀ ਐਸੀ ਵੱਡੀ ਵਡਿਆਈ ਹੈ। ਸਰਬ ਜਗਤ ਕੀ ਜੋ ਗੁਰਿਆਈ। ਸਾਰੇ ਜਗਤ ਦੀ ਗੁਰਿਆਈ ਤੁਹਾਡੇ ਹੱਥ ਹੈ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਸੀਂ ਸਮੁੱਚੇ ਸੰਸਾਰ ਦੇ ਗੁਰੂ ਹੋ। ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਭਾਵੇਂ ਕੋਈ ਈਸਾਈ ਹੋਵੇ, ਭਾਵੇਂ ਬੁੱਧੀ ਹੋਵੇ, ਕੋਈ ਵੀ ਹੋਵੇ ਪਾਤਸ਼ਾਹ ਜੀ ਤੁਸੀਂ ਉਹਨਾਂ ਦੇ ਗੁਰੂ ਹੋ। ਸੋ ਤੁਮਰੀ ਲਾਇਕ ਬਨਿਆਈ। ਮਹਾਰਾਜ ਇਹ ਜਿਹੜੀ ਵਡਿਆਈ ਤੁਹਾਡੇ ਲਾਇਕ ਹੈ, ਤੋ ਤੁਸੀਂ ਇਹ ਜਿਹੜੇ ਹਨ ਵਡਿਆਈ ਤੋਂ ਵੀ ਵੱਡੇ ਹੋ। ਕਲੀ ਕਾਲ ਨਰ ਦੇ ਉਪਦੇਸਾ। ਕਲਯੁਗ ਦੇ ਸਮੇਂ ਵਿੱਚ ਨਰਾਂ ਇਨਸਾਨਾਂ ਨੂੰ ਤੁਸੀਂ ਉਪਦੇਸ਼ ਦੇ ਕੇ ਉਸ ਖੁਦਾ ਨਾਲ ਮਿਲਾਇਆ ਹੈ। ਕੋਟ ਉਧਾਰੇ ਸ੍ਰੀ ਜਗਤੇਸਾ। ਹੇ ਜਗਤ ਦੇ ਕੇਸ ਕਰੋੜਾਂ ਦਾ ਤੁਸੀਂ ਉਧਾਰ ਕੀਤਾ ਹੈ ਸੰਸਾਰ ਤੋਂ। ਹੈ ਫਕੀਰੀ ਜਾਂ ਕੋ ਨਾਮਾ। ਦੇਖੋ ਇਹੀ ਇਸੇ ਦਾ ਨਾਂ ਤਾਂ ਫਕੀਰੀ ਹੈ, ਜਿਹੜੇ ਬੇਪੱਖ ਹੋ ਕੇ ਕਿਸੇ ਦਾ ਪੱਖ ਨਾ ਲੈਣ, ਸਾਰਿਆਂ ਨੂੰ ਖੁਦਾ ਦਾ ਰੂਪ ਸਮਝਣ, ਸਾਰਿਆਂ ਵਿੱਚ ਪਰਮੇਸ਼ਰ ਨੂੰ ਇੱਕਸਾਰ ਦੇਖਣ ਤੇ ਸਾਰੇ ਇਨਸਾਨੀਆਂ ਨੂੰ ਇਨਸਾਨੀਅਤ ਮਾਤਰ ਤੇ ਦੇਖੇ ਤੇ ਸਾਰੀ ਖਲਕਤ ਨੂੰ ਪਰਮਾਤਮਾ ਦੀ ਬਣਾਈ ਹੋਈ ਤੇ ਉਸ ਨੂੰ ਇੱਕ ਕਰਤਾ ਕਰਕੇ ਜਾਣਨ, ਇਹ ਫਕੀਰੀ ਹੈ। ਜੋ ਕਿਨੀ ਤੁਮ ਕਰਨਾ ਧਾਮਾ। ਹੇ ਕਰਨਾ ਦੇ ਧਾਮ, ਹੇ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਕੀਰੀ ਤਾਂ ਉਹੀ ਹੈ ਜੋ ਤੁਸੀਂ ਕੀਤੀ ਹੈ। ਦੋਹਰਾ ਕੀਨੋ ਸੇਖ ਫਰੀਦ ਜੋ ਜੁਹਦ ਨਾਮ ਹੈ ਤਾਂ ਹੈ। ਦੇਖੋ ਇਹ ਜਿਹੜਾ ਪੀਰ ਬਹਾਵਲੀ ਹੈ, ਦੇਖੋ ਕਿੰਨੇ ਐਗਜ਼ਾਮਪਲ ਦਿੰਦਾ ਹੈ। ਕਹਿੰਦੇ ਦੇਖੋ ਜਦੋਂ ਮੈਂ ਸ਼ੇਖ ਫਰੀਦ ਵੱਲ ਦੇਖਦਾ ਹਾਂ, ਉਹ ਭਗਤ ਸ਼ੇਖ ਫਰੀਦ ਕਹਿੰਦੇ ਉਹ ਤਪੱਸਿਆ, ਕਹਿੰਦੇ ਜੇ ਤਪੱਸਿਆ ਕਰਨੀ ਹੋਵੇ, ਭਗਤੀ ਕਰਨੀ ਹੋਵੇ ਤਾਂ ਫਿਰ ਸ਼ੇਖ ਫਰੀਦ ਵੱਲ ਦੇਖੀਏ। ਸਤ ਸੋਈ ਸੀਤਾ ਕੀਓ ਜਤ ਲక్ష్మణ ਕੋ ਪ੍ਰਾਹੇ। ਜੇ ਸੱਤ ਦੇਖਣਾ ਹੋਵੇ, ਸੱਤ ਨੂੰ ਕਮਾਉਣਾ ਹੋਵੇ, ਸੱਤ ਜਿਹੜਾ ਹੈ ਲਾਇਲਟੀ ਵੱਲ ਦੇਖਣਾ ਹੋਵੇ ਤਾਂ ਸੀਤਾ ਨੂੰ ਦੇਖਣਾ ਚਾਹੀਦਾ ਹੈ, ਜੋ ਰਾਮਚੰਦਰ ਜੀ ਦੀ ਵਾਈਫ ਸੀਗੀ, ਘਰ ਵਾਲੀ ਸੀਗੀ। ਕਹਿੰਦੇ ਉਹ ਸੀਤਾ ਨੂੰ ਦੇਖਣਾ ਚਾਹੀਦਾ ਜਿਨ੍ਹਾਂ ਨੇ ਸੱਤ ਕਮਾਇਆ ਹੈ। ਕਹਿੰਦੇ ਜੇ ਜੱਤ ਦੇਖਣਾ ਹੋਵੇ ਤਾਂ ਲక్ష్మణ ਜਿਹੜਾ ਹੈ ਰਾਮਚੰਦਰ ਜੀ ਦੇ ਛੋਟੇ ਭਰਾ ਲక్ష్మణ ਵੱਲ ਦੇਖਿਆ ਜਾਵੇ, ਜਿਨ੍ਹਾਂ ਨੇ ਜੱਤ ਕਮਾਇਆ ਹੈ, ਜਿਨ੍ਹਾਂ ਨੇ ਜਿਹੜਾ ਹੈ ਆਪਣੀ ਪਤਨੀ ਤੋਂ ਬਗੈਰ ਹੋਰ ਕਿਸੇ ਔਰਤ ਵੱਲ ਨਹੀਂ ਮੂੰਹ ਕਰਕੇ ਜਾਂ ਅੱਖਾਂ ਕਰਕੇ ਦੇਖਿਆ। ਚੌਪੇ ਹੈ ਸੋ ਭਗਤ ਜੋ ਕਰੀ ਕਬੀਰਾ। ਦੇਖੋ ਭਗਤ ਤਾਂ ਉਹੀ ਹੈ ਜੋ ਕਬੀਰ ਸਾਹਿਬ ਜੀ ਹੋਏ ਹਨ। ਸੋ ਹੱਠ ਜੋ ਭਾਤਰੂ ਸਰੀਰਾ। ਤੇ ਹੱਠ ਜਿਹੜਾ ਕਿ ਐਨ ਜਿਹੜਾ ਹੈ ਆਪਣੇ ਮਨ ਨੂੰ ਸਥਿਰ ਕਰਕੇ ਜੋ ਕੰਮ ਕਰਨਾ ਸੋ ਕਰਨਾ ਹੀ ਹੈ। ਕਹਿੰਦੇ ਉਹ ਧਰੂ ਤੋਂ ਵੱਡਾ ਕੋਈ ਹੱਟੀ ਨਹੀਂ ਹੋਵੇਗਾ ਜਿਨ੍ਹਾਂ ਨੇ ਪਰਮਾਤਮਾ ਦਾ ਲੜ ਨਹੀਂ ਛੱਡਿਆ, ਭਾਵੇਂ ਕਿੰਨੇ ਹੀ ਉਹਨੂੰ ਜਿਹੜੇ ਹਨ ਦੁੱਖ ਝੱਲਣੇ ਪਏ, ਭਗਤੀ ਕਰਨੀ ਪਈ। ਸੋ ਗ੍ਰਹਸਥ ਜੋ ਆਦਮ ਕੀਆ। ਦੇਖੋ ਉਹ ਗ੍ਰਸਤੀ ਹੈ ਜੋ ਬਾਬਾ ਆਦਮ ਜੀ ਹੋਏ ਹਨ। ਸੋ ਬਾਬਾ ਆਦਮ ਜੀ ਜਿਹੜੇ ਹਨ, ਇੱਕ ਤਾਂ ਆਦਮ ਐਂਡ ਈਵ ਜਿਹੜਾ ਆਪਾਂ ਕਹਿੰਦੇ ਹਾਂ, ਕਹਿੰਦੇ ਜਿਵੇਂ ਬਾਬਾ ਆਦਮ ਨੇ ਗ੍ਰਸਤ ਕੀਤਾ ਹੈ ਉਹ ਚਾਹੀਦਾ ਹੈ। ਦੂਸਰਾ ਇਬਰਾਹਿਮ ਅਦਹਮ ਜਿਹੜਾ ਹੈ, ਇਹ ਵੀ ਇਹਨਾਂ ਦਾ ਜਿਹੜਾ ਹੈ ਪ੍ਰੋਫਟ ਸੀਗਾ। ਤੇ ਇਹਨੂੰ ਜਿਹੜਾ ਹੈ ਇੱਕ ਸਾਖੀਕਾਰ ਨੇ ਇਹ ਲਿਖਿਆ ਹੈ ਕਿ ਉਹ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਜਿਹੜਾ ਹੈ ਬਹੁਤ ਪਿਆਰਾ ਸੀ। ਕਹਿੰਦੇ ਉਹ ਰਾਜ ਕਰਿਆ ਕਰਦਾ ਸੀਗਾ, ਪਰ ਆਪਣੇ ਹੱਥੀਂ ਜਿਹੜਾ ਆਪਣਾ ਨਿਰਵਾਹ ਕਰਨ ਵਾਸਤੇ ਆਪ ਜਿਹੜਾ ਹਨ ਲੱਕੜੀਆਂ ਜਿਹੜੀਆਂ ਹਨ ਲਿਆ ਕੇ, ਫਾਈਵਵੁੱਡਸ ਲਿਆ ਕੇ ਵੇਚਿਆ ਕਰਦਾ ਸੀ। ਉਹ ਰਾਜ ਦੇ ਪੈਸਿਆਂ ਵਿੱਚੋਂ ਖਾਂਦਾ ਨਹੀਂ ਸੀ, ਕਿਤੇ ਵੀ ਉਹਨੇ ਰਾਜ ਦੇ ਪੈਸਿਆਂ ਚੋਂ ਨਹੀਂ ਖਾਦਾ। ਕਹਿੰਦੇ ਲੱਕੜਾਂ ਲਿਆ ਕੇ ਆਪਣੀ ਕਮਾਈ ਕਰਕੇ ਉਹ ਪੈਸੇ ਖਾਂਦਾ ਹੁੰਦਾ ਸੀ। ਤੋ ਇਹ ਇਬਰਾਹਿਮ ਅਦਹਮ ਜਿਹੜਾ ਹੈ, ਇੱਕ ਵਾਰ ਇਹਦਾ ਜਿਹੜੀ ਹੈ ਇਹਦੀ ਫੈਮਿਲੀ ਆਈ ਤੇ ਇਹਨੇ ਆਪਣੇ ਪੁੱਤਰ ਨੂੰ ਜਿਹੜਾ ਹੈ ਮੋਹ ਵਿੱਚ ਆ ਕੇ ਬੜੇ ਪਿਆਰ ਨਾਲ ਜੱਫੀ ਪਾਈ। ਤਾਂ ਉਸ ਵੇਲੇ ਆਕਾਸ਼ ਬਾਣੀ ਅੱਲਾ ਤੋਂ ਹੋਈ, ਕਹਿੰਦੇ ਤੂੰ ਇਹ ਜਿਹੜਾ ਹੈ ਤੇਰੇ ਪੁੱਤਰ ਨੂੰ ਮੇਰੇ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ। ਤਾਂ ਉਸ ਵੇਲੇ ਇਬਰਾਹਿਮ ਅਦਹਮ ਨੇ ਕਿਹਾ, ਹੈ ਅੱਲਾ ਜੇ ਤੈਨੂੰ ਨਹੀਂ ਪਾਉਂਦਾ ਤਾਂ ਤੂੰ ਮੇਰਾ ਪੁੱਤਰ ਲੈ ਜਾ, ਇਹਨੂੰ ਮਾਰ ਦੇ ਫਿਰ। ਸੋ ਇਸ ਪ੍ਰਕਾਰ ਕਰਕੇ ਜੋ ਉਹ ਜਿਹੜੀ ਹਨ ਸਾਕੀ ਫਿਰ ਅੱਗੇ ਤੁਰਦੀ ਹੈ ਨਾ, ਫਿਰ ਉਹ ਜਿਹੜਾ ਆਕਾਸ਼ਬਾਣੀ ਹੁੰਦੀ ਹੈ ਵੀ ਮਾਰ ਦੇ ਫਿਰ ਇਬਰਾਹਿਮ, ਤੂੰ ਮਾਰ, ਤਾਂ ਇਹਦੀ ਕੁਰਬਾਨੀ ਚੜਾ, ਮੇਰੇ ਵਾਸਤੇ ਕੁਰਬਾਨੀ ਦੇ। ਤਾਂ ਉਸ ਵੇਲੇ ਇਬਰਾਹਿਮ ਦਾ ਜਿਹੜਾ ਹੈ ਹੱਥ ਕੰਬਣ ਲੱਗ ਪਿਆ
ਤੇ ਉਹਨੇ ਬੱਕਰੇ ਲਿਆ ਕੇ ਉਹ ਕੁਰਬਾਨ ਕਰ ਦਿੱਤੇ ਅੱਲਾ ਵਾਸਤੇ। ਤੋ ਹੁਣ ਤੱਕ ਵੀ ਉਹੀ ਰੀਤ ਚੱਲੀ ਆਉਂਦੀ ਹੈ। ਜੋਗ ਸੋਈ ਜੋ ਗੋਰਖ ਲੀਆ। ਤੇ ਜੋਗ ਜਿਹੜਾ ਹੈ ਉਹੀ ਹੈ ਜੋ ਗੋਰਖ ਨੇ ਕੀਤਾ ਹੈ। ਤਿਆਗਨ ਸੋਏ ਜੋ ਭਰਥਰ ਕੀਨੋ। ਕਹਿਣਗੇ ਤਿਆਗਨ ਤਿਆਗੀ ਜਿਹਨੇ ਅਬੈਂਡਨ ਕੀਤਾ ਸੰਸਾਰ ਨੂੰ, ਭਰਥਰੀ ਰਾਜਾ ਜਿਹੜਾ ਹੋਇਆ ਉਹੀ ਹੈ ਵੱਡਾ। ਸੋ ਤਪ ਜਨਕ ਜਾਹੇ ਮਨ ਭੀਨੋ। ਜੇ ਉਹੀ ਤਪ ਹੈ ਜਿਹੜਾ ਰਾਜਾ ਹੋਇਆ ਰਾਜਾ ਜਨਕ, ਜਿਹਨੇ ਭੋਰਾ ਵੀ ਮੋਹ ਜਿਹੜਾ ਹੈ ਰਾਜ ਦਾ ਮਾਲਕ ਹੋਣ ਦਾ ਮਾਣ ਉਹਨੇ ਬਿਲਕੁਲ ਨਾ ਕੀਤਾ। ਜੇ ਕਹਿੰਦੇ ਤਪ ਕਰੇ ਤਾਂ ਰਾਜਾ ਜਨਕ ਵਰਗਾ ਕਰੇ। ਹੈ ਸੰਗਰਾਮ ਜੋ ਦਹਿ ਸਿਰ ਲਰਿਓ। ਕਹਿਣ ਲਗੇ ਜੇ ਕਿਤੇ ਬੈਟਲ ਦੀ ਗੱਲ ਆਉਂਦੀ ਆ, ਜਿਹੜਾ ਹਨ ਸੰਗਰਾਮ ਕਰਨ ਦੀ, ਲੜਾਈ ਕਰਨ ਦੀ, ਜੰਗ ਕਰਨ ਦੀ, ਤਾਂ ਫੇਰ ਰਾਵਣ ਵੱਲ ਦੇਖਣਾ ਚਾਹੀਦਾ ਹੈ, ਜਿਸ ਤਰ੍ਹਾਂ ਉਹਨੇ ਜੰਗ ਕੀਤਾ ਸੀ ਬਹਾਦਰੀ ਨਾਲ। ਸੋ ਵਿਯੋਗ ਜੋ ਰਘੁਪਤ ਕਰਿਓ। ਦੇਖੋ ਵਿਜੋਗ ਵਿਛੋੜਾ ਉਹ ਹੈ ਜੋ ਰਾਮਚੰਦਰ ਜੀ ਨੇ ਸਹਿਣਾ ਕੀਤਾ ਸੀ, ਜਿਹਨੂੰ ਬਨਵਾਸ ਹੋਇਆ ਸੀ। ਸੋ ਸੰਨਿਆਸ ਦੱਤ ਔਰ ਧਾਰਾ। ਉਹ ਸੰਨਿਆਸ ਹੈ ਜਿਹਨੂੰ ਦੱਤਾਤਰੇ ਨੇ ਧਾਰਨ ਕੀਤਾ ਹੋਇਆ ਹੈ। ਅਸ ਕਹਿ ਬੰਦਤ ਬਾਰੰਬਾਰਾ। ਇਹ ਜਿਹੜੀ ਗੱਲ ਕਹਿ ਕਰਕੇ ਇਹ ਪੀਰ ਬਹਾਵਲੀ ਜਿਹੜਾ ਹੈ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਮਹਾਰਾਜ ਦੇ ਚਰਨਾਂ ਤੇ ਬੜੀ ਵਾਰ ਇਹਨੇ ਮੱਥਾ ਟੇਕਿਆ। ਬਹੁਤ ਪ੍ਰਕਾਰ ਕੀ ਉਸਤਤ ਕਰਕੇ। ਬਹੁਤ ਪ੍ਰਕਾਰ ਦੀ ਨੇ ਉਸਤਤ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਸੇਵਕ ਭਏ ਹਰਖ ਔਰ ਭਰ ਕੇ। ਸੇਵਕ ਭਏ ਮਹਾਰਾਜ ਦਾ ਸੇਵਕ ਬਣ ਗਿਆ, ਸਿੱਖ ਬਣ ਗਿਆ, ਆਪਣੇ ਹਿਰਦੇ ਵਿੱਚ ਖੁਸ਼ੀ ਆਨੰਦ ਨੂੰ ਧਾਰਨ ਕਰਕੇ। ਦੋਹਰਾ ਕਰਨਾ ਨਿਦ ਬੋਲੇ ਬਹਰ ਚੇਤ ਹੋ ਨਾਮ ਖੁਦਾਏ। ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਕਹਿੰਦੇ ਚੇਤੋ ਨਾਮ ਖੁਦਾਏ, ਹਮੇਸ਼ਾ ਖੁਦਾ ਦਾ ਨਾਮ, ਪਰਮਾਤਮਾ ਦਾ ਨਾਮ ਚੇਤੇ ਕਰੋ। ਬੁਜ਼ਰਗ ਕੀ ਸੰਗਤ ਕਰੋ ਲਹੋ ਸਰਬ ਸੁਖ ਪਾਏ। ਹਮੇਸ਼ਾ ਸੰਤਾਂ ਦੀ ਜਿਹੜਾ ਸੰਗਤ ਕਰਨੀ ਹੈ ਤੇ ਸਾਰੇ ਸੁਖ ਉੱਥੋਂ ਹੀ ਪ੍ਰਾਪਤ ਹੋਣੇ ਹਨ। ਚੌਪੇ ਸਾਹਿਬ ਭੈ ਰੱਖੋ ਮਨ ਮਾਹੀ। ਹਮੇਸ਼ਾ ਸਾਹਿਬ ਉਸ ਖੁਦਾ ਪਰਮਾਤਮਾ ਦਾ ਭੈ ਆਪਣੇ ਹਿਰਦੇ ਵਿੱਚ ਰੱਖਣਾ। ਵਿਸ਼ੇ ਵਾਸਨਾ ਮਨ ਹੋਏ ਨਾਹੀ। ਤੇ ਵਿਸ਼ੇ ਵਾਸਨਾ ਨੂੰ ਆਪਣੇ ਮਨ ਤੋਂ ਦੂਰ ਰੱਖਣਾ, ਆਪਣੇ ਮਨ ਨੂੰ ਉਸ ਪਰਮੇਸ਼ਰ ਦੇ ਸਿਮਰਨ ਵਿੱਚ ਲਾਉਣਾ। ਸਤ ਸੰਗਤ ਨਰ ਕਰ ਹੈ ਜਬ ਹੀ। ਸਤ ਸੰਗਤ ਜਦੋਂ ਕੋਈ ਨਰ ਕੋਈ ਇਨਸਾਨ ਕਰਦਾ ਹੈ ਆਪਣੇ ਜੀਵਨ ਵਿੱਚ, ਰਤ ਸੁਖੈ ਨ ਹੋਏ ਪ੍ਰਾਪਤ ਤਬ ਹੀ। ਉਸੇ ਨੂੰ ਹੀ ਮੁਕਤੀ ਬਹੁਤ ਸੌਖੀ ਪ੍ਰਾਪਤ ਹੁੰਦੀ ਹੈ। ਸੁਣ ਕੇ ਸਰਬ ਪੀਰ ਭੇ ਠਾਂਡੇ। ਸੋ ਇਹ ਸੁਣ ਕਰਕੇ ਉਪਦੇਸ਼ ਨੂੰ ਸਾਰੇ ਪੀਰ ਜਿਹੜੇ ਹਨ ਸਤਿਕਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹ ਖੜੇ ਹੋ ਗਏ। ਬੰਧਨ ਕਰ ਹੈ ਪ੍ਰੇਮ ਬਹੁ ਬਾਡੇ। ਬੰਧਨ ਕੀਤੇ, ਮਹਾਰਾਜ ਨੂੰ ਮੱਥਾ ਟੇਕਿਆ, ਬੜਾ ਪ੍ਰੇਮ ਆਪਣੇ ਹਿਰਦੇ 'ਚ ਧਾਰਨ ਕਰਕੇ। ਮਿਲ ਕੇ ਭੇ ਅਧਿਕਾਏ ਪ੍ਰਸੰਨ। ਮਿਲ ਕੇ ਕਹਿਣ ਲਗੇ ਮਿਲ ਕਰਕੇ ਸਤਿਗੁਰਾਂ ਨੂੰ ਜਿਹੜਾ ਹੈ ਬੜੇ ਜਿਹੜੇ ਹਨ ਖੁਸ਼ੀ ਨਾਲ ਮਿਲੇ। ਤੇ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਾਣ ਲੱਗਿਆਂ ਕਿਹਾ, ਕਹੈ ਗੁਰੂ ਨਾਨਕ ਤੁਮ ਧੰਨ। ਤੇ ਕਹਿੰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਐਸੀ ਉਹ ਉਸਤਤ ਪ੍ਰਸ਼ੰਸਾ ਕਰਦੇ ਹਨ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ। ਤਿਨ ਤੇ ਵਿਦਾ ਹੋਏ ਸੁਖਦਾਈ। ਉਹਨਾਂ ਤੋਂ ਵਿਦਾ ਹੋ ਗਏ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਚਲੇ ਗਏ। ਗਮਨੇ ਮੰਦ ਮੰਦ ਪਗ ਜਾਈ। ਹੌਲੀ ਹੌਲੀ ਪੈਰ ਰੱਖਦਿਆਂ ਹੋਇਆਂ ਇੱਕ ਇੱਕ ਕਦਮ ਕਰਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਲਤਾਨ ਤੋਂ ਬਾਹਰ ਆ ਗਏ। ਸ੍ਰੀ ਅੰਗਦ ਸੁਣੀਏ ਤੇ ਕਾਲਾ। ਉਸ ਵੇਲੇ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਮੈਂ ਬੂਝੇ ਤਬ ਦੀਨ ਦਿਆਲਾ। ਭਾਈ ਬਾਲਾ ਜੀ ਕਹਿੰਦੇ ਉਸ ਵੇਲੇ ਮੈਂ ਪੁੱਛਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਕਿ ਵਿਖੇ ਪੀਰ ਕੋ ਨੀਕਾ। ਮਹਾਰਾਜ ਇਹਨਾਂ ਸਾਰੇ ਪੀਰਾਂ ਦੇ ਵਿੱਚੋਂ ਵੱਡਾ ਤੇ ਚੰਗਾ ਪੀਰ ਕਿਹੜਾ ਸੀਗਾ? ਸੁਨ ਬੋਲੇ ਬੇਦੀ ਕੁਲ ਟੀਕਾ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤੇ, ਸਮਸਤ ਬਰੇਜ ਨਾਮ ਹੈ ਜਿਹ ਕੋ। ਕਹਿੰਦੇ ਉਹ ਚੰਗਾ ਹੈ ਜਿਹਦਾ ਨਾਂ ਸੀ ਸਮਸਤ ਬਰੇਜ। ਉਹ ਪੀਰ ਚੰਗਾ ਹੈ ਸਾਰਿਆਂ ਨਾਲੋਂ। ਸਭ ਤੇ ਉੱਚੋ ਪਦ ਹੈ ਤਿਹ ਕੋ। ਉਸੇ ਦੀ ਪਦਵੀ ਸਭ ਤੋਂ ਉੱਚੀ ਹੈ ਪੀਰਾਂ ਦੇ ਵਿੱਚੋਂ, ਸਾਰਿਆਂ ਵਿੱਚੋਂ। ਇਸ ਕੋ ਸੁਨੋ ਸਰਬ ਪ੍ਰਸੰਗਾ। ਪਰ ਕਹਿੰਦੇ ਉਸ ਦਾ ਪ੍ਰਸੰਗ ਸੁਣ। ਇਹ ਸਮਸਤ ਬਰੇਜ ਇਹਨਾਂ ਦੇ ਵੱਡੇ ਵਡੇਰੇ ਜਾਂ ਇਹ ਨਾਮ ਜਿਹੜਾ ਸਮਸਤ ਬਰੇਜ ਹੈ, ਇਸ ਦੀ ਹੁਣ ਤੂੰ ਕਹਾਣੀ ਵੀ ਸੁਣ ਲਾ। ਜਿਸ ਪ੍ਰਕਾਰ ਭਾ ਮਤੋ ਉਤੰਗਾ। ਜਿਵੇਂ ਇਹਦਾ ਮਤ ਉੱਚਾ ਹੋਇਆ, ਕਿਸ ਤਰ੍ਹਾਂ ਇਹਨੇ ਭਗਤੀ ਕੀਤੀ, ਕਿਸ ਤਰ੍ਹਾਂ ਇਹ ਖੁਦਾ ਦੇ ਨੇੜੇ ਹੋਇਆ। ਰੂਮ ਵਿਲਾਇਤ ਜਹਾਂ ਸੋ ਇਹੀ। ਇੱਕ ਦੇਸ਼ ਜਿਹੜਾ ਰੂਮ ਹੈ, ਜੋ ਰੂਮ ਵਲਾਇਤ ਰੋਮ ਕਹਿ ਲਈਏ ਜਾਂ ਸੋ ਕਹਿੰਦੇ ਰੂਮ, ਕਹਿੰਦੇ ਉਹ ਜਿਹੜਾ ਰੂਮ ਦੇਸ਼ ਹੈ ਵਲਾਇਤ ਯੂਰਪ ਦੇ ਵਿੱਚ। ਪੈਂਜਾ ਤਹਿ ਮਨਸੂਰ ਸੋ ਰਹੇ। ਉੱਥੇ ਇੱਕ ਪੈਂਜਾ ਰਹਿੰਦਾ ਸੀਗਾ ਜਿਹਦਾ ਨਾਂ ਸੀ ਮਨਸੂਰ।
ਹੁਣ ਪੈਂਜਾ ਉਹ ਹੈ ਜੋ ਕਾਟਨ ਨੂੰ ਬਣਾਉਂਦਾ ਹੈ, ਜੋ ਕਾਟਨ ਜਿਹੜਾ ਹੈ ਰॉ ਕਾਟਨ ਨੂੰ ਜਿਹੜਾ ਹੈ ਕੁੱਟ ਕੇ ਉਸ ਨੂੰ ਜਿਹੜਾ ਹੈ ਉਹਦੇ ਵਿੱਚੋਂ ਡਸਟ ਤੇ ਦੂਜਾ ਜਿਹੜੀਆਂ ਛਿੱਲੜ ਉਹਦੇ ਹੁੰਦੇ ਉਹ ਕੱਢਦੇ ਹੁੰਦੇ ਹਨ। ਸੋ ਇਸ ਪ੍ਰਕਾਰ ਕਰਕੇ ਇਹਨੂੰ ਪੈਂਜਾ ਕਹਿੰਦੇ ਹਨ। ਸੋ ਕਾਟਨ ਨੂੰ ਜਿਹੜਾ ਹੈ ਰॉ ਕਾਟਨ ਨੂੰ ਟ੍ਰੀਟ ਕਰਨ ਵਾਲਾ ਉਹਦਾ ਨਾਂ ਸੀ ਮਨਸੂਰ। ਮਿਲਿਓ ਸੰਤ ਕੋ ਤਾਹੇ ਮਹਾਨਾ, ਮਿਲਿਓ ਸੰਤ ਕੋ ਤਾਹੇ ਮਹਾਨਾ ਕਹਿਣ ਲੱਗੇ ਮਨਸੂਰ ਨੂੰ ਇੱਕ ਵਾਰ ਇਹ ਮਿਲਿਆ। ਸਗਰੋ ਜੀਵ ਭਾਵ ਕੇ ਹਾਨਾ, ਸਗਰੋ ਜੀਵ ਭਾਵ ਕੀ ਹਾਨਾ। ਸੋ ਸਾਰੇ ਜੀਵ ਭਾਵਨਾ ਇਹਦੀ ਮੁੱਕ ਗਈ ਸਮਸਤ ਪਰਹੇਜ ਦੀ, ਜੋ ਇਹ ਮਨਸੂਰ ਨੂੰ ਮਿਲਿਆ। ਮਨਸੂਰ ਜਿਹੜਾ ਹੈ ਉਹ ਵੀ ਇੱਕ ਪੀਰ ਸੀਗਾ ਤੇ ਉਹਨੇ ਇਹਦਾ ਜਿਹੜਾ ਹੈ ਇਹਦੀ ਸੰਗਤ ਕਰਕੇ ਸਮਸਤ ਬਰੇਜ ਨੇ ਆਪਣੇ ਜੀਵ ਭਾਵਨਾ ਆਪਣਾ ਹੰਕਾਰ ਮਕਾ ਲਿਆ। ਅਨਲ ਹੱਕ ਬੋਲਿਓ ਬਖਿਆਤਾ, ਤੇ ਕੀ ਹੋਇਆ ਕਹਿੰਦੇ ਉਹ ਪ੍ਰਗਟ ਹੀ ਕਹਿੰਦੇ ਬੋਲਿਆ ਕਰਦਾ ਸੀ ਅਨਲ ਹੱਕ। ਅਨਲ ਹੱਕ ਹੁੰਦਾ ਹੈ ਪਰ ਕਹਿੰਦੇ ਵੀ ਮੈਂ ਹੀ ਖੁਦਾ ਹਾਂ, ਵੀ ਮੇਰੇ ਵਿੱਚ ਖੁਦਾ ਹੈ ਤੇ ਮੈਂ ਹੀ ਖੁਦਾ ਦਾ ਰੂਪ ਹਾਂ। ਜਿਹੇ ਉਰਤੇ ਭੀ ਦ્વੈਤ ਨਿਪਾਤਾ, ਕਿਉਂਕਿ ਉਹਦੇ ਵਿੱਚ ਦ્વੈਤ ਭਾਵਨਾ ਨਾਸ ਹੋ ਗਈ ਸੀ। ਉਹਦੇ ਵਿੱਚ ਇਹ ਨਹੀਂ ਸੀ ਵੀ ਮੈਂ ਹੋਰ ਆ ਰੱਬ ਹੋਰ ਹੈ, ਇਹ ਦ્વੈਤ ਭਾਵਨਾ ਜਿਹੜੀ ਸੀ ਦੂਰ ਹੋ ਗਈ। ਤੇ ਪਰ ਰਹਿਤ ਏਕ ਮੌਲਾਨਾ, ਉਸ ਦੇਸ਼ ਦੇ ਵਿੱਚ ਹੁਣ ਸਮਸਤ ਬਰੇਜ ਨੇ ਵੀ ਇਹੀ ਜਿਹੜਾ ਨਾਰਾ ਜਿਹੜਾ ਹੈ ਕਰਨਾ ਸ਼ੁਰੂ ਕਰਤਾ ਅਨਲ ਹੱਕ, ਕਿਉਂਕਿ ਗਿਆਨ ਤਾਂ ਉਹਨੂੰ ਵੀ ਹੋ ਗਿਆ ਕਿ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਪਰ ਜਦੋਂ ਇਹਨੇ ਜਾ ਕੇ ਇਹ ਨਾਰੇ ਲਾਏ ਤਾਂ ਇੱਕ ਮੌਲਾਨਾ ਰਹਿੰਦਾ ਸੀ ਉੱਥੇ, ਤੇ ਉਹਨੇ ਜਦੋਂ ਸੁਣਿਆ ਤੁਰਕ ਸਰਾ ਮਤ ਚੱਲਣ ਮਹਾਨਾ, ਕਹਿਣਗੇ ਉਹ ਤੁਰਕਾਂ ਦੀ ਸ਼ਰਾਹ ਵਿੱਚ ਚੱਲਣ ਵਾਲਾ ਸੀ ਉਹ ਕਾਜੀ ਜਿਹੜਾ ਸੀ। ਅਨਲ ਹੱਕ ਬੋਲਤ ਤੇ ਸੁਣਿਓ, ਤੇ ਉਹ ਜਦੋਂ ਇਹ ਕਾਜੀ ਨੇ ਸੁਣਿਆ ਕਿ ਅਨਲ ਹੱਕ ਸਮਸਤ ਬਰੇਜ ਨੇ ਬੋਲਿਆ, ਰਹਿਓ ਹਟਾਏ ਅਧਿਕ ਡਰ ਭਨਿਓ, ਉਹਨੇ ਬਹੁਤ ਡਰ ਦਿੱਤਾ ਸਮਸਤ ਬਰੇਜ ਨੂੰ ਕਿ ਤੂੰ ਹਟ ਜਾ, ਤੂੰ ਅਨਲ ਹੱਕ ਨਾ ਕਿਹਾ ਕਰ, ਤੈਨੂੰ ਨਹੀਂ ਕਹਿਣਾ ਚਾਹੀਦਾ, ਇਹ ਸ਼ਰ੍ਹਾ ਦੇ ਉਲਟ ਹੈ। ਜਾ ਕੋ ਵਹ ਵਥ ਪ੍ਰਾਪਤ ਹੋਈ, ਕਹਿਣ ਲਗੇ ਜਾਂ ਕੋ ਇਹੋ ਕਹਿਣ ਲਗੇ ਇਹ ਅਕਾਲ ਜਿਹੜੀ ਹੈ ਆਕਾਸ਼ ਬਾਣੀ ਜਿਨ੍ਹਾਂ ਨੂੰ ਉਤਰੀ ਹੋਵੇ, ਜਿਨ੍ਹਾਂ ਨੂੰ ਆਕਾਸ਼ ਬਾਣੀ ਸੁਣੀ ਹੋਵੇ, ਜਾਂ ਉਹਨਾਂ ਦੀ ਜਿਹੜੀ ਹਨ ਲੈਂਗੁਏਜ ਵਾਹਿਊ ਵੀ ਕਹਿੰਦੇ ਹਨ। ਕਹਿੰਦੇ ਇਹ ਆਕਾਸ਼ ਬਾਣੀ ਜਿਹਨੂੰ ਹੋਈ ਹੋਵੇ, ਤੁਰਕੀ ਜਿਹੜੀ ਬਾਣੀ ਆਪਾਂ ਕਹਿੰਦੇ ਹਾਂ ਇਹਨਾਂ ਦੀ ਬੋਲੀ 'ਚ ਆਕਾਸ਼ ਬਾਣੀ, ਤੇ ਕਹਿੰਦੇ ਜਿਹਨੂੰ ਆਕਾਸ਼ ਬਾਣੀ ਸਿੱਧਾ ਪਰਮਾਤਮਾ ਵੱਲੋਂ ਜਿਨ੍ਹਾਂ ਨੇ ਪਰਮਾਤਮਾ ਦੀ ਆਵਾਜ਼ ਸੁਣੀ ਹੋਵੇ, ਡਰ ਕਿਹ ਕੋ ਨਹਿ ਮਾਨਤ ਸੋਈ, ਇਸ ਕਰਕੇ ਉਹ ਬੰਦਾ ਕਿਉਂ ਡਰੇਗਾ ਕਿਸੇ ਤੋਂ ਜਿਹਨੂੰ ਉਹ ਸਿੱਧਾ ਪਰਮਾਤਮਾ ਦੇ ਬਚਨ ਸੁਣ ਸਕਦਾ ਹੈ, ਬਚਨ ਉਹਨਾਂ ਦੇ ਕੰਨਾਂ ਵਿੱਚ ਨਾਲ ਉਹ ਸੁਣਦਾ ਹੈ, ਉਹਨੂੰ ਕਿਸੇ ਹੋਰ ਦਾ ਕਿਉਂ ਡਰ ਹੋਵੇਗਾ। ਕਰਿਓ ਮੁਲਾਨੇ ਬਾਦ ਕਨੇਰਾ, ਉਸ ਕਰੇ ਉਹ ਮੁਲਾਣਾ ਜਿਹੜਾ ਸੀ ਉਹਨੇ ਬੜਾ ਬਾਦ ਕੀਤਾ, ਬੜਾ ਉਹਨੇ ਝਗੜੇ ਕਰਨੇ ਸ਼ੁਰੂ ਕਰਤੇ। ਨਹਿ ਮਾਨਿਓ ਗਹਿ ਲਿਆ ਬਿਨ ਦੇਰਾ, ਜਦੋਂ ਉਹ ਨਾ ਮੰਨਿਆ ਸਮਸਤ ਬਰੇਜ ਉਸ ਵੇਲੇ ਉਹਨੇ ਫੜ ਲਿਆ ਸੂਰੀ ਪਰ ਸੋ ਦੀਨ ਚੜਾਈ, ਇਹਨੂੰ ਜਿਹੜਾ ਹੈ ਉਸਨੇ ਸ਼ਮਸ਼ ਤਬਰੇਜ ਨੂੰ ਉਸ ਵੇਲੇ ਜਿਹਦਾ ਨਾਂ ਜਿਹੜਾ ਸੀਗਾ ਇਹ ਜਿਹੜਾ ਕਾਨ ਸਿੰਘ ਨਾਭੀ ਨੇ ਦੱਸਿਆ ਮਖਦੂਮ ਸ਼ਾਹ ਸ਼ਮਸੁਦੀਨ ਵੀ ਕਹਿ ਲਈਏ ਜਾਂ ਸ਼ਮਸਉਦੀਨ ਵੀ ਕਹਿ ਲਈਏ, ਜਿਵੇਂ ਆਪਾਂ ਪ੍ਰੋਨਾਉਂਸ ਕਰਨਾ ਹੈ। ਸੋ ਕਹਿੰਦੇ ਮਖਦੂਮ ਸ਼ਾਹ ਇਹ ਨਾਂ ਦਿੱਤਾ ਹੈ, ਜੋ ਇਹ ਨਾਂ ਜਿਹੜਾ ਸੀ ਕਾਨ ਸਿੰਘ ਨਾਭੀ ਨੇ ਦਿੱਤਾ, ਕਹਿੰਦੇ ਇਹ ਪਹਿਲਾ ਹੋਇਆ ਹੈ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਇਹਨੂੰ ਸੂਲੀ ਤੇ ਚੜਾ ਦਿੱਤਾ। ਉਸ ਵੇਲੇ ਸੂਲੀ ਹੁੰਦਾ ਇੱਕ ਕੰਡਾ ਹੁੰਦਾ ਹੈ ਜਾਂ ਕੋਈ ਸ਼ਬ ਆਬਜੈਕਟ ਹੁੰਦਾ ਹੈ ਜਿਹਦੇ ਤੇ ਬੰਦੇ ਨੂੰ ਬਿਠਾਇਆ ਜਾਵੇ, ਜਿੱਥੇ ਉਹਦਾ ਐਨਸ ਹੁੰਦਾ ਹੈ ਐਨ ਉੱਥੇ ਲਾਇਆ ਜਾਂਦਾ ਹੈ, ਤੇ ਬੰਦੇ ਦੇ ਭਾਰ ਦੇ ਨਾਲ ਉਹ ਚੀਜ਼ ਅੰਦਰ ਇੰਗਰੈਸ ਹੋਈ ਜਾਂਦੀ ਹੈ ਹੌਲੀ 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 ਕਰਕੇ। ਸੋ ਇਉਂ ਕਰਕੇ ਬੰਦਾ ਬੜਾ ਤੜਫ ਕੇ ਮਰਦਾ ਹੈ, ਬੜਾ ਉਹਨੂੰ ਦੁੱਖ ਹੁੰਦਾ ਹੈ। ਅਨਲ ਹੱਕ ਬੋਲਿਓ ਤੇ ਥਾਈ, ਉਸ ਵੇਲੇ ਉਹ ਸ਼ਮਸ਼ ਤਬਰੇਜ ਜਿਹੜਾ ਸੀ ਉਹਨੂੰ ਕਾਹਦੀ ਪੀੜ, ਤਾਂ ਉਹਨੂੰ ਕੋਈ ਪੀੜ ਲੱਗਦੀ ਨਹੀਂ ਕਿਉਂਕਿ ਸੰਤ ਸੀਗਾ ਉਹ ਪੂਰਾ। ਤੇ ਕਹਿੰਦੇ ਅਨਲ ਹੱਕ ਕੀ ਕਰਦਾ ਰਿਹਾ, ਉਹ ਹਟਿਆ ਨਹੀਂ, ਉਹਨੇ ਇੱਕ ਜਾਪ ਸ਼ੁਰੂ ਕਰ ਲਿਆ ਅਨਲ ਹੱਕ। ਸਰਬ ਸਰੀਰ ਭੇਦਗੀ ਸੂਰੀ, ਦੇਖੋ ਉਹ ਸੂਲੀ ਜਿਹੜੇ ਸੂਲ ਸੀਗਾ ਜਿਹੜਾ ਉਹਦੇ ਸਾਰੇ ਸਰੀਰ ਨੂੰ ਭੇਦਨਾ ਕਰਤਾ, ਉਹਦਾ ਸਾਰਾ ਸਰੀਰ ਪਾਟ ਗਿਆ, ਉਹ ਸਰੀਰ ਦੇ ਵਿੱਚ ਦੀ ਲੰਘ ਗਿਆ, ਸਾਰੇ ਔਰਗਨ ਉਹਦੇ ਖਤਮ ਹੋ ਗਏ ਤੇ ਲਹੂ ਲਹਾਨ ਹੋ ਗਿਆ, ਸਾਰਾ ਲਹੂ ਉਹਦਾ ਖਤਮ ਹੋਣ ਲੱਗ ਗਿਆ, ਪਰ ਅਨਲ ਹੱਕ ਹਜੇ ਤੱਕ ਕਹੀ ਜਾਂਦਾ ਸੀ। ਤਦ ਆਪਣਾ ਡੋਲਿਓ ਟਿਕੀ ਬ੍ਰਿਤ ਰੂਰੀ, ਦੇਖੋ ਉਹ ਆਪਣੀ ਬਿਰਤੀ ਤੇ ਐਨ ਟਿਕਿਆ ਹੋਇਆ ਬਸ ਇਹੀ ਐਲਾਨ ਕਰੀ ਜਾਂਦਾ ਸੀ। ਸਰੋਨਤ ਕੀ ਬੂੰਦੇ ਧਰ ਪਰਈ, ਹੁਣ ਦੇਖੋ ਉਹ ਜਿਹੜੇ ਉਹਦੇ ਲਹੂ ਦੀਆਂ ਜਿਹੜੀਆਂ ਬੂੰਦਾਂ ਹਨ ਧਰਤੀ ਤੇ ਡਿੱਗਣੀਆਂ ਸ਼ੁਰੂ ਹੋ ਗਈਆਂ, ਧਰਤੀ ਤੇ ਉਹਦਾ ਲਹੂ ਬਹੁਤ ਡੁੱਲਿਆ। ਅਨਲ ਹੱਕ ਕੋ ਸ਼ਬਦ ਉਚਰਈ, ਇੱਕ ਇੱਕ ਬੂੰਦ ਉਹਦੀ ਜਿਹੜੀ ਬਲੱਡ ਜੀ ਸੀਗੀ ਜਾਂ ਜਿਹੜੀ ਖੂਨ ਦੀ, ਉਹਦੇ ਵਿੱਚੋਂ ਇੱਕ ਇੱਕ ਕਤਰੇ ਦੇ ਵਿੱਚੋਂ ਅਨਲ ਹੱਕ ਦੀ ਆਵਾਜ਼ ਆ ਰਹੀ ਹੈ।
ਭਾਵੇਂ ਉਹਦਾ ਸਰੀਰ ਸ਼ਾਂਤ ਹੋ ਗਿਆ, ਉਹਦੇ ਲਹੂ ਦੇ ਕਤਰਿਆਂ ਵਿੱਚ ਉਹ ਅਨਲ ਹੱਕ ਹੋਣ ਲੱਗ ਪਿਆ। ਦੇਖ ਮੁਲਾਨੇ ਮਾਨ ਅਚੰਬਾ, ਉਹ ਮੁਲਾਣੇ ਜਿਹੜੇ ਸਨ ਹੈਰਾਨ ਹੋ ਗਏ ਦੇਖ ਕੇ, ਕਹਿੰਦੇ ਤਾਂ ਲਹੂ ਵੀ ਬੋਲੀ ਜਾਂਦਾ ਅਨਲ ਹੱਕ। ਉਹ ਬੜੇ ਉਹ ਜਿਹੜੇ ਹੈਰਾਨਗੀ ਵਿੱਚ ਗਏ। ਸੋ ਜਰਾਏ ਦੀ ਲਖੈ ਅਸੰਭਾ, ਉਹਨੇ ਜਿਹੜਾ ਮੁਲਾਣਿਆਂ ਨੇ ਕੀ ਕੀਤਾ, ਕਹਿੰਦੇ ਇਹਦਾ ਜਿਹੜਾ ਸਰੀਰ ਤੇ ਇਹਦਾ ਜਿਹੜਾ ਲਹੂ ਆ ਨਾ ਸਾੜ ਦੋ, ਹੁਣ ਇਹਨੂੰ ਜਲਾ ਦੋ, ਤਾਂ ਕਰਕੇ ਨਾ ਬੋਲਣ ਅਨਲ ਹੱਕ। ਜਿਤੇ ਭਸਮ ਹੋਈ ਤਨ ਕੇਰੀ, ਉਹਨੇ ਕੀ ਕੀਤਾ, ਜਦੋਂ ਉਹ ਸੂਲ ਸਮੇਤ ਉਹਦੇ ਸਰੀਰ ਨੂੰ, ਉਹਦੇ ਲਹੂ ਨੂੰ ਸਾੜ ਦਿੱਤਾ, ਜਿਹੜੀ ਭਸਮ ਡਸਟ ਕੱਟੀ ਹੋਈ ਉਹਦੇ ਸੰਸਕਾਰ ਤੋਂ ਬਾਅਦ, ਅਨਲ ਹੱਕ ਪੁਨ ਪੁਨ ਸੋ ਟੇਰੀ। ਦੇਖੋ ਉਹ ਕੀ ਕਹਿੰਦੀ ਹੈ, ਉਹਦੀ ਭਸਮ ਦੇ ਵਿੱਚੋਂ ਵੀ ਅਨਲ ਹੱਕ ਦੀ ਆਵਾਜ਼ ਆ ਰਹੀ ਹੈ। ਉਹ ਭਸਮ ਦੇ ਵਿੱਚੋਂ ਵੀ ਬੋਲੀ ਜਾਂਦਾ ਅਨਲ ਹੱਕ ਹੋਈ ਜਾਂਦਾ ਹੈ। ਕੱਚ ਸੀਸੇ ਮਹਿ ਸੋ ਤਿਨ ਪਾਈ, ਸੋ ਕਾਜੀ ਤੋਂ ਰਿਆ ਨਾ, ਉਹ ਜਿਹੜਾ ਮੁਲਾਣਾ ਸੀ ਉਹ ਤੋਂ ਰਿਆ ਨਾ ਗਿਆ। ਉਹਨੇ ਕੀ ਕੀਤਾ, ਇਹ ਭਸਮ ਨੂੰ ਚੱਕ ਕੇ ਇੱਕ ਸ਼ੀਸ਼ੀ ਦੇ ਵਿੱਚ ਪਾ ਲਿਆ, ਇੱਕ ਵੈਸਲ ਦੇ ਵਿੱਚ ਪਾ ਕੇ, ਜਿਹੜਾ ਗਲਾਸ ਵੈਸਲ ਸੀਗੀ ਜਾਂ ਆਪਾਂ ਕਹਿ ਦਈਏ ਗਲਾਸ ਵੈਸਲ ਦੇ ਵਿੱਚ ਪਾ ਕੇ ਉੱਤੇ ਢੱਕਣ ਜ਼ੋਰ ਦੀ ਬੰਦ ਕਰਤਾ, ਕਰਕੇ ਖਾਮ ਧਰੇ ਘਰ ਜਾਈ। ਤੇ ਉਹਨੇ ਉੱਤੋਂ ਚੰਗੀ ਤਰ੍ਹਾਂ ਉਹਨੂੰ ਸੀਲ ਕਰਕੇ ਉਹ ਵੈਸਲ ਨੂੰ, ਉਹ ਜਿਹੜਾ ਹਨ ਸ਼ੀਸ਼ੇ ਦੀ ਜਿਹੜੀ ਹੈ ਬੋਤਲ ਜੀ ਸੀ, ਉਹਨੂੰ ਚੰਗੀ ਤਰ੍ਹਾਂ ਉੱਤੋਂ ਸੀਲ ਕਰਤਾ, ਬੰਦ ਕਰ ਦਿੱਤਾ ਤੇ ਆਪਣੇ ਘਰ ਵਿੱਚ ਰੱਖ ਲਈ। ਕਰਿਓ ਕੈਦ ਐਸੇ ਮਨ ਜਾਣੀ, ਦੇਖੋ ਉਹਨੇ ਜਾਣਿਆ ਮੈਂ ਕੈਦ ਕਰ ਲਿਆ, ਹੁਣ ਗੱਲ ਮੁੱਕ ਗਈ। ਹੁਣ ਸ਼ਮਸ ਤਬਰੇਜ਼ ਦੀ ਇਹਦਾ ਚੈਪਟਰ ਕਲੋਜ਼ ਆ, ਹੁਣ ਨਹੀਂ ਇਹ ਬੋਲੂਗਾ, ਜੇ ਬੋਲੂਗਾ ਤਾਂ ਸਾਨੂੰ ਸੁਣਦਾ ਨਹੀਂ ਹੋਊਗਾ, ਕਿਉਂਕਿ ਅੰਦਰ ਵੈਕਿਊਮ ਹੋ ਗਿਆ। ਤੇ ਉਹਨੇ ਬੰਦ ਕਰਕੇ ਆਪਣੇ ਘਰੇ ਰੱਖ ਲਈ। ਅਨਲ ਹੱਕ ਨਹਿ ਬੋਲ ਹੈ ਬਾਨੀ, ਕਹਿੰਦੇ ਹੁਣ ਨਹੀਂ ਅਨਲ ਹੱਕ ਇਹ ਮੁੜ ਕੇ ਕਹੇਗਾ ਕਿਤੇ। ਕਿਤਕ ਕਾਲ ਜਬ ਬਿਤਿਓ ਮਝਾਰੀ, ਕਿਤਕ ਕਾਲ ਜਦੋਂ ਕੁਝ ਕੁ ਸਮਾਂ ਬੀਤ ਗਿਆ, ਤਿਹ ਕੇ ਤਨਿਆ ਹੋਤੀ ਕੁਆਰੀ। ਉਸ ਮੁਲਾਣੇ ਦੀ ਇੱਕ ਪੁੱਤਰੀ ਇੱਕ ਧੀ ਹੁੰਦੀ ਸੀ। ਇਹ ਸੀਸਾ ਮੁਖ ਖੋਲਣ ਕੀਨਾ, ਉਹਨੇ ਇੱਕ ਦਿਨ ਉਹ ਵੈਸਲ ਜਿਹੜੀ ਗਲਾਸ ਵੈਸਲ ਹੈ ਜਾਂ ਉਹ ਸ਼ੀਸ਼ੀ ਹੈ, ਉਹਨੇ ਦੇਖ ਲਈ। ਉਹਨੇ ਹੱਥਾਂ ਵਿੱਚ ਰੱਖ ਕੇ ਦੇਖੀ, ਕਹਿੰਦੀ ਇਹ ਕੀ ਹੈ, ਕਿਉਂ ਬੰਦ ਕੀਤੀ ਹੋਈ ਹੈ? ਕਿਉਂਕਿ ਜਿਹੜੀ ਚੀਜ਼ ਚੰਗੀ ਤਰ੍ਹਾਂ ਬੰਦ ਕੀਤੀ ਹੋਵੇ ਨਾ, ਹਰ ਇੱਕ ਬੰਦੇ ਨੂੰ ਸ਼ੱਕ ਜਾ ਪੈ ਜਾਂਦਾ ਵੀ ਇਹ ਬੰਦ ਕਿਉਂ ਕੀਤੀ ਹੈ ਇਹਨੇ ਤਕੜੇ ਤਰੀਕੇ ਨਾਲ, ਇਹਦੇ ਵਿੱਚ ਹੈ ਕੀ? ਤਾਂ ਉਹਨੇ ਇਹ ਜਿਹੜਾ ਹੈ ਸਸਪੀਸ਼ੀਅਸ ਦੇ ਨਾਲ ਉਹਨੇ ਕੀ ਕੀਤਾ, ਬੋਤਲ ਨੂੰ ਖੋਲ ਦਿੱਤਾ ਜੀ। ਸੁੰਗਿਓ ਲਖਿਓ ਸੁਗੰਧ ਬਹੀਨਾ, ਉਹਨੇ ਕੀ ਕੀਤਾ, ਹੁਣ ਜਿਵੇਂ ਆਮ ਬੰਦਾ ਕੋਈ ਕਰਦਾ ਹੀ ਆ, ਸ਼ੀਸ਼ੀ ਖੋਲ ਕੇ ਉਹਨੇ ਪਹਿਲਾਂ ਸੁੰਘਿਆ ਉਸ ਨੂੰ, ਜਿਹੜਾ ਉਹਦੀ ਸਮੈਲ ਲਈ, ਤੇ ਸਮੈਲ ਉਹਨੂੰ ਕੋਈ ਨਾ ਆਈ। ਕਹਿੰਦੀ ਇਹ ਤਾਂ ਸਮੈਲਲੈਸ ਆ, ਇਹਦੇ 'ਚ ਤਾਂ ਕੋਈ ਸਮੈਲ ਨਹੀਂ ਹੈਗੀ, ਨਾ ਚੰਗੀ ਨਾ ਮਾੜੀ। ਕਾਢ ਬੀਚ ਤੇ ਮੁਖ ਮਹਿ ਪਾਈ, ਤੇ ਉਹਨੇ ਆਪਣਾ ਹੱਥ ਉਸ ਵੈਸਲ ਦੇ ਵਿੱਚ ਪਾਇਆ। ਉਸਦੀ ਲੜਕੀ ਨੇ, ਮੁਲਾਣੇ ਦੀ ਲੜਕੀ ਨੇ, ਜਦੋਂ ਹੱਥ ਵਿੱਚ ਪਿਆ ਤਾਂ ਹੁਣ ਭਸਮ ਤਾਂ ਉਹਦੇ ਹੱਥ ਨੂੰ ਲੱਗਣੀ ਹੋ ਸੀਗੀ, ਜਿਹੜੀ ਕਿ ਉਹ ਜਿਹੜਾ ਸ਼ਮਸ ਤਬਰੇਜ਼ ਦੇ ਸਰੀਰ ਦੀ ਜਿਹੜੀ ਭਸਮ ਸੀ ਉਹਦੇ ਹੱਥ ਨੂੰ ਲੱਗੀ। ਕਛੂ ਨਾ ਸਾਧ ਤਾਹੇ ਕੋ ਆਏ, ਉਹਨੇ ਕੀ ਕੀਤਾ ਜੀ, ਚੱਕ ਕੇ ਉਹ ਜਿਹੜਾ ਭਸਮ ਲੱਗੀ ਹੋਈ ਉਹਨੇ ਆਪਣੇ ਮੂੰਹ ਚ ਲਾ ਲਈ, ਵੀ ਮੈਂ ਦਾ ਸਵਾਦ ਦੇਖਾਂ, ਕਿਤੇ ਨੂਨ ਨਾਨ ਤਾਂ ਨਹੀਂ ਪਾਇਆ, ਕੋਈ ਚੂਰਨ ਹੋਊਗਾ ਪੁਰਾਣਾ, ਜਾਂ ਕੋਈ ਹੋਰ ਮੁਲਕ ਦਾ ਕੋਈ ਹੋਊਗਾ ਜਿਹੜਾ ਸਪੈਸ਼ਲ ਹੋਊਗਾ। ਉਹਨੇ ਚੱਕ ਕੇ ਮੂੰਹ ਨੂੰ ਲਾ ਲਿਆ ਜੀ, ਉਹਨੇ ਜਿਹੜੀ ਉਹ ਭਸਮ ਖਾ ਲਈ। ਹਿਰਦੇ ਵਿਚਾਰਤ ਇਹ ਕਿਆ ਹੋਈ, ਫੇਰ ਉਹ ਬੜੀ ਹੈਰਾਨ ਹੋਈ, ਕਹਿੰਦੀ ਕੋਈ ਸਵਾਦ ਤਾਂ ਆਇਆ ਨਹੀਂ, ਇਹ ਚੀਜ਼ ਕੀ ਹੈ, ਨਾ ਨੂਨ ਨਾ ਮਿਰਚ ਇਹਦੇ ਚ, ਕੋਈ ਗੱਲ ਨਹੀਂ ਇਹਦੇ ਵਿੱਚ। ਤਾਂ ਕਹਿੰਦੀ ਉਸ ਵੇਲੇ ਉਹ ਹੈਰਾਨ ਹੋਈ, ਕਹਿੰਦੇ ਇਹ ਕਿਆ ਹੋਈ, ਕੀ ਇਹ ਚੀਜ਼? ਸਾਧ ਸੁਗੰਧ ਨਾ ਜਿਸਮ ਹੈ ਕੋਈ, ਹਾਂ, ਨਾ ਇਹਦੇ ਚ ਸਵਾਦ ਆ ਨਾ ਸੁਗੰਧ ਹੈ, ਕੁਝ ਵੀ ਨਹੀਂ ਹੈਗਾ ਇਹਦੇ ਵਿੱਚ। ਕੀ ਕਰਨੀ ਉਹਨੇ ਬਣ ਕੇ ਰੱਖੀ ਸੀ? ਪਿਤਨੇ ਆਣ ਧਰੀ ਕਰ ਮਾਹੀ, ਉਸ ਵੇਲੇ ਉਹਨੇ ਪਿਤਨੇ ਆਣ ਧਰੀ ਕਰ ਮਾਹੀ, ਕਹਿੰਦੇ ਮੇਰੇ ਪਿਤਾ ਨੇ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਤੀ, ਇਹ ਕਿੱਥੋਂ ਚੱਕ ਕੇ ਲਿਆ ਕੇ ਸੰਭਾਲ ਕੇ ਰੱਖੀ ਹੋਈ ਹੈ ਇੱਥੇ। ਸੋ ਕਾਜ ਕੀ ਦੀਸਤ ਨਾਹੀ, ਕਹਿਣ ਕਿ ਮੈਨੂੰ ਤਾਂ ਕੋਈ ਕੰਮ ਦੀ ਦਿਸਦੀ ਨਹੀਂ ਇਹ ਚੀਜ਼, ਇਹ ਵਾਧੂ ਦੀ ਚੀਜ਼ ਲੱਗਦੀ ਹੈ, ਪਤਾ ਨਹੀਂ ਕਿੱਥੋਂ ਭਸਮ ਜੇ ਇਕੱਠੀ ਕਰ ਲਿਆਇਆ ਵਿਹਲਾ ਮੁਲਾਣਾ ਮੇਰਾ ਪਿਤਾ। ਤਬ ਤੇ ਹਮਲ ਰਹਿਓ ਤਿਸ ਤਾਈ, ਕੀ ਹੋਇਆ ਜੀ, ਉਹਨੂੰ ਹਮਲ ਹੋ ਗਿਆ, ਉਹ ਪ੍ਰੈਗਨੈਂਟ ਹੋ ਗਈ ਜੀ। ਸੋ ਉਹ ਅਨਵਿਆਹੀ ਸੀ, ਉਹਦਾ ਵਿਆਹ ਨਹੀਂ ਹਜੇ ਹੋਇਆ ਸੀ, ਉਹ ਭਸਮ ਮੂੰਹ 'ਚ ਲੱਗਣ ਕਰਕੇ ਉਹ ਪ੍ਰੈਗਨੈਂਟ ਹੋ ਗਈ, ਉਹਨੂੰ ਜਿਹੜਾ ਗਰਭ ਹੋ ਗਿਆ। ਕੇਤਕ ਦਿਨ ਭੇ ਚਹਿਨ ਲਖਾਈ, ਕੁਝ ਕੁ ਦਿਨਾਂ ਬਾਅਦ ਉਹਦਾ ਜਿਹੜਾ ਪ੍ਰੈਗਨੈਂਸੀ ਸੀ ਕਰਕੇ ਉਹਦਾ ਢਿੱਡ ਬਾਹਰ ਦਿਸਣ ਲੱਗ ਪਿਆ। ਮਾਦਰ ਪਿਦਰ ਪਿਖਤ ਬਿਸਮਾਨੇ, ਜਦੋਂ ਉਹਦੇ ਮਾਂ ਪਿਓ ਜਿਹੜਾ ਮੁਲਾਣਾ ਸੀ ਤੇ ਉਹਦੀ ਘਰਵਾਲੀ ਨੇ ਦੇਖਿਆ ਇਹ ਪੁੱਤਰੀ ਨੂੰ ਕੀ ਹੋ ਗਿਆ, ਉਹ ਹੈਰਾਨ ਹੋ ਗਏ ਜੀ। ਦੁਖਤਰ ਕੋ ਕੁ ਕਰਮ ਪਹਿਚਾਨੇ, ਤੇ ਦੇਖੋ ਅੱਜ ਕੱਲ ਜੇ ਕੋਈ ਕਿਸੇ ਦਾ ਢਿੱਡ ਵੱਡਾ ਦੇਖਦਾ ਹੈ, ਬੰਦਿਆਂ ਦੇ ਢਿੱਡ ਤਾਂ ਹੋਰ ਵੀ ਵੱਡੇ ਆ ਬੁੜੀਆਂ ਨਾਲੋਂ ਅੱਜ ਕੱਲ, ਹਾਂਜੀ, ਉਹ ਤਾਂ ਆਪਾਂ ਨੂੰ ਕੋਈ ਸ਼ੱਕ ਨਹੀਂ ਪੈਂਦਾ ਹੁੰਦਾ ਵੀ ਠੀਕ ਇਹ ਹੁਣੇ ਵਿਚਾਰੇ ਮੋਟੇ ਆ, ਖਾਂਦੇ ਪੀਂਦੇ ਆ ਵਿਚਾਰੇ, ਤਾਂ ਢਿੱਡ ਬਾਹਰ ਨੂੰ ਹੋਏ ਆ, ਹਾਂਜੀ। ਪਰ ਇਹ ਲੜਕੀ ਦਾ ਜਦੋਂ ਢਿੱਡ ਬਾਹਰ ਨੂੰ ਆਇਆ ਦੇਖਿਆ ਤਾਂ ਉਹਦੇ ਮਾਂ-ਬਾਪ ਸੋਚਣ ਲੱਗੇ ਵੀ ਇਹ ਕੀ ਹੋ ਗਿਆ, ਇਹ ਤਾਂ ਨਹੀਂ ਕੁਝ ਜਿਹੜਾ ਹੈ ਹੋਇਆ ਕਿ ਕੁੜੀ ਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ। ਚਿਤ ਮਹਿ ਚਿੰਤਾ ਬਧੀ ਵਿਸਾਲਾ, ਉਹਨਾਂ ਦੇ ਮਨ ਵਿੱਚ ਜਿਹੜੀ ਹੈ ਬੜੀ ਚਿੰਤਾ ਫਿਕਰ ਵੱਧ ਗਿਆ ਵੀ ਸਾਡੀ ਤਾਂ ਕੁੜੀ ਜਿਹੜੀ ਹੈ ਲੜਕੀ ਅਨਵਿਆਹੀ ਹੈ, ਕੁਆਰੀ ਹੈ, ਇਹਨੂੰ ਕਿਵੇਂ ਗਰਭ ਹੋ ਗਿਆ। ਇਉਂ ਵਿਚਾਰ ਕੀਨੋ ਤਹਿ ਕਾਲਾ, ਇਹ ਉਹਨਾਂ ਨੇ ਵਿਚਾਰ ਕੀਤੇ ਆਪਣੇ ਮਨ ਦੇ ਵਿੱਚ, ਮਾਂ-ਬਾਪ ਨੇ ਉਸ ਵੇਲੇ ਬਹਿ ਕੇ, ਇਸ ਕੋ ਮਾਰਨ ਹੈ ਸੁਭ ਕਾਜਾ। ਉਹਨੂੰ ਮੁਲਾਣੇ ਤਾਂ ਪਹਿਲਾਂ ਇਹ ਸੋਚਿਆ ਕਹਿੰਦਾ ਲੜਕੀ ਨੂੰ ਮਾਰ ਦਿੰਦੇ ਹਾਂ,
ਹੁਣ ਇਹ ਲੜਕੀ ਜਿਹੜੀ ਹੈ ਸਾਡਾ ਮੂੰਹ ਕਾਲਾ ਕਰਾਏਗੀ, ਲੋਕੀ ਕੀ ਕਹਿਣਗੇ, ਸਾਡੀ ਬਦਨਾਮੀ ਹੋਊਗੀ। ਮੁਲਾਣਾ ਕਹਿੰਦਾ ਮੈਂ ਸਾਰਿਆਂ ਨੂੰ ਧਰਮ ਸਿਖਾਉਂਦਾ ਫਿਰਦਾ ਤੇ ਮੇਰੀ ਲੜਕੀ ਦਾ ਇਹ ਹਾਲ ਹੈ, ਲੋਕੀ ਕੀ ਕਹਿਣਗੇ, ਕਿਉਂਕਿ ਮੁਲਾਣੇ ਦੀ ਪੋਜੀਸ਼ਨ ਕਾਫੀ ਹਾਈ ਹੁੰਦੀ ਸੀ ਗਵਰਨਮੈਂਟ ਦੇ ਵਿੱਚ। ਸੋ ਉਹ ਜਿਹੜਾ ਹੈ ਕਹਿੰਦਾ ਲੜਕੀ ਨੂੰ ਹੀ ਮਾਰ ਦਿੰਦੇ ਹਾਂ, ਸਭ ਜਗ ਮਹਿ ਰਹਿ ਆਵਤ ਲਾਜਾ। ਹਾਂ, ਜਿਹਦੇ ਕਰਕੇ ਸਾਡੀ ਲਾਜ, ਸਾਡਾ ਜਿਹੜੀ ਇੱਜ਼ਤ ਹੈ ਜਿਹੜੀ ਬਣੀ ਹੋਈ ਆ ਮਾੜੀ ਮੋਟੀ ਰਹਿ ਜਾਵੇ। ਨਿਸਾ ਵਿਖਿਆ ਜਬ ਪਰ ਕੈ ਸੋਇਓ। ਕਹਿਣਗੇ ਨਿਸਾ ਪਰ, ਕਹਿਣਗੇ ਜਦੋਂ ਰਾਤ ਨੂੰ ਇਹ ਕਾਜੀ ਰਾਤ ਨੂੰ ਸੁੱਤਾ ਇਹ ਖਿਆਲ ਦੇ ਨਾਲ ਵੀ ਮੈਂ ਲੜਕੀ ਨੂੰ ਮਾਰੇ ਦਿੰਦਾ, ਤੋ ਇਹ ਸੋਚ ਕੇ ਸੌਂ ਗਿਆ ਜੀ। ਇਸ ਪ੍ਰਕਾਰ ਕੋ ਸੁਪਨੋ ਹੋਇਓ। ਉਸ ਵੇਲੇ ਸੁੱਤੇ ਪਏ ਨੂੰ ਮੁਲਾਣੇ ਨੂੰ ਸੁਪਨਾ ਆਇਆ। ਦੁਖਤਰ ਮਾਰਨ ਜੋ ਮਨ ਠਾਨੀ। ਕਹਿਣਗੇ ਦੁਸ਼ਟਰ, ਕਹਿਣਗੇ ਤੂੰ ਆਪਣੀ ਧੀ ਮਾਰਨ ਦਾ ਜਿਹੜਾ ਪ੍ਰੋਗਰਾਮ ਬਣਾ ਰਿਹਾ ਹਾਂ, ਇਹ ਬਿਦ ਤੋਹੇ ਹੋਏ ਦੁਖਦਾਨੀ। ਇਹ ਤੈਨੂੰ ਬਹੁਤ ਦੁਖਦਾਈ ਹੋਗਾ। ਜੇ ਤੂੰ ਆਪਣੀ ਧੀ ਨੂੰ ਮਾਰਿਆ ਨਾ, ਤੈਨੂੰ ਤਾਂ ਬਹੁਤ ਦੁੱਖ ਆਏਗਾ ਅੱਗੇ। ਮੌਲਾਣਿਆ ਤੂੰ ਨਹੀਂ ਬਚਦਾ ਫਿਰ, ਨਾਸ ਹੋਏਗੋ ਤੋਰ ਤਦਾਈ। ਹਾਂ, ਕਹਿਣਗੇ ਤੇਰਾ ਵੀ ਨਾਸ ਨਾਲ ਦੀ ਨਾਲੇ ਹੋ ਜਾਣਾ ਤੇਰੀ ਧੀ ਦੇ ਨਾਲ। ਨਾਹੇ ਤਾਂ ਤਜ ਦੇਹੋ ਇਸ ਮਤ ਤਾਈ। ਨਾ, ਨਹੀਂ ਤਾਂ ਇਹ ਮਤ ਜਿਹੜੀ ਤੂੰ ਧਾਰਨ ਕੀਤੀ ਹੈ ਨਾ ਆਪਣੀ ਧੀ ਨੂੰ ਮਾਰਨ ਦੀ, ਇਹ ਛੱਡ ਦੇ ਤੂੰ। ਇਹ ਨਾ ਹੁਣ ਤੂੰ ਸੋਚ ਮੁੜ ਕੇ ਆਪਣੀ ਧੀ ਨੂੰ ਕੁਝ ਕਹਿਣ ਨੂੰ। ਹਿਰਦੇ ਮੁਲਾਨੇ ਭੈ ਤਬ ਖਾਈ। ਮੁਲਾਣਾ ਜਿਹੜਾ ਉੱਠਿਆ ਤੇ ਦਿਲ ਦੜ ਦੜ ਵੱਜਦਾ ਹੈ, ਡਰਿਆ ਪਿਆ ਹੈ ਵੀ ਇਹ ਕੀ ਹੋ ਗਿਆ ਮੇਰੇ ਨਾਲ। ਰਾਖੀ ਦੁਖਤਰ ਸਦਨ ਦੁਰਾਈ। ਰਾਖੀ ਦੁਖਤਰ ਕਹਿਣ ਲੱਗੇ ਉਸ ਵੇਲੇ ਉਹਨੇ ਆਪਣੀ ਜਿਹੜੀ ਧੀ ਸੀਗੀ ਛੁਪਾ ਕੇ ਘਰੇ ਰੱਖ ਲਈ, ਉਹਨੂੰ ਬਾਹਰ ਨਹੀਂ ਨਿਕਲਣ ਦਿੰਦੇ। ਕਹਿੰਦੇ ਘਰੇ ਰੱਖੀ ਵੀ ਕਿਸੇ ਨੂੰ ਪਤਾ ਨਾ ਲੱਗੇ ਪ੍ਰੈਗਨੈਂਟ ਹੈ। ਭਇਓ ਮਾਸ 9 ਜਨਮਿਓ ਬਾਲਕ। ਜਦੋਂ 9 ਮਾਸ 9 ਮਹੀਨੇ ਪੂਰੇ ਹੋ ਗਏ, 10ਵੇਂ ਮਹੀਨਾ ਜਦੋਂ ਹੋਇਆ, ਉਸ ਲੜਕੀ ਨੇ ਜਿਹੜਾ ਹੈ ਜਨਮ ਦਿੱਤਾ ਇੱਕ ਬਾਲਕ ਨੂੰ, ਇੱਕ ਜਿਹੜਾ ਬੇਬੀ ਬॉय ਨੂੰ। ਲਿਓ ਮੁਲਾਨੇ ਕਰ ਤਤਕਾਲਕ। ਲਿਓ ਮੁਲਾਣੇ ਨੇ ਕੀ ਕੀਤਾ, ਬਸ ਜਨਮ ਹੋਣ ਦੀ ਦੇਰ ਸੀ, ਉਹਨੇ ਚੁੱਕ ਕਰਕੇ ਉਹ ਬੱਚਾ ਜਿਹੜਾ ਹੁਣ ਨਵਾਂ ਜੰਮਿਆ ਬੱਚਾ ਹੈ ਉਹਨੂੰ ਚੁੱਕ ਕਰਕੇ ਉਸੇ ਵੇਲੇ ਇੱਕ ਮਟਕੇ ਕੇ ਭੀਤਰ ਡਾਰਾ। ਉਹਨੇ ਇੱਕ ਮਟਕੀ ਲੈ ਲਈ, ਇੱਕ ਵੱਡੀ ਵੈਸਲ ਲੈ ਲਈ ਜਿਹੜੀ ਅਰਥ ਵੈਸਲ ਹੁੰਦੀ ਹੈ ਜਿਹੜਾ ਹਨ, ਜੋ ਉਹ ਜਿਹੜੀ ਹੈ ਮਟਕੀ ਲੈ ਕੇ ਉਸ ਬੱਚੇ ਨੂੰ ਉਸ ਮਟਕੀ ਦੇ ਵਿੱਚ ਪਾ ਦਿੱਤਾ। ਮੂੰਦ ਬਹਾਇਓ ਨਦੀ ਮਝਾਰਾ। ਤੇ ਕੀ ਹੋਇਆ, ਉੱਤੋਂ ਬੰਦ ਕਰਤੀ ਉਹ ਵੈਸਲ ਤੇ ਚੱਕ ਕੇ ਇਹ ਘੜਾ ਜਿਹੜਾ ਸੀ ਨਾ ਉਹਨੇ ਚੱਕ ਕੇ ਨਦੀ ਵਿੱਚ ਰੋੜ ਦਿੱਤਾ। ਹੁਣ ਉਹ ਘੜਾ ਜਿਹੜਾ ਹੁੰਦਾ ਕਲੇ ਦਾ ਬਣਿਆ ਹੁੰਦਾ ਉਹ ਡੁੱਬਦਾ ਨਹੀਂ। ਸੋ ਉਹਦੇ ਵਿੱਚ ਦੂਜੀ ਗੱਲ ਉਹ ਬੰਦ ਕੀਤਾ, ਉਤੋਂ ਉਹਦੇ ਵਿੱਚ ਜਿਹੜੇ ਹਵਾ ਵੀ ਪੈ ਗਈ ਉਹ ਤਰਦਾ ਜਾਂਦਾ ਹੈ। ਇਹਨੇ ਚੱਕ ਕੇ ਰੋੜ ਦਿੱਤਾ ਵਗਦੀ ਨਦੀ ਦੇ ਵਿੱਚ। ਗਾਜਰ ਹੁਤੋ ਤੀਰ ਪਰ ਬਾਰੀ। ਉਸ ਵੇਲੇ ਇੱਕ ਦੂਰ ਕੰਢੇ ਤੇ ਧੋਬੀ ਜਿਹੜੇ ਹਨ ਇਕੱਠੇ ਹੋ ਕੇ ਜਿਹੜਾ ਕੱਪੜੇ ਧੋ ਰਹੇ ਸਨ। ਸੋ ਧੋਂਦੇ ਕੱਪੜੇ ਜਿਹੜੇ ਨਦੀ ਦੇ ਵਿੱਚ, ਉਸ ਵੇਲੇ ਸਵੇਰ ਦਾ ਵੇਲਾ ਸੀ। ਲੈ ਨਿਕਾਸ ਤੇ ਖੋਲ ਨਿਹਾਰੀ। ਉਹਨਾਂ ਨੇ ਜਦੋਂ ਦੇਖਿਆ ਇੱਕ ਮਟਕੀ ਆ ਰਹੀ ਹੈ ਜਿਹਦਾ ਮੂੰਹ ਉੱਤੋਂ ਬੰਦ ਹੈ, ਉਹਨਾਂ ਨੇ ਸਸਪੀਸ਼ੀਅਸਲੀ ਜਿਹੜਾ ਹੈ ਦੇਖਿਆ ਵੀ ਇਹਦੇ ਚ ਕੁਝ ਹੋਊਗਾ। ਉਹਨਾਂ ਨੇ ਮਟਕੀ ਜਿਹੜੀ ਹੈ ਫੜ ਕੇ ਕੱਢ ਲਈ ਉਹ ਨਦੀ ਵਿੱਚੋਂ। ਜਬ ਹੈ ਬਿਲੋਕਿਓ ਅੰਤਰ ਕੋਦਕ। ਤੇ ਅੰਦਰ ਉਹਨਾਂ ਨੇ ਦੇਖਿਆ ਕਿ ਇੱਕ ਬੱਚਾ ਪਿਆ, ਬੜਾ ਸੁੰਦਰ ਬੱਚਾ ਹੈ, ਇੱਕ ਬੇਬੀ ਬॉय ਹੈ ਜਿਹੜਾ ਅੰਦਰ ਜਿਹੜਾ ਬੰਦ ਕੀਤਾ ਹੋਇਆ ਹੈ। ਦੀਨ ਉਚਾਏ ਤਾਹੇ ਔਰ ਮੋਦਕ। ਉਹਨਾਂ ਨੇ ਬੜੇ ਖੁਸ਼ ਹੋ ਕੇ ਉਸ ਬੱਚੇ ਨੂੰ ਉਸ ਮਟਕੀ ਤੋਂ ਕੱਢ ਲਿਆ ਵੀ ਬਹੁਤ ਸੁੰਦਰ ਸੋਹਣਾ ਬੱਚਾ ਹੈ। ਖਨ ਹੈ ਆਨ ਪਾਰ ਨਾ ਕੀਨੋ। ਉਹਨਾਂ ਨੇ ਘਰ ਲਿਆ ਕੇ ਉਸ ਦਾ ਜਿਹੜਾ ਹਨ ਪਾਲਣਾ ਕੀਤਾ। ਉਹ ਬੱਚੇ ਨੂੰ ਬੜੀ ਖੁਸ਼ੀ ਦੇ ਨਾਲ ਉਹਨਾਂ ਨੇ ਪਾਲਿਆ ਪਿਆਰ ਨਾਲ। ਸਮਸਤ ਬਰੇਜ ਨਾਮ ਧਰ ਲੀਨੋ। ਉਹ ਬੱਚੇ ਦਾ ਨਾਂ ਜਿਹੜਾ ਸੀਗਾ ਸ਼ਮਸ਼ਤ ਬਰੇਜ ਰੱਖਿਆ। ਉਹ ਵੀ ਹੁਣ ਸ਼ਮਸ਼ਤ ਬਰੇਜ ਆ ਗਿਆ। ਹੁਣ ਇੱਥੇ ਜਿਹੜੀ ਗੱਲ ਚੱਲਦੀ ਹੈ, ਜਿਵੇਂ ਕਾਨ ਸਿੰਘ ਨਾਭੇ ਨੇ ਦੱਸਿਆ ਨਾ ਮਹਾਨ ਖੋਜ ਵਿੱਚ, ਸ਼ਮਸੁਦੀਨ ਮੁਹੰਮਦ ਜਾਂ ਸ਼ਮਸਉਦੀਨ ਮੁਹੰਮਦ ਇਸ ਦਾ ਨਾਂ ਉਹਨਾਂ ਨੇ ਦੱਸਿਆ ਹੈ। ਸੋ ਉੱਥੇ ਜਿਹੜਾ ਹੈ ਹੁਣ ਦੇਖੋ ਇਹ ਦੂਜੀ ਕਹਾਣੀ ਜਿਹੜੀ ਉਹਨਾਂ ਨੇ ਦੂਜੀ ਕਹਾਣੀ ਦੱਸੀ ਸੀ ਇਹ ਹੋਗੀ, ਪਰ ਦੇਖਣਾ ਇਹ ਹੈ ਕਿ ਕਿਉਂਕਿ ਇਹਨਾਂ ਦਾ ਜਨਮ ਜਿਹੜਾ ਹੈ, ਇਹਨਾਂ ਦੇ ਜਨਮ ਦੇ ਜਿਹੜਾ ਹਨ ਉਹ ਹੋਇਆ ਸੀ ਜਿਹੜਾ ਹਨ ਉਹ ਜਿਹੜਾ ਮੇਰੇ ਖਿਆਲ ਜੇ ਨਾ ਭੁੱਲਦਾ ਹੋਵਾਂ 1184। ਸੋ ਮਤਲਬ ਕਿ 1184 ਸਾਲ ਵਿੱਚ ਜਿਹੜਾ ਪਹਿਲਾ ਸੀਗਾ ਨਾ ਜਿਹੜਾ ਕਿ ਮਖਦੂਮ ਸੀਗਾ ਉਹਦਾ ਜਨਮ ਹੋਇਆ ਸੀ। ਤੇ ਦੂਸਰੇ ਦਾ ਸ਼ਮਸ ਤਬਰੇਜ਼ ਦਾ ਉਹਨਾਂ ਨੇ ਜਨਮ ਲਿਖਿਆ ਹੈ ਜਿਹੜਾ ਹੈ 1207 ਵਿੱਚ। ਸੋ 1207 ਇਹਨਾਂ ਦੇ ਵਿੱਚ ਜੇ ਆਪਾਂ ਮਾਈਨਸ ਕਰੀਏ 84 ਨੂੰ ਲੈ ਕੇ, ਸੋ ਉੱਥੇ ਜਿਹੜਾ ਬਣਦਾ ਹੈ ਤਕਰੀਬਨ ਕਿੰਨੇ ਸਾਲ ਬਣਨਗੇ। ਸੋ 1184 ਤੇ 1207। ਸੋ ਇਹਦਾ ਜਿਹੜਾ ਹੈ 23 ਸਾਲ ਦਾ ਫਰਕ ਲੱਗਦਾ ਹੈ। ਸੋ ਮਤਲਬ ਇਹ ਹੈ ਕਿ ਮਖਦੂਮ ਸ਼ਾਹ ਜਿਹੜਾ ਸੀਗਾ ਉਹਨੂੰ ਜਿਹੜਾ ਇਹਨਾਂ ਨੇ ਕਿਹਾ 20-21 ਸਾਲ ਦਾ 22 ਸਾਲ ਦਾ ਹੋਣਾ ਹੈ ਜਦੋਂ ਉਹਨਾਂ ਨੇ ਸੂਲੀ ਤੇ ਚੜਾਤਾ ਸੀ। ਸੋ ਹੁਣ ਦੇਖੋ ਉਸ ਤੋਂ ਬਾਅਦ ਉਹੀ ਸ਼ਮਸ ਤਬਰੇਜ਼ ਦਾ ਫਿਰ ਜਨਮ ਹੋਇਆ। ਕਿਉਂਕਿ ਜੇ ਅਗਰ ਆਪਾਂ ਜਿਹੜੇ ਮੁਸਲਮਾਨਾਂ ਦੇ ਗ੍ਰੰਥ ਨਾ ਜੇ ਉਹਨਾਂ ਵਿੱਚ ਇਹਨਾਂ ਦੀ ਹਿਸਟਰੀ ਪੜ੍ਹੀਏ, ਕਿਉਂਕਿ ਉਹ ਜਨਮ ਮਰਨ ਨੂੰ ਨਹੀਂ ਮੰਨਦੇ, ਇਸ ਕਰਕੇ
ਜਿਹੜਾ ਹਨ ਕਾਹਨ ਸਿੰਘ ਨਾਭੇ ਨੇ ਜਿਹੜਾ ਮਹਾਨ ਕੋਸ਼ ਵਿੱਚ ਲਿਖਿਆ ਵੀ ਇਹ ਦੋ ਅੱਡ-ਅੱਡ ਬੰਦੇ ਨੇ, ਅਸਲ ਵਿੱਚ ਗੱਲ ਨਹੀਂ ਬਣਦੀ ਕਿਉਂਕਿ ਉਹੀ ਬੰਦੇ ਨੇ ਫਿਰ ਜਨਮ ਲਿਆ ਹੈ। ਸੋ ਇਹ ਜਿਹੜਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਲਿਖਿਆ ਹੈ ਉਹ ਜਿਹੜਾ ਹਨ ਜ਼ਿਆਦਾ ਠੀਕ ਲੱਗਦਾ ਹੈ ਕਿਉਂਕਿ ਉਹਨੂੰ ਜਿਹੜਾ ਹੈ ਅਨਲ ਹੱਕ, ਕਿਉਂਕਿ ਉਹਦੀ ਧੂੜ ਨੂੰ ਉਹਨੇ ਖਾ ਲਿਆ ਤੇ ਉਹਨੇ ਮੁੜ ਕੇ ਫਿਰ ਜਨਮ ਲਿਆ, ਉਹਨੇ ਦੂਸਰਾ ਜਨਮ ਆਪਣਾ ਲਿਆ ਤੇ ਉਹਨਾਂ ਦਾ ਨਾਂ ਜਿਹੜਾ ਹੈ ਸ਼ਮਸਉਦੀਨ ਮੁਹੰਮਦ ਜਾਂ ਸ਼ਮਸਉਦੀਨ ਮੁਹੰਮਦ ਹੋਇਆ। ਕਿਤਕ ਬਰਖ ਮਹਿ ਭਇਓ ਬਡੇਰੋ, ਕਹਿਣਗੇ ਕੁਝ ਕੁ ਸਮੇਂ ਵਿੱਚ ਉਹ ਵੱਡਾ ਹੋਇਆ। ਜੇ ਮਸਤਾਨੋ ਤੌਰ ਕਨੇਰੋ, ਜੇ ਮਸਤਾਨੋ ਕਹਿੰਦੇ ਉਹਦਾ ਜਿਹੜਾ ਸੁਭਾਅ ਸੀ ਬੜਾ ਮਸਤ ਸੀਗਾ, ਉਹ ਜਿਹੜਾ ਦੁਨੀਆ ਨਾਲ ਬਹੁਤਾ ਪਿਆਰ ਨਹੀਂ ਕਰਦਾ ਸੀ, ਪਹਿਲਾਂ ਤੋਂ ਹੀ ਵੈਰਾਗੀ ਸੀਗਾ। ਤੇ ਮੁੱਲਾ ਕੀ ਮਕਤਬ ਜੋਈ, ਜਦੋਂ ਉਹ ਜਿਹੜਾ ਹਨ ਮੂਲਾ ਜਾਂ ਉਹੀ ਮੂਲਾ ਜਿਹੜਾ ਇਹਦਾ ਜਿਹੜਾ ਹੈ ਦਾਦਾ ਜਾਂ ਨਾਨਾ ਲੱਗਦਾ ਹੈ, ਉਹੀ ਜਿਹਨੇ ਇਹਨੂੰ ਰੋੜਿਆ ਸੀਗਾ, ਉਹੀ ਮੂਲਾ ਜਿਹੜਾ ਹੈ ਇੱਕ ਮਕਤਬ ਚਲਾਉਂਦਾ ਸੀ, ਇੱਕ ਸਕੂਲ ਉਹ ਚਲਾਉਂਦਾ ਸੀ। ਇੱਕ ਦਿਨ ਮਹਿ ਪਹੁੰਚਿਓ ਚੱਲ ਸੋਏ, ਇੱਕ ਦਿਨ ਇਹ ਸ਼ਮਸ ਤਬਰੇਜ਼ ਹਜੇ ਛੋਟਾ ਹੀ ਸੀਗਾ, ਉਹਦੇ ਜਾ ਕੇ ਮਦਰਾਸੇ ਵਿੱਚ ਚਲਿਆ ਗਿਆ। ਬਾਲਕ ਮਿਲੇ ਬਰਿੰਦ ਤੇ ਥਾਨਾ, ਉੱਥੇ ਬਹੁਤ ਬਾਲਕ ਉਹਨੂੰ ਮਿਲੇ, ਬਹੁਤ ਬੱਚੇ ਮਿਲੇ ਜਿਹੜੇ ਪੜ੍ਹਦੇ ਸਨ ਉੱਥੇ। ਪੜ੍ਹ ਹੈ ਸਬਕ ਕਿਤਾਬ ਕੁਰਾਨਾ, ਤੇ ਜਿਹੜਾ ਹਨ ਉਹ ਸਬਕ ਪੜ੍ਹਦੇ ਸਨ ਕੁਰਾਨ ਦੇ ਵਿੱਚੋਂ, ਕੁਰਾਨ ਦੀਆਂ ਹਦੀਸਾਂ ਪੜ੍ਹਦੇ ਸਨ, ਕੁਰਾਨ ਦੇ ਆਇਤਾਂ ਪੜ੍ਹਦੇ ਸਨ। ਇਹ ਛਿਨ ਤਹਾ ਮੁਲਾਨਾ ਨਹੀਂ, ਪਰ ਉਸ ਵੇਲੇ ਜਦੋਂ ਸ਼ਮਸ ਤਬਰੇਜ਼ ਉੱਥੇ ਪਹੁੰਚਿਆ ਤਾਂ ਉਸ ਵੇਲੇ ਮੁਲਾਣਾ ਉੱਥੇ ਨਹੀਂ ਸੀਗਾ, ਗਇਓ ਹੋ ਤੋ ਆਪਣੇ ਘਰ ਮਾਹੀ, ਉਹ ਕਿਤੇ ਆਪਣੇ ਘਰ ਨੂੰ ਗਿਆ ਸੀ ਕੋਈ ਕੰਮ ਕਰਕੇ। ਸੋ ਬੱਚੇ ਇਕੱਲੇ ਹੀ ਸਨ ਉਹ ਮਕਤਬ ਸਕੂਲ ਦੇ ਵਿੱਚ। ਲੈ ਕਿਤਾਬ ਸਭ ਕੀ ਬਰਿਆਈ, ਉਸ ਵੇਲੇ ਸ਼ਮਸ ਤਬਰੇਜ਼ ਨੇ ਕੀ ਕੀਤਾ, ਸਾਰਿਆਂ ਦੇ ਸਾਹਮਣੇ ਤੋਂ ਉਹਦੀਆਂ ਜਿਹੜੀਆਂ ਕਿਤਾਬਾਂ ਪਈਆਂ ਸੀ ਨਾ ਸਾਰੀਆਂ ਚੁੱਕ ਲੀਆਂ, ਜਾ ਕੇ ਅੰਦਰ ਸਾਰੀਆਂ ਕਿਤਾਬਾਂ ਇਕੱਠੀਆਂ ਜਾਂ ਕਰ ਲੀਆਂ, ਜੋਰੋ ਜਰੀ ਉਹ ਖਿੱਚੀ ਜਾਣ, ਇਹ ਖਿੱਚ ਕੁਚ ਕੇ ਲੈ ਗਿਆ ਜੀ, ਸਾਰੀਆਂ ਕਿਤਾਬਾਂ ਇਕੱਠੀਆਂ ਕਰਕੇ ਉਹਨਾਂ ਦਾ ਢੇਰ ਲੈ ਕੇ ਭੱਜ ਗਿਆ। ਆਏ ਹੌਜ ਮਹਿ ਦੀਨ ਬਗਾਈ, ਕੀ ਹੋਇਆ ਉੱਥੇ ਚੁਬੱਚਾ ਜਾ ਸੀਗਾ, ਇੱਕ ਪੌਣ ਜਾ ਸੀਗਾ ਛੋਟਾ ਜਾ, ਚੱਕ ਕੇ ਲਿਆ ਕੇ ਸਾਰੀਆਂ ਕਿਤਾਬਾਂ ਪਾਣੀ 'ਚ ਸੁੱਟ ਦਿੱਤੀਆਂ, ਉਹ ਪੌਣ ਦੇ ਵਿੱਚ ਲਿਆ ਕੇ ਪਾਤੀਆਂ ਜੀ ਸਾਰਿਆਂ ਦੀਆਂ। ਉਹ ਰੋਂਦੇ ਪਿੱਟਦੇ ਰਹਿ ਗਏ ਬੱਚੇ ਵੀ ਸਾਡੀਆਂ ਕਿਤਾਬਾਂ ਲੈ ਗਿਆ ਕੱਢ ਕੇ। ਤਬ ਹੀ ਭਇਓ ਸਿਸਨ ਮਹਿ ਰੌਰਾ, ਤੇ ਬਾਲਕਾਂ 'ਚ ਰੌਲਾ ਪੈ ਗਿਆ ਜੀ, ਰੋਣਾ ਪਿੱਟਣਾ ਹੋ ਗਿਆ, ਕਈ ਬੱਚੇ ਭੱਜਣ ਲੱਗ ਗਏ ਇੱਧਰ ਉੱਧਰ ਜੀ, ਇਹਨੇ ਸਾਡੀਆਂ ਕਿਤਾਬਾਂ ਸੁੱਟਤੀਆਂ, ਪਾਣੀ 'ਚ ਭਿਉਂਤੀਆਂ, ਖਰਾਬ ਕਰਤੀਆਂ। ਆਇਓ ਮੁਲਾਨਾ ਘਰ ਤੇ ਦੌਰਾ, ਜਦੋਂ ਰੌਲਾ ਸੁਣਿਆ ਮੁਲਾਣਾ ਭੱਜਿਆ ਆਪਣੇ ਘਰੋਂ, ਕਹਿਨ ਹੇਤ ਪਾਛੇ ਤੇ ਹਿਤਾਈ, ਉਹ ਦੌੜਿਆ ਜੀ ਸ਼ਮਸ ਤਬਰੇਜ਼ ਨੂੰ ਜਿਹੜਾ ਹਨ ਫੜਨ ਵਾਸਤੇ, ਉਹਦੇ ਪਿੱਛੇ ਪਿੱਛੇ ਭੱਜਿਆ ਫਿਰੇ ਸ਼ਹਿਰ ਵਿੱਚ ਮੁਲਾਣਾ। ਕਹਿਓ ਨਾ ਜਾਤ ਰਹੇ ਪਛਤਾਈ, ਬਹੁਤ ਉਹ ਭੱਜਿਆ ਤੇ ਸ਼ਮਸ ਤਬਰੇਜ਼ ਨੇ ਬਹੁਤ ਭਜਾਇਆ ਆਪਣੇ ਨਾਨੇ ਨੂੰ, ਭਜਾਉਂਦਾ ਰਿਹਾ ਸ਼ਹਿਰ ਵਿੱਚ ਤੋਂ ਫੜਿਆ ਨਾ ਗਿਆ। ਫੌਜ ਸਮੀਪ ਗਇਓ ਚੱਲ ਤਬ ਹੀ, ਉਸ ਵੇਲੇ ਸ਼ਮਸ ਤਬਰੇਜ਼ ਜਿਹੜਾ ਹੈ ਕਹਿੰਦੇ ਉਹੀ ਬੱਚੇ ਕੋਲ ਜਾ ਕੇ ਖੜ ਗਿਆ ਜਿੱਥੇ ਉਹਨੇ ਸੱਟੀਆਂ ਸੀ ਕਿਤਾਬਾਂ, ਉੱਥੇ ਜਾ ਕੇ ਖੜ ਗਿਆ ਹੁਣ। ਲਈ ਨਿਕਾਸ ਕਿਤਾਬਾਂ ਸਭ ਹੀ, ਉਸੇ ਵੇਲੇ ਉਹ ਚਬੱਚੇ ਦੇ ਵਿੱਚੋਂ ਹੱਥ ਪਾ ਕੇ ਸ਼ਮਸ ਤਬਰੇਜ਼ ਨੇ ਵਾਪਸ ਉਹ ਕਿਤਾਬਾਂ ਕੱਢ ਲੀਆਂ ਬਾਹਰ। ਘਰ ਸੋ ਝਾਰਤ ਗਰਦ ਉਠਾਈ, ਹੁਣ ਹੈਰਾਨ ਕਰਨ ਵਾਲੀ ਗੱਲ ਹੈ, ਪਾਣੀ ਵਿੱਚ ਸੱਟੀਆਂ ਹੋਈਆਂ ਭਿੱਜੀਆਂ ਨਹੀਂ ਉਹ ਕਿਤਾਬਾਂ, ਉਹਨਾਂ ਨੂੰ ਸਿਰ ਮਿੱਟੀ ਲੱਗੀ ਹੋਈ ਸੀ, ਉਹੀ ਜਿਹਾ ਸ਼ਮਸ ਤਬਰੇਜ਼ ਜਿਹੜਾ ਹੈ ਕੱਢ ਕੱਢ ਕੇ ਮਿੱਟੀ ਝਾੜੀ ਜਾਂਦਾ ਹੈ। ਸੋ ਦੇਖ ਕੇ ਲੋਕ ਹੈਰਾਨ, ਪਾਣੀ 'ਚ ਸੱਟੀਆਂ ਹੋਈਆਂ, ਇਹਨਾਂ ਨੂੰ ਗਰਦ ਕਿੱਥੋਂ ਲੱਗੀ, ਇਹ ਗਰਦ ਝਾੜ ਝਾੜ ਕੇ ਦੇਈ ਜਾਵੇ ਬੱਚਿਆਂ ਨੂੰ। ਇਹ ਅਜਮਤ ਤਹ ਦੀਨ ਦਿਖਾਈ, ਇਹ ਅਜਮਤ ਜਿਹੜੀ ਸੀ ਇਹ ਸ਼ਕਤੀ ਦਿਖਾਉਣਾ ਕੀਤੀ ਸ਼ਮਸ ਤਬਰੇਜ਼ ਨੇ। ਕਿਉਂ ਬਿਲੋਕ ਮੁੱਲਾ ਬਿਸਮਾਨਾ, ਇਹ ਦੇਖ ਕਰਕੇ ਮੁੱਲਾ ਜਿਹੜਾ ਸੀ ਬੜਾ ਹੈਰਾਨ ਹੋਇਆ ਵੀ ਇਹ ਬੱਚਾ ਕੀ ਚੀਜ਼ ਹੈ, ਅਜਮਤਵਾਨ ਮਹਾਨ ਪਛਾਨਾ, ਵੀ ਤਾਂ ਬੜਾ ਸ਼ਕਤੀਵਾਨ ਹੈ, ਪਛਾਣਨਾ ਕੀਤਾ ਮੁੱਲੇ ਨੇ। ਆਬ ਕਿਤਾਬੈ ਪਰਸਿਓ ਨਾਹੀ, ਦੇਖੋ ਪਾਣੀ ਤਾਂ ਛੋਇਆ ਵੀ ਨਹੀਂ, ਗਿੱਲੀਆਂ ਵੀ ਨਹੀਂ ਹੋਈਆਂ ਕਿਤਾਬਾਂ ਜਿਹੜੀਆਂ ਫੁੱਲ ਪਾਣੀ ਦੇ ਵਿੱਚ ਸੱਟੀਆਂ ਸਨ। ਬਹੁਰ ਧੂਰ ਝਾਰਨ ਤਿਨ ਮਾਹੀ, ਤੇ ਫੇਰ ਦੇਖੋ ਧੂੜ ਕਿੱਥੋਂ ਆ ਗਈ, ਧੂੜ ਝੜ ਜਾਂਦਾ ਹੈ ਪਾਣੀ ਤੋਂ ਬਗੈਰ। ਮੁਰਸ਼ਿਦ ਜਾਨ ਪਰਿਓ ਤਬ ਪਾਈ, ਉਸ ਵੇਲੇ ਇਹ ਜਿਹੜਾ ਸੀਗਾ ਨਾ ਮੂਲਾ, ਇਹ ਪੈ ਗਿਆ ਪੈਰਾਂ ਤੇ ਸ਼ਮਸ ਤਬਰੇਜ਼ ਦੇ, ਆਪਣੇ ਦੋਤੇ ਦੇ ਪੈਰਾਂ 'ਚ ਪੈ ਗਿਆ। ਕਹਿੰਦਾ ਭਾਈ ਇਹ ਤਾਂ ਜਿਹੜਾ ਹੈ ਮੇਰਾ ਵੀ ਮੁਰਸ਼ਿਦ, ਮੇਰਾ ਵੀ ਗੁਰੂ ਹੈ। ਕਹਿੰਦੇ ਉਹ ਬੱਚੇ ਦੇ ਕਦਮਾਂ ਤੇ ਜਾ ਕੇ ਇਹ ਪੈ ਗਿਆ ਜੀ ਮੁੱਲਾ। ਕਹੇ ਖੁਦਾਏ ਮੰਗ ਦੇਹੋ ਬਤਲਾਈ, ਦੇਖੋ ਆਪਣੇ ਦੋਤੇ ਨੂੰ ਜਿਹਨੂੰ ਚੱਕ ਕੇ ਉਹ ਮਟਕੀ ਦੇ ਵਿੱਚ ਪਾ ਕੇ ਸੱਟਿਆ ਸੀ ਨਾ ਪਾਣੀ 'ਚ, ਹੁਣ ਉਸੇ ਦੇ ਚਰਨਾਂ ਤੇ ਖੜਾ ਕਹਿੰਦਾ ਹੈ ਮੈਨੂੰ ਖੁਦਾ ਦਾ ਰਸਤਾ ਦੱਸ ਦੇ, ਮੈਨੂੰ ਇਹ ਦੱਸ ਖੁਦਾ ਕਿਵੇਂ ਮਿਲਦਾ ਹੈ, ਪਰਮਾਤਮਾ ਕਿਵੇਂ ਮਿਲੇ। ਕਹਿਓ ਸਮਸ ਜੇ ਅਸਮਨ ਤੇਰੇ, ਉਹ ਸ਼ਮਸ ਤਬਰੇਜ਼ ਆਪਣੇ ਨਾਨੇ ਨੂੰ ਕਹਿੰਦਾ ਹੈ ਜੇ ਐਸਾ ਤੇਰੇ ਮਨ 'ਚ ਇੱਛਾ ਹੈ ਆਇਸ ਮੁਰ ਮਨ ਹੋ ਬਿਨ ਦੇਰੇ, ਤੇ ਮੇਰੀ ਇੱਕ ਆਗਿਆ ਮੰਨ ਤੂੰ ਹੁਣੇ, ਅਨ ਸ਼ਰਾਬ ਪਿਆਓ ਮੁਝ ਤਾਈ, ਤੈਂ ਕਹਿੰਦਾ ਐਂ ਕਰ ਮੁੱਲਾ ਪਹਿਲਾਂ ਮੇਰੇ ਵਾਸਤੇ ਸ਼ਰਾਬ ਲੈ ਕੇ ਆ, ਮੈਨੂੰ ਸ਼ਰਾਬ ਚਾਹੀਦੀ ਹੈ। ਦੂਸਰਾ ਕਹਿੰਦਾ ਮੈਨੂੰ ਸ਼ਰਾਬ ਪਿਲਾ ਪਹਿਲਾਂ। ਨਿਜ ਦੁਖਤਰ ਦੇਵ ਹੋ ਸੰਗ ਪਾਈ, ਫੇਰ ਕਹਿੰਦਾ ਤੂੰ ਐਂ ਕਰ ਜਿੱਥੇ ਤੇਰੀ ਪੁੱਤਰੀ ਆ ਨਾ ਮੈਨੂੰ ਉੱਥੇ ਲੈ ਕੇ ਜਾ,
ਤੇ ਮੈਨੂੰ ਇਕੱਲੇ ਨੂੰ ਛੱਡ ਦੇ ਤੇਰੀ ਪੁੱਤਰੀ ਦੇ ਨਾਲ। ਸੁਨਤ ਮੁਲਾਨਾ ਡੋਲਿਓ ਨਾਹੀ। ਉਹ ਮੁਲਾਣਾ ਡੋਲਿਆ ਨਹੀਂ ਜੀ, ਕਹਿੰਦਾ ਇਹ ਤਾਂ ਸੰਤ ਹੈ ਜੋ ਕਹਿੰਦਾ ਠੀਕ ਹੀ ਆ। ਉਹਨੇ ਨਹੀਂ ਸ਼ੱਕ ਕੀਤਾ, ਮੁੱਲੇ ਨੇ ਸੁਧਰ ਗਿਆ ਸੀ ਲੱਗਦਾ ਉਦੋਂ ਤੱਕ। ਲੈ ਗਮਣਿਓ ਆਪਣੇ ਘਰ ਮਾਹੀ। ਲੈ ਗਿਆ ਜੀ ਉਸ ਸ਼ਮਸ ਤਬਰੇਜ਼ ਨੂੰ ਆਪਣੇ ਘਰ ਵਿੱਚ, ਮੰਚ ਡਸਾਏ ਬਿਠਾਏ ਸਪ੍ਰੀਤੀ। ਤੇ ਬੜਾ ਜਿਹੜਾ ਹੈ ਸੁੰਦਰ ਮੰਜਾ ਜਿਹੜਾ ਹੈ ਉਹਨੇ ਤਿਆਰ ਕੀਤਾ, ਉੱਤੇ ਬਿਠਾਤਾ। ਕਹਿੰਦਾ ਬੜਾ ਸਤਿਕਾਰ ਕੀਤਾ ਸ਼ਮਸ ਤਬਰੇਜ਼ ਦਾ। ਆਪ ਹੈ ਆਨ ਸੁਰਾ ਤਬਦੀਤੀ। ਆਪਣੇ ਹੱਥੀ ਮੁੱਲੇ ਨੇ ਲਿਆ ਕੇ ਸ਼ਰਾਬ ਰੱਖੀ। ਨਿਜ ਦੁਖਤਰ ਤੇ ਨਿਕਟ ਬਿਠਾਈ। ਫਿਰ ਆਪਣੀ ਪੁੱਤਰੀ ਨੂੰ ਉਸ ਜਿਹੜਾ ਹਾਂ ਸ਼ਮਸ ਤਬਰੇਜ਼ ਕੋਲ ਭੇਜਿਆ, ਕਹਿੰਦਾ ਤੈਨੂੰ ਸਾਦਾ ਤੂੰ ਜਾ ਹੁਣ। ਘਰ ਕਪਾਟ ਦੇ ਕੁਲਫ ਲਗਾਈ। ਤੇ ਕੀ ਹੋਇਆ, ਸ਼ਮਸ ਤਬਰੇਜ਼ ਕਹਿੰਦਾ ਜਿਹੜੇ ਕਮਰੇ ਵਿੱਚ ਇਹ ਤੇ ਇਹਦੀ ਮਾਂ ਸੀ ਨਾ, ਹੁਣ ਇਹਦੀ ਮਾਂ ਹੀ ਲੱਗੀ ਨਾ ਜੋ ਮੁੱਲਾਂ ਦੀ ਪੁੱਤਰੀ ਸੀ, ਕਹਿੰਦੇ ਉਹਨੂੰ ਵਿੱਚ ਬੰਦ ਕਰ, ਕਹਿੰਦਾ ਜਿਹੜਾ ਹਨ ਬਾਹਰੋਂ ਜਿੰਦਾ ਲਾ ਦੇ, ਹੁਣ ਕੋਈ ਨਾ ਅੰਦਰ ਆਇਓ। ਤਬ ਹੈ ਸਮਸ ਨਿਜ ਮਾਤ ਸੰਗਾਰੇ। ਉਸ ਵੇਲੇ ਸ਼ਮਸ ਤਬਰੇਜ਼ ਆਪਣੀ ਮਾਤਾ ਦੇ ਨਾਲ ਬੈਠਾ ਉੱਥੇ ਕਮਰੇ ਵਿੱਚ। ਆਪਣੇ ਸਰਬ ਪ੍ਰਸੰਗ ਉਚਾਰੇ। ਤੇ ਸ਼ਮਸ ਤਬਰੇਜ਼ ਨੇ ਆਪਣਾ ਸਾਰਾ ਪ੍ਰਸੰਗ ਦੱਸਿਆ ਆਪਣੀ ਮਾਂ ਨੂੰ ਵੀ ਮੇਰੇ ਨਾਲ ਕੀ ਹੋਇਆ, ਇਹ ਜਿਹੜਾ ਮੇਰੇ ਨਾਨੇ ਨੇ ਮੇਰੇ ਨਾਲ ਕੀ ਕੀਤਾ ਸੀ। ਤੋਰ ਗਰਭ ਤੇ ਜਨਮ ਹਮਾਰਾ। ਕਹਿਣਗੇ ਦੇਖ ਮਾਂ, ਕਹਿੰਦਾ ਮੇਰਾ ਜਨਮ ਨਾ ਤੇਰੀ ਕੁੱਖ ਤੋਂ ਹੋਇਆ ਹੈ, ਤੂੰ ਮੇਰੀ ਮਾਂ ਹੈ। ਅਸਥਨ ਮੈਂ ਨਾ ਪਿਓ ਤਿਸ ਬਾਰਾ। ਕਿ ਦੇਖ ਕਹਿੰਦਾ ਜਿੱਦਣ ਦਾ ਮੇਰਾ ਜਨਮ ਹੋਇਆ ਨਾ, ਮੈਨੂੰ ਛੋਟੇ ਜਿਹੇ ਨੂੰ ਚੱਕ ਕੇ ਉਸੇ ਵੇਲੇ ਜਿਹੜਾ ਹੈ ਉਸ ਜਿਹੜੀ ਮਟਕੀ ਚ ਪਾ ਕੇ ਮੈਨੂੰ ਰੋੜ ਦਿੱਤਾ ਸੀਗਾ ਇਸ ਮੁੱਲਾ ਨੇ। ਕਹਿੰਦਾ ਮੈਂ ਤੇਰਾ ਦੁੱਧ ਵੀ ਨਹੀਂ ਪੀਤਾ, ਮੈਨੂੰ ਤੂੰ ਬ੍ਰੈਸਟ ਫੀਡ ਵੀ ਨਹੀਂ ਕੀਤਾ ਜਦੋਂ ਦਾ ਮੈਂ ਜੰਮਿਆ ਹਾਂ। ਮੈਂ ਪੀਵਾਂ ਦੇਹੋ ਹੇ ਮਾਤਾ। ਕਹਿੰਦੀ ਹੇ ਮਾਤਾ ਮੈਂ ਹੁਣ ਪੀਣਾ ਚਾਹੁੰਦਾ ਹੈ, ਉਹ ਮੇਰਾ ਹੱਕ ਸੀਗਾ। ਕਹਿੰਦਾ ਮੈਂ ਤੇ ਜਿਹੜਾ ਬ੍ਰੈਸਟ ਤੋਂ ਤੇਰੇ ਬ੍ਰੈਸਟ ਤੋਂ ਮੈਂ ਦੁੱਧ ਪੀਣਾ ਚਾਹੁੰਦਾ ਹੁਣ। ਕਹਿੰਦਾ ਹੁਣ ਮੇਰਾ ਹੱਕ ਸੀ, ਉਹ ਤੂੰ ਮੇਰੀ ਮਾਂ ਹੈ। ਜਾਣ ਗਈ ਸੋ ਸਗਰੀ ਬਾਤਾ। ਉਸ ਵੇਲੇ ਉਸ ਸ਼ਮਸ ਤਬਰੇਜ਼ ਦੀ ਮਾਂ ਨੇ ਜਾਣ ਲਈ ਸਾਰੀ ਗੱਲ। ਲੈ ਜੋ ਗਇਓ ਬਾਲਕ ਪਿਤ ਮੇਰਾ। ਕਹਿਣਗੇ ਇਹ ਉਹੀ ਬਾਲਕ ਹੈ ਜਿਹੜਾ ਕਿ ਮੇਰਾ ਪਿਤਾ ਜਨਮ ਵੇਲੇ ਹੀ ਲੈ ਕੇ ਚਲਿਆ ਗਿਆ ਸੀ ਤੇ ਮੈਨੂੰ ਕਹਤਾ ਸੀ ਤੇਰਾ ਬੱਚਾ ਮਰ ਗਿਆ। ਸਰਤਾ ਵਿਖਿਆ ਜਾਏ ਤਿਨ ਗੇਰਾ। ਹਾਂ ਕਹਿਣਗੇ ਇਹੀ ਬੱਚਾ ਹੈ ਫਿਰ ਜਿਹੜਾ ਮੇਰੇ ਪਿਓ ਨੇ ਨਦੀ ਵਿੱਚ ਰੋੜਿਆ ਸੀ। ਸੋ ਕਿਨ ਪਾਰਿਓ ਕੀਨ ਬਡੇਰਾ। ਕਹਿਣਗੇ ਸੋ ਕਿਨ ਪਾਰਿਓ, ਕਹਿਣਗੇ ਫੇ ਕਿਸੇ ਉਹ ਧੋਬੀ ਦੇ ਫੈਮਿਲੀ ਨੇ ਇਹਨੂੰ ਪਾਲਿਆ ਹੈ। ਅਸਖ ਹੈ ਅਸਥਨ ਛੀਰ ਬਧੇਰਾ। ਕਹਿਣਗੇ ਉਸੇ ਵੇਲੇ ਉਸ ਦੀ ਮਾਂ ਦੇ ਥਣਾ ਵਿੱਚ ਦੁੱਧ ਆ ਗਿਆ। ਸਮਸ ਕਹਿਓ ਮੈਂ ਜਾਵਾਂ ਅਬ ਹੀ। ਸੋ ਉਸ ਵੇਲੇ ਸ਼ਮਸ ਕਹਿੰਦਾ ਚੰਗਾ ਫਿਰ ਮਾਂ ਮੈਂ ਜਾਣਾ ਹਾਂ। ਹੁਣ ਆਗਿਆ ਲੈ ਕੇ ਆਸ਼ੀਰਵਾਦ ਲੈ ਕੇ ਮਾਂ ਦਾ ਸ਼ਮਸ ਤਬਰੇਜ਼ ਨਿਕਲ ਗਿਆ ਉਥੋਂ। ਤਬ ਪਿਤ ਬੂਝਨ ਲੱਗ ਹੈ ਜਬ ਹੀ। ਕਹਿੰਦੇ ਹੁਣ ਉਸ ਵੇਲੇ ਮੂਲਾ ਆ ਕੇ ਪੁੱਛਣ ਲੱਗਿਆ ਕਿ ਕਿੱਥੇ ਗਿਆ ਹੁਣ ਸ਼ਮਸ ਤਬਰੇਜ਼। ਤੇ ਕੋ ਇਸ ਬਿਦ ਦੇਹੋ ਬਤਾਏ। ਕਹਿਣ ਲਗੇ ਉਹਨੂੰ ਇਸ ਤਰ੍ਹਾਂ ਦੱਸ ਦੀ ਜੇ ਤੇਰਾ ਪਿਤਾ ਕੇ ਪੁੱਛੇਗਾ ਨਾ, ਕਹਿੰਦਾ ਮੇਰਾ ਨਾਨਾ ਪੁੱਛੇਗਾ ਵੀ ਮੈਂ ਕਿੱਥੇ ਹਾਂ, ਕਹਿੰਦਾ ਉਹਨੂੰ ਇਸ ਤਰ੍ਹਾਂ ਦੱਸ ਦੀ ਤੂੰ। ਗਇਓ ਅਬੈਸੋ ਅਮਕੀ ਥਾਏ। ਕਹਿਣ ਲਗੇ ਉਹਨੂੰ ਦੱਸ ਦੀ ਮੈਂ ਉਹ ਥਾਂ ਤੇ ਚੱਲਿਆ। ਐਗਜ਼ੈਕਟਲੀ ਉਹ ਥਾਂ ਦੱਸ ਦਿੱਤਾ ਜਿੱਥੇ ਜਾ ਰਿਹਾ ਸੀ ਸ਼ਮਸ ਤਬਰੇਜ਼। ਕਹਿੰਦਾ ਉਹਨੂੰ ਕਹੀਂ ਉੱਥੇ ਆ ਜਾਵੇ। ਤੂੰ ਬੂਝਿਓ ਕੁਛ ਚਾਹਤ ਜੇਤਾ ਹੂੰ। ਤੂੰ ਬੁਝਿਓ ਕਹਿਣ ਮਾਂ ਨੂੰ ਕਹਿਣ ਲੱਗਾ ਹੇ ਮਾਂ ਤੈਨੂੰ ਕੁਝ ਚਾਹੀਦਾ ਹੈ ਤੂੰ ਮੰਗ ਲੈ ਮੈਂ ਤੈਨੂੰ ਦਵਾਂਗਾ। ਹੋ ਜਾਏ ਤੇ ਥਲ ਕੇ ਮਾਹੂ। ਹਾਂ ਫਿਰ ਮੈਂ ਉੱਥੇ ਹੋਵਾਂਗਾ, ਉਹਨੂੰ ਕਹਿ ਦਿਓ ਵੀ ਉੱਥੇ ਆ ਜਾਵੇ ਮੇਰੇ ਨਾਨੇ ਨੂੰ। ਨਿਕਸ ਗਇਓ ਤਬ ਵਹਿਰ ਪਧਾਰਾ। ਦੇਖੋ ਉਸ ਵੇਲੇ ਸ਼ਮਸ ਤਬਰੇਜ਼ ਉਹ ਕਮਰੇ ਤੋਂ ਇਸ ਤਰ੍ਹਾਂ ਨਿਕਲ ਗਿਆ, ਦਰਵਾਜ਼ਾ ਖੋਲਣ ਦੀ ਵੀ ਲੋੜ ਨਾ ਪਈ। ਉਹ ਤਾਂ ਵਿੱਚ ਦੀ ਲੰਘ ਗਿਆ ਜੀ ਦਰਵਾਜ਼ੇ, ਉਹ ਜਿਹੜੇ ਹਨ ਉਹਨਾਂ ਦੇ ਉਹ ਜਿਹੜੇ ਵਾਲ ਸੀਗੇ ਉਹਨਾਂ ਵਿੱਚ ਦੀ ਲੰਘ ਗਿਆ ਜੀ। ਕੋਈ ਖੋਲਣ ਦੀ ਲੋੜ ਨਹੀਂ ਪਈ ਕਿ ਕੋਈ ਵੀ ਚੀਜ਼ ਦੀ। ਕੁਲਫ ਰਹਿਓ ਲਾਗਿਓ ਤਿਸ ਬਾਰਾ। ਦੇਖੋ ਉਹ ਜਿਹੜਾ ਜਿੰਦਾ ਲਾਇਆ ਹੋਇਆ ਸੀ ਨਾ ਕਮਰੇ ਉਸੇ ਤਰ੍ਹਾਂ ਹੀ ਲੱਗਿਆ ਰਿਹਾ ਤੇ ਸ਼ਮਸ ਤਬਰੇਜ਼ ਅੰਦਰੋਂ ਦੀ ਐਵੇਂ ਨਿਕਲ ਗਿਆ ਬਾਹਰ। ਦਿਨ ਛੱਡ ਆਨ ਮੁਲਾਨੇ ਖੋਲਾ। ਜਦੋਂ ਦਿਨ ਚੜਿਆ ਤਾਂ ਮੁਲਾਣੇ ਨੇ ਆ ਕੇ ਦੇਖਿਆ। ਨਿਜ ਦੁਖਤਰ ਕੋ ਦੇਖਤ ਬੋਲਾ। ਆਪਣੀ ਧੀ ਨੂੰ ਦੇਖ ਕੇ ਕੱਲੀ ਨੂੰ ਬੈਠਿਆ ਉੱਥੇ ਇਹ ਜਿਹੜਾ ਹਨ ਮੁੱਲਾ ਕਹਿੰਦਾ ਕਹਾ ਗਇਓ ਜੋ ਹੁਤੋ ਨੇ ਸਮਾਹੀ। ਕਹਿਣਗੇ ਕਿੱਥੇ ਗਿਆ ਮੇਰਾ ਜਿਹੜਾ ਹੈ ਉਹ ਸ਼ਮਸ ਤਬਰੇਜ਼। ਇਹਨੂੰ ਪਤਾ ਨਹੀਂ ਸੀ ਨਾ ਵੀ ਉਹਦਾ ਦੋਤਾ ਹਜੇ। ਕਹਿੰਦਾ ਉਹ ਕਿੱਥੇ ਗਿਆ ਸ਼ਮਸ ਤਬਰੇਜ਼ ਹੁਣ। ਫਿਰੇ ਕਪਾਟ ਖੁੱਲੇ ਇਹੋ ਨਾਹੀ। ਕਹਿੰਦੇ ਹੈਰਾਨ ਦੀ ਗੱਲ ਆ ਉਹ ਤਾਂ ਬੂਹਾ ਤਾਂ ਖੁੱਲਿਆ ਹੀ ਨਹੀਂ ਤੇ ਜਿਹੜਾ ਹਨ ਦਰਵਾਜ਼ੇ ਤੇ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ ਤੇ ਕਿਵੇਂ ਨਿਕਲ ਕੇ ਚਲਿਆ ਗਿਆ। ਇਸਨੇ ਸਰਬ ਬਾਤ ਸਮਝਾਈ। ਉਸ ਵੇਲੇ ਉਹਦੀ ਪੁੱਤਰੀ ਨੇ ਸਾਰੀ ਗੱਲ ਸਮਝਾਈ। ਜਾਏ ਮਿਲੋ ਹੋਵਹਿ ਤਿਸ ਥਾਂ। ਕਹਿਣਗੇ ਜੇ ਤੁਸੀਂ ਮਿਲਣਾ ਚਾਹੁੰਦਾ ਉਹ ਥਾਂ ਤੇ ਦੱਸ ਕੇ ਗਿਆ ਵੀ ਉੱਥੇ ਹੋਵੇਗਾ, ਉੱਥੇ ਮਿਲ ਲਿਓ ਜਾ ਕੇ। ਸੁਣ ਕੇ ਤੂਰਨ ਵਹਿਰ ਪਿਆਨਾ। ਉਸੇ ਵੇਲੇ ਉਹ ਮੁੱਲਾ ਜਿਹੜਾ ਘਰ ਛੱਡ ਕੇ ਚਲਿਆ ਗਿਆ ਸ਼ਮਸ ਤਬਰੇਜ਼ ਨੂੰ ਲੱਭਣ ਵਾਸਤੇ ਮਿਲਿਓ ਜਾਏ ਬੈਸੇ ਤੇ ਥਾਨਾ। ਤੇ ਉੱਥੇ ਬੈਠਿਆ ਸੀ ਸ਼ਮਸ ਤਬਰੇਜ਼ ਜਿੱਥੇ ਉਹ ਦੱਸ ਕੇ ਆਇਆ ਸੀ। ਦੀਨ ਭਇਓ ਪਰਿਓ ਜਬ ਪਾਈ। ਜਦੋਂ ਪੈਰੀ ਪਿਆ ਆ ਕੇ ਮੁੱਲਾ ਸ਼ਮਸ ਤਬਰੇਜ਼ ਦੇ ਸਮਸ ਦੀਨ ਉਪਦੇਸ਼ ਬਤਾਏ। ਉਸ ਵੇਲੇ ਸ਼ਮਸ ਦੀਨ ਉੱਥੇ ਦੇਖੋ ਨਾ ਵੀ ਇੱਥੇ ਸ਼ਮਸ ਦੀਨ ਆ ਗਿਆ
ਜਿਹਨੂੰ ਆਪਾਂ ਸ਼ਮਸ਼ੁਦੀਨ ਵੀ ਕਹਿ ਲਈਏ ਜਾਂ ਸ਼ਮਸ਼ਦੀਨ। ਕਹਿਣਗੇ ਉਸ ਵੇਲੇ ਜਾਂ ਇੱਥੇ ਸ਼ਮਸ਼ ਨੇ ਉਪਦੇਸ਼ ਦਿੱਤਾ ਫਿਰ ਆਪਣੇ ਨਾਨੇ ਮੁੱਲੀ ਨੂੰ, ਮਿਲਨ ਖੁਦਾਏ ਭੇਦ ਸਮਝਾਇਓ, ਤੇ ਖੁਦਾ ਪਰਮਾਤਮਾ ਨੂੰ ਮਿਲਣ ਦਾ ਭੇਦ ਦੱਸਿਆ ਉਸਨੂੰ, ਅਪਰ ਥਾਨ ਤਬ ਆਪ ਸਿਧਾਇਓ, ਤੇ ਆਪ ਸ਼ਮਸ਼ ਤਬਰੇਜ ਹੋਰ ਥਾਂ ਤੇ ਚਲਿਆ ਗਿਆ। ਬੀਤਿਓ ਜਬ ਪੁਨ ਕੇਤਕ ਕਾਲਾ, ਜਦੋਂ ਕੁਝ ਕੁ ਸਮਾਂ ਬੀਤ ਗਿਆ ਸ਼ਮਸ਼ ਤਬਰੇਜ ਨੂੰ ਚਲਦਿਆਂ ਹੋਇਆਂ, ਤਹ ਇੱਕ ਭੂਪਤ ਹੁਤੋ ਵਿਸਾਲਾ, ਉਸੇ ਇੱਕ ਕੰਟਰੀ ਵਿੱਚ ਪਹੁੰਚਿਆ ਜਾਂ ਇੱਕ ਨਵੇਂ ਸ਼ਹਿਰ ਵਿੱਚ ਪਹੁੰਚਿਆ ਜਿੱਥੇ ਇੱਕ ਰਾਜਾ ਹੁੰਦਾ ਸੀ ਬਹੁਤ ਵੱਡਾ। ਕਿਸ ਕਾਰਨ ਤਹ ਸੁਤ ਮਰ ਗਇਓ, ਕੋਈ ਕਾਰਨ ਕਰਕੇ ਉਹਦਾ ਪੁੱਤਰ ਮਰ ਗਿਆ ਸੀ। ਬਹੁਤ ਸ਼ੋਕ ਮੈਂ ਬਹਿਬਲ ਭਇਓ, ਉਹ ਰਾਜਾ ਜਿਹੜਾ ਬੜਾ ਦੁਖੀ ਹੋਇਆ, ਕਹਿੰਦਾ ਮੇਰਾ ਪੁੱਤਰ ਮਰ ਗਿਆ। ਤਿੰਨ ਗਹਿਲੀਨ ਫਕੀਰ ਮੁਲਾਨੇ, ਉਹ ਰਾਜੇ ਨੇ ਕੀ ਕੀਤਾ, ਇੰਨਾ ਦੁਖੀ ਡਿਪਰੈਸ ਹੋਇਆ, ਉਹਨੇ ਚੱਕ ਕੇ ਸਾਰੇ ਜਿੰਨੇ ਫਕੀਰ ਸੀਗੇ, ਜਿਹਨੇ ਆਪਣੇ ਆਪ ਨੂੰ ਸਾਧੂ ਸੰਤ ਕਹਿੰਦੇ ਸੀ, ਸਾਰੇ ਫੜ ਕੇ ਬੰਦ ਕਰ ਲਏ ਜੀ ਉਸਨੇ ਜੇਲ੍ਹ ਵਿੱਚ। ਬਹੁਤ ਆਨ ਕਰ ਕੈਦ ਕਰਾਨੇ, ਸਾਰਿਆਂ ਨੂੰ ਕੈਦ ਕਰਤਾ ਜੀ ਫੜ ਕੇ ਇਕੱਠਿਆਂ ਨੂੰ। ਸਭ ਸੋ ਇਸ ਵਿਦ ਬਾਕ ਬਗੋਵਾ, ਉਹਨੇ ਇੱਕ ਗੱਲ ਦਾ ਡਿਮਾਂਡ ਕੀਤਾ ਸਾਰੇ ਸੰਤਾਂ ਫਕੀਰਾਂ ਤੋਂ ਜਿਹੜੇ ਆਏ ਹੋਏ ਸਨ ਉੱਥੇ, ਪੀਰ ਮੁੱਲੇ ਕਾਜੀ ਜਿਹੜੇ ਸਨ। ਪੂਰਾ ਪੈਗੰਬਰ ਈਸਾ ਹੋਵਾ, ਕਹਿਣ ਲੱਗੇ ਦੇਖੋ ਜਿਹੜਾ ਪਹਿਲਾ ਪੈਗੰਬਰ ਹੋਇਆ ਹੈ ਈਸਾ ਜਾਂ ਜੀਸਸ ਜਿਹਨੂੰ ਕਹਿੰਦੇ ਹਾਂ, ਜਿਹੜਾ ਈਸਾ ਜੀਸਸ ਹੋਇਆ ਹੈ, ਤਿੰਨ ਕਿਤਾਬ ਮੈਂ ਲਿਖਿਓ ਬਣਾਈ, ਉਹਨੇ ਬਾਈਬਲ ਵਿੱਚ ਇਹ ਗੱਲ ਲਿਖੀ ਹੋਈ ਹੈ ਜੀਸਸ ਨੇ। ਸੋ ਮੈਂ ਤੁਮ ਸੋ ਦਿਓ ਸੁਣਾਈ, ਮੈਂ ਉਹ ਗੱਲ ਤੁਹਾਨੂੰ ਸੁਣਾਉਣਾ ਹਾਂ ਵੀ ਓਲਡ ਟੈਸਟਮੈਂਟ ਦੇ ਵਿੱਚ ਜੀਸਸ ਨੇ ਕੀ ਕਿਹਾ ਹੈ। ਦੋਹਰਾ ਮੈਂ ਮੁਰਦਾ ਜਿੰਦਾ ਕਰੋ ਹੁਕਮ ਖੁਦਾ ਕੇ ਸਾਥ, ਕਹਿੰਦੇ ਉਹ ਬਾਈਬਲ ਵਿੱਚ ਆਉਂਦਾ ਹੈ ਕਿ ਮੈਂ ਮੁਰਦੇ ਹੋਇਆਂ ਨੂੰ ਜਿਉਂਦਾ ਕਰਾਂਗਾ ਉਸ ਗੋਡ, ਉਸ ਰੱਬ ਦੀ ਮਰਜ਼ੀ ਦੇ ਨਾਲ, ਉਸ ਪਰਮਾਤਮਾ ਦੇ ਹੁਕਮ ਦੇ ਨਾਲ ਮੈਂ ਮਰੇ ਹੋਏ ਜਿਉਂਦੇ ਕਰਾਂਗਾ। ਸੋ ਇਹ ਗੱਲ ਲਿਖੀ ਹੋਈ ਹੈ ਬਾਈਬਲ ਦੇ ਵਿੱਚ। ਹੋਏ ਅਗਾਰੀ ਜਗਤ ਮਹਿ ਐਸੇ ਸੁਨ ਤਿਨ ਗਾਥ, ਕਹਿਣਗੇ ਹੋਏ ਅਗਾਰੀ ਜਗਤ ਮੈਂ ਐਸੇ ਸੁਣ ਤਿਨ ਗਾਥ। ਕਹਿਣਗੇ ਅੱਗੇ ਕਹਿੰਦੇ ਇਹ ਗੱਲ ਸੁਣ ਕੇ ਅਸੀਂ ਸਾਰੇ ਕ੍ਰਿਸਚੀਅਨ ਬਣੇ, ਜੀ ਉਹਦੇ ਫੋਲੋਅਰਸ ਬਣੇ ਵੀ ਹਾਂ ਉਹਨੇ ਸਾਨੂੰ ਜਿਉਂਦਾ ਕਰ ਸਕਦਾ ਮਰਿਆ। ਹੁਣ ਇਹ ਹੌਸਲਾ ਲੈ ਕੇ ਅਸੀਂ ਉਸ ਨੂੰ ਪ੍ਰੋਫਿਟ ਮੰਨਿਆ। ਚੌਪੇ ਆਪਣੋ ਜਬ ਹੀ ਹੁਕਮ ਉਚਰਹੀ, ਕਹਿਣਗੇ ਜੋ ਆਪਣਾ ਹੁਕਮ ਕਰੇਗਾ ਮੁਰਦੇ ਕੋ ਜਿੰਦਾ ਸੋ ਹਾਂ ਕਰਹੀ, ਉਹ ਜੋ ਮੁਰਦਿਆਂ ਨੂੰ ਵੀ ਜਿੰਦੇ ਕਰੇਗਾ, ਐਸਾ ਲਿਖਿਆ ਹੋਇਆ ਹੈ। ਇਉਂ ਲਿਖ ਗਇਓ ਪੈਗੰਬਰ ਹਾਂ ਥਾਰੋ, ਇਹ ਤਾਂ ਲਿਖ ਕੇ ਗਿਆ ਤੁਹਾਡਾ ਪੈਗੰਬਰ, ਜਿਹਨੂੰ ਤੁਸੀਂ ਪੈਗੰਬਰ ਮੰਨਦੇ ਹੋ, ਜਿਹਦੇ ਤੁਸੀਂ ਵੱਡੇ ਬਿਸ਼ਪ ਬਣੇ ਫਿਰਦੇ ਹੋ ਜਾਂ ਫਾਦਰ ਬਣੇ ਫਿਰਦੇ ਹੋ, ਜੋ ਵੀ ਹੋਇਆ ਕਹਿੰਦੇ ਤੁਸੀਂ ਉਹਨੂੰ ਵੱਡਾ ਮੰਨਦੇ ਹੋ। ਕੇ ਹਿਰਦੇ ਵਿਖੇ ਵਿਚਾਰੋ, ਹੁਣ ਆਪਣੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕਰੋ। ਮੇਰੋ ਸੁਤ ਮਰ ਗਿਓ ਦੁਖ ਪਾਏ, ਦੇਖੋ ਮੇਰਾ ਤਾਂ ਪੁੱਤਰ ਮਰ ਗਿਆ ਨਾ ਦੁੱਖ ਪਾ ਕੇ, ਹੁਣ ਕੋ ਅਬ ਤੁਮ ਦੇਹੋ ਜਿਵਾਏ, ਇਹਨੂੰ ਜਿਉਂਦਾ ਕਰੋ। ਤੁਹਾਡਾ ਪ੍ਰੋਫਿਟ ਕਹਿੰਦਾ ਉਹ ਜਿਉਂਦਾ ਕਰੇਗਾ, ਕਹਿੰਦਾ ਤੁਹਾਡਾ ਲਿਖਿਆ ਹੋਇਆ ਬਾਈਬਲ ਦੇ ਚ, ਕਰੋ ਜਿਉਂਦਾ ਹੁਣ ਇਹਨੂੰ। ਨਾ ਤੋ ਭਾਖੋ ਮਿਲ ਕੇ ਸਭ ਲੋਗਾ, ਹਾਂ ਨਹੀਂ ਫੇਰ ਲੋਕਾਂ ਨੂੰ ਕਹਿ ਦਿਓ, ਕੀ ਕਹੋ ਜਾ ਕੇ ਐਲਾਨ ਕਰ ਦੋ, ਪ੍ਰੋਕਲੇਮ ਕਰ ਦੋ, ਕੀ ਪ੍ਰੋਕਲੇਮ ਕਰਨਾ ਹੈ। ਲਿਖਿਓ ਪੈਗੰਬਰ ਇਹ ਦਰੋਗਾ, ਵੀ ਆਹ ਪੈਗੰਬਰ ਜਿਹੜਾ ਜੀਸਸ ਲਿਖ ਕੇ ਗਿਆ ਝੂਠ ਹੈ, ਉਹ ਝੂਠ ਬੋਲ ਕੇ ਗਿਆ ਦੁਨੀਆ ਨੂੰ। ਕਹਿ ਦਿਓ ਸਾਰਿਆਂ ਨੂੰ, ਜੇ ਨਹੀਂ ਜਿਉਂਦਾ ਕਰ ਸਕਦਾ ਤਾਂ ਤੁਹਾਡਾ ਜੀਸਸ ਝੂਠ ਬੋਲ ਕੇ ਗਿਆ ਸਾਰਿਆਂ ਨੂੰ। ਇਸ ਬਿਦ ਭੂਪਤ ਕੀ ਸੁਨ ਬਾਣੀ, ਜਦੋਂ ਇਸ ਗੱਲ ਦਾ ਜਿਹੜੀ ਹੈ ਸਾਰਿਆਂ ਨੇ ਸੁਣੀ, ਉੱਥੇ ਜਿਹੜੇ ਆਏ ਹੋਏ ਸਨ ਚਿੰਤਾ ਮਨ ਭੈ ਕਿਨਹੋ ਨਾ ਮਾਨੀ, ਸਾਰੇ ਚਿੰਤਾਮਨ ਹੋ ਗਏ ਜੀ, ਉਹਨਾਂ ਨੂੰ ਫਿਕਰ ਲੱਗ ਗਿਆ ਤੇ ਉਹ ਸਾਰੇ ਡਰਨ ਲੱਗ ਪਏ। ਬੈਠੇ ਸਭ ਹੀ ਕੈਦ ਮਝਾਰੀ, ਸਾਰੇ ਕੈਦ ਜੇਲ੍ਹ ਵਿੱਚ ਬੈਠੇ। ਹੁਣ ਕਿਹਦੇ ਕੋਲ ਹੁੰਦਾ ਜੀ ਪਾਵਰ ਮਰੇ ਹੋਏ ਨੂੰ ਜਿਉਂਦਾ ਕਰਨ ਦਾ? ਹਾਂਜੀ ਸਾਰੇ ਤਾਂ ਖਾਣ ਪੀਣ ਵਾਲੇ ਹੁੰਦੇ ਹਨ ਵਿਚਾਰੇ, ਛੁੱਟਣ ਉਪਾਏ ਨਾ ਪਾਏ ਵਿਚਾਰੇ, ਹੁਣ ਛੁੱਟਣ ਦਾ ਕੋਈ ਉਪਾਅ ਵੀ ਨਹੀਂ ਬਚਿਆ। ਹੁਣ ਉਹ ਕਹਿੰਦੇ ਵੀ ਅਸੀਂ ਛੁੱਟਾਂਗੇ ਕਿਵੇਂ? ਤੇ ਹੇਠਾਂ ਆਪ ਸਮਸ ਚੱਲ ਗਇਓ, ਉਸ ਵੇਲੇ ਸ਼ਮਸ ਤਬਰੇਜ ਉਸ ਮੁਲਕ ਦੇ ਵਿੱਚ ਚਲਿਆ ਗਿਆ। ਕੈਦਨ ਕੋ ਬੂਝਤ ਅਸ ਭਇਓ, ਉਹਨੇ ਕੈਦੀ ਹੋਏ ਜਿੰਨੇ ਵੀ ਫਾਦਰ ਬਿਸ਼ਪ ਸੀਗੇ ਸਾਰੇ ਉੱਥੇ ਜਿਹੜੇ ਬੰਦ ਕੀਤੇ ਹੋਏ ਸਨ, ਉਹਨਾਂ ਨੂੰ ਪੁੱਛਿਆ ਬੈਠੇ ਕਿਉਂ ਚਿੰਤਾਤੁਰ ਹੋਈ, ਬੜੇ ਮੂੰਹ ਸੱਟ ਕੇ ਬੈਠੇ ਹੋ, ਬੜੇ ਦੁਖੀ ਜੇ ਹੋਏ ਬੈਠੇ ਹੋ, ਕੀ ਗੱਲ ਹੈ? ਬਿਗੜਿਓ ਤੁਮਾਰੋ ਕਾਰਜ ਕੋਈ, ਕਿਹੜਾ ਕਾਰਜ ਥੋੜਾ ਵਿਗੜ ਗਿਆ ਹੁਣ? ਸਭ ਨੇ ਸੁਨ ਅਸ ਗਿਰਾ ਉਚਾਰੀ, ਸਾਰਿਆਂ ਨੇ ਇਹ ਸੁਣ ਕੇ ਸ਼ਮਸ ਤਬਰੇਜ ਨੂੰ ਕਿਹਾ, ਨਿਰਪ ਕਹਿ ਮੁਰਦਾ ਦੇਹੋ ਜਿਵਾਰੀ, ਕਹਿਣ ਲੱਗੇ ਸਾਡਾ ਰਾਜਾ ਕਹਿੰਦਾ ਮੁਰਦੇ ਨੂੰ ਜਿਉਂਦਾ ਕਰ ਦੋ, ਕਹਿ ਕੇ ਰਾਖੇ ਕੈਦ ਮਝਾਰੀ, ਇਸ ਕਰਕੇ ਸਾਨੂੰ ਫੜ ਕੇ ਕੈਦ ਵਿੱਚ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਐਸੀ ਸਖਤ ਨਾ ਕਿਸਮ ਹੈ ਭਾਰੀ, ਕਹਿਣ ਲੱਗੇ ਐਸੀ ਸ਼ਕਤ ਤਾਂ ਸਾਡੇ ਕਿਸੇ ਵਿੱਚ ਵੀ ਨਹੀਂ ਹੈਗੀ, ਅਸੀਂ ਤਾਂ ਝੂਠ ਬੋਲੀ ਜਾਂਦੇ ਲੋਕਾਂ ਨੂੰ। ਕਹਿੰਦੇ ਜਿਹੜਾ ਹੈ ਸਾਡੇ ਵਿੱਚ ਕਿਹੜੇ ਕਮਾਈ ਹੈ, ਅਸੀਂ ਤਾਂ ਜਿਹੜਾ ਹੈ ਆਪਣਾ ਦਾਣਾ ਪਾਣੀ ਜਿਹੜਾ ਖਾਣ ਵਾਸਤੇ ਅਸੀਂ ਬਣਿਆ ਜੋ ਬਣਿਆ ਹਾਂ। ਸਮਸ ਕਹੈ ਮੈਂ ਦਿਓ ਜਿਵਾਏ, ਸ਼ਮਸ ਤਬਰੇਜ ਕਹਿੰਦਾ ਮੈਂ ਜਿਉਂਦਾ ਕਰ ਦਿੰਦਾ, ਇਹਦੇ ਚ ਕਿਹੜੀ ਗੱਲ ਹੈ? ਕਹਿੰਦੇ ਇਹ ਜਿਹੜੀ ਗੱਲ ਹੈ, ਕਹਿੰਦੇ ਮੈਂ ਜਿਉਂਦਾ ਕਰ ਦਿੰਦਾ, ਇਹ ਤਾਂ ਹੋ ਹੀ ਨਹੀਂ ਸਕਦਾ ਵੀ ਨਾ। ਕਹਿੰਦੇ ਕੋਈ ਗੱਲ ਨਹੀਂ, ਇਹ ਕੰਮ ਮੈਂ ਕਰ ਦਿੰਦਾ ਤੁਹਾਡਾ। ਤੁਮ ਮੁਝ ਕੋ ਹੋਵੋ ਦੁਖਦਾਏ, ਹਾਂ ਕਹਿਣ ਲੱਗੇ ਪਰ ਇੱਕ ਗੱਲ ਹੈ ਸ਼ਮਸ ਤਬਰੇਜ, ਦੇਖੋ ਉਹਨੇ ਫਿਊਚਰ ਵੀ ਦੱਸ ਦਿੱਤਾ, ਕਹਿੰਦਾ ਮੈਂ ਜਿਉਂਦਾ ਤਾਂ ਕਰ ਦਿੰਦਾ ਹੈ, ਪਰ ਤੁਸੀਂ ਸਾਰੇ ਮੈਨੂੰ ਇਕੱਠੇ ਹੋ ਕੇ ਫਿਰ ਦੁੱਖ ਦਿਓਗੇ, ਤੁਸੀਂ ਫਿਰ ਮੈਨੂੰ ਸਾਰਿਆਂ ਨੇ ਇਕੱਠੇ ਹੋ ਕੇ ਦੁੱਖ ਦੇਣਾ ਹੈ। ਇਹ ਮੈਂ ਜੋ ਤੁਹਾਡੇ ਵਾਸਤੇ ਚੰਗਾ ਕਰ ਰਿਹਾ ਹੈ ਨਾ,
ਇਹਦੇ ਬਰਾਬਰ ਤੇ ਇਹਦੇ ਬਦਲੇ ਤੁਸੀਂ ਮੇਰੇ ਨਾਲ ਦੁਖੀ ਕਰੋਗੇ ਮੈਨੂੰ ਤੁਸੀਂ ਤੜਫਾਉਣਾ ਹੈ ਇਹੀ ਗੱਲ ਕਰਕੇ। ਇਹ ਮੈਂ ਤੁਹਾਡੀ ਮਦਦ ਕਰ ਰਿਹਾ ਪਰ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਇਹੀ ਗੱਲ ਕਰਕੇ। ਕਰ ਜੋਰੇ ਸੁਣ ਕੇ ਇਉਂ ਸਭ ਹੀ। ਜਦੋਂ ਸਾਰਿਆਂ ਨੇ ਇਹ ਗੱਲ ਸੁਣੀ ਹੱਥ ਜੋੜ ਕੇ ਉਹਨੂੰ ਕਹਿਣ ਲੱਗੇ, ਜੇਲ੍ਹ 'ਚ ਬੰਦ ਹੋਏ, ਕਹਿੰਦੇ ਤੁਮਕੋ ਹਮ ਦੁਖ ਦੇਹੇ ਨਾ ਕਬਹੀ। ਕਹਿਣ ਲੱਗੇ ਪ੍ਰੋਮਿਸ ਕਰਦੇ ਆ ਅਸੀਂ ਸਾਰੇ ਜਿਹੜੇ ਰਿਲੀਜੀਅਸ ਲੀਡਰ ਸੀ ਨਾ ਉੱਥੇ ਵੱਡੇ ਵੱਡੇ ਬੈਠੇ, ਕਹਿੰਦੇ ਅਸੀਂ ਪ੍ਰੋਮਿਸ ਕਰਦੇ ਹਾਂ ਤੈਨੂੰ ਨਹੀਂ ਦੁੱਖ ਦੇਵਾਂਗੇ ਪਰ ਇੱਕ ਵਾਰੀ ਇੱਥੋਂ ਇਸੇ ਜਿਵਾਏ ਛੁਟਾਵ ਹੋ ਸਾਰੇ। ਹਾਂ ਇੱਕ ਵਾਰੀ ਉਹਨੂੰ ਜਿਉਂਦਾ ਕਰ ਦੇ ਤਾਂ ਸਾਨੂੰ ਇੱਥੇ ਛਡਾ ਦਿਓ ਬਸ। ਮਿਲ ਕੇ ਬੰਦ ਹੈ ਪਾਏ ਤੁਮਾਰੇ। ਸਾਰਿਆਂ ਨੇ ਮਿਲ ਕਰਕੇ ਕਹਿੰਦੇ ਸਾਰੇ ਅਸੀਂ ਮਿਲ ਕੇ ਤੇਰੇ ਪੈਰੀਂ ਪਾਵਾਂਗੇ। ਤਬ ਚੱਲ ਸਮਸ ਗਇਓ ਤੇ ਥਾਈ। ਇਹ ਗੱਲ ਸੁਣ ਕੇ ਸ਼ਮਸ ਤਬਰੇਜ ਜਿਹੜਾ ਹੈ ਚਲਿਆ ਗਿਆ ਜੀ ਉੱਥੇ ਜਿੱਥੇ ਰਾਜੇ ਦਾ ਪੁੱਤਰ ਮਰਿਆ ਹੋਇਆ ਹੈ। ਜਾਏ ਠੰਡ ਹੋਈ ਗਿਰਾ ਅਲਾਈ। ਮਰੇ ਹੋਏ ਪੁੱਤਰ ਦੇ ਕੋਲ ਖੜ ਕੇ ਸ਼ਮਸ ਤਬਰੇਜ ਨੇ ਕਿਹਾ ਮੇਰੇ ਹੁਕਮ ਸਾਥ ਉੱਠ ਜੀਵ ਹੋ। ਬਸ ਇਹ ਗੱਲ ਕਹੀ, ਕਹਿੰਦਾ ਮੇਰੇ ਹੁਕਮ ਦੇ ਨਾਲ ਤੂੰ ਜਿਹੜਾ ਮਰਿਆ ਹੋਇਆ ਜਿਉਂਦਾ ਹੋ ਜਾ। ਬਸ ਇੰਨੀ ਗੱਲ ਕਹੀ, ਮੇਰੇ ਹੁਕਮ ਸਾਥ ਉੱਠ ਜੀਵੋ, ਕਹਿੰਦਾ ਉੱਠ ਕੇ ਹੁਣ ਜਿਉਂਦਾ ਹੋ ਜਾ ਮੇਰੇ ਹੁਕਮ ਦੇ ਨਾਲ। ਪਰ ਇਹ ਜਿਹੜੀ ਗੱਲ ਹੈ ਜਿਹੜਾ ਹੈ ਉਹਨਾਂ ਦੀ ਬੋਲੀ ਚ ਕੁੰਮ ਬਿਜਨੀ, ਸੋ ਕੁੰਮ ਬਿਜਨੀ ਹੁੰਦਾ ਹੈ ਕਿ ਮੇਰੇ ਹੁਕਮ ਨਾਲ ਉੱਠ। ਪਰ ਇਹ ਜਿਹੜੇ ਮੁਸਲਮਾਨ ਹਨ ਇਹ ਮੰਨਦੇ ਹਨ ਵੀ ਕਹਿਣਾ ਚਾਹੀਦਾ ਕੁੰਮ ਬਿਜਨ ਅੱਲਾ, ਵੀ ਅੱਲਾ ਦੇ ਹੁਕਮ ਦੇ ਨਾਲ ਤੂੰ ਉੱਠ। ਪਰ ਸ਼ਮਸ ਤਬਰੇਜ ਨੇ ਕੁੰਮ ਬਿਜਨੀ ਕਿਹਾ ਕਿ ਮੇਰੇ ਹੁਕਮ ਦੇ ਨਾਲ ਤੂੰ ਉੱਠ ਕੇ ਖੜਾ ਹੋ ਜਾ ਹੁਣ। ਵਿੱਚ ਰਹੋ ਪੂਰਬ ਜਿਉ ਅਬ ਥੀ ਵਹੋ। ਕਹਿਣ ਲੱਗੇ ਜਦੋਂ ਤੂੰ ਪਿਆ ਹੋਇਆ ਮਰਿਆ ਹੋਇਆ ਤੂੰ ਪਹਿਲਾਂ ਵਾਂਗੋਂ ਉੱਠ ਕੇ ਤੁਰਨ ਲੱਗ ਜਾ ਹੁਣ। ਤੇ ਛਿਨ ਤਹਾਂ ਜੋ ਮਿਰਤਕ ਪਰਿਓ। ਉਸੇ ਛਿਨ ਜਿਹੜਾ ਮਰਿਆ ਪਿਆ ਸੀ ਉਹ ਰਾਜੇ ਦਾ ਪੁੱਤਰ ਉੱਠ ਬੈਠਿਓ ਨਰਿਪ ਦੁੱਖ ਪਰ ਹਰਿਓ। ਉਹ ਉੱਠ ਕੇ ਬੈਠ ਗਿਆ ਜੀ, ਜਿਉਂਦਾ ਹੋ ਗਿਆ ਤੇ ਰਾਜਾ ਖੁਸ਼ ਹੋ ਗਿਆ, ਰਾਜੇ ਦਾ ਦੁੱਖ ਕੱਟਿਆ ਗਿਆ। ਹਿਰਦੇ ਭਾ ਆਨੰਦ ਸਭ ਤਾਈ। ਸਾਰਿਆਂ ਦੇ ਹਿਰਦਿਆਂ ਵਿੱਚ ਆਨੰਦ ਹੋ ਗਿਆ ਵੀ ਰਾਜੇ ਨੇ ਜਿਹੜੀ ਧਮਕੀ ਪਾਈ ਹੋਈ ਸੀ ਸਾਰਿਆਂ ਨੂੰ, ਸਾਰਾ ਠੀਕ ਹੋ ਗਿਆ, ਪੁੱਤਰ ਜਿਉਂਦਾ ਹੋ ਗਿਆ ਹੁਣ। ਕਰੇ ਕੈਦ ਜੇ ਦੀਨ ਛੁਡਾਈ। ਸਾਰੇ ਜਿਹੜੇ ਕੈਦ ਕੀਤੇ ਸੀ ਸ਼ਮਸ ਤਬਰੇਜ ਨੇ ਕਹਿ ਕੇ ਰਾਜੇ ਨੂੰ ਸਾਰੇ ਛਡਾਤੇ। ਭਏ ਮੁਲਾਨੇ ਸਭ ਇੱਕ ਥਾਈ। ਉਸ ਵੇਲੇ ਇਹ ਜਿਹੜੇ ਮੁਲਾਣੇ ਸੀ ਨਾ ਪਹਿਲਾਂ ਜੇਲ੍ਹ 'ਚ ਬੰਦ ਸਨ, ਸਾਰੇ ਜਿਹੜੇ ਹਾਰੇ ਕੱਢਦੇ ਸਨ, ਤਰਲੇ ਕੱਢਦੇ ਸਨ, ਬੈਠੇ ਵੀ ਛਡਾ ਦੇ ਸਾਨੂੰ। ਕਹਿਣ ਲੱਗੇ ਇਹਨ ਕੀਨ ਖੁਟਾਈ। ਕਹਿਣ ਲੱਗੇ ਦੇਖ ਸ਼ਮਸ ਤਬਰੇਜ ਨੇ ਖੁਟਿਆਈ ਕੀਤੀ। ਦੇਖੋ ਅੱਗੇ ਆਪਣੀ ਆਈ ਤੇ ਆਪਣੀ ਪ੍ਰੋਮਿਸ ਨਹੀਂ ਇਹਨਾਂ ਨੇ ਰੱਖੀ। ਉਹ ਕਹਿੰਦਾ ਸੀ ਨਾ ਤੁਸੀਂ ਮੈਨੂੰ ਦੁੱਖ ਦਿਓਗੇ, ਉਹੀ ਕੰਮ ਤੇ ਇਹ ਆ ਗਏ। ਕਹਿੰਦੇ ਦੇਖੋ ਇਹਨੇ ਮਾੜਾ ਕੰਮ ਕੀਤਾ ਸ਼ਮਸ ਤਬਰੇਜ ਨੇ, ਇਹਨੇ ਖੁਟਿਆਈ ਕੀਤੀ ਹੈ। ਸਰਾ ਵਿਖੇ ਰੱਖਣਾ ਇਨ ਗੇਰਾ। ਦੇਖੋ ਸ਼ਰਾ ਦੇ ਵਿੱਚ ਇਹਨੇ ਜਿਹੜਾ ਹੈ ਵਿਖੇ ਇਨ ਗੇਰਾ, ਇਹਨੇ ਸ਼ਰਾ ਵਿੱਚੋਂ ਡਿੱਗ ਪਿਆ ਹੈ। ਕਿਉਂ ਡਿੱਗਿਆ? ਕਿਉਂਕਿ ਇਹਨੇ ਕਹਿਤਾ ਕਿ ਮੇਰੇ ਹੁਕਮ ਨਾਲ ਜਿਉਂਦਾ ਹੋ, ਅੱਲਾ ਦੇ ਹੁਕਮ ਨਾਲ ਨਹੀਂ ਇਹਨੇ ਕਿਹਾ। ਕਹਿਓ ਜੀਵ ਪਾ ਹੁਕਮ ਜੋ ਮੇਰਾ। ਹਾਂ ਕਹਿਣ ਲੱਗੇ ਕਹਿਓ, ਇਹਨੇ ਕਿਹਾ ਹੈ ਜੀਵ ਮੇਰੇ ਹੁਕਮ ਨਾਲ, ਨਹੀਂ ਖੁਦਾਏ ਨਾਮ ਕੋ ਲੀਨੋ। ਹਾਂ ਇਹਨੇ ਖੁਦਾ ਦਾ ਨਾਮ ਨਹੀਂ ਲਿਆ, ਇਸ ਕਰਕੇ ਇਸੇ ਬਾਤ ਇਹਨ ਕੀਨ ਮਲੀਨੋ। ਹਾਂ ਇਸ ਕਰਕੇ ਇਹਨੇ ਗੱਲ ਜਿਹੜੀ ਇਹ ਮਾੜੀ ਕੀਤੀ ਹੈ, ਭੈੜੀ ਕੀਤੀ ਹੈ। ਨਹੀਂ ਮਜ਼ਹਬ ਹਮਰੇ ਮੈਂ ਭਾਈ। ਇਸ ਕਰਕੇ ਸਾਡੇ ਮਜਹਬ ਦੇ ਵਿੱਚ ਐਸਾ ਕਰਨਾ ਵੱਡਾ ਪਾਪ ਹੈ, ਚੰਗਾ ਨਹੀਂ ਹੈਗਾ। ਜਾਂ ਤੇ ਚਾਹੀਏ ਤੇ ਦਈ ਸਜਾਏ। ਇਸ ਕਰਕੇ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਹੁਣ। ਸਭ ਮਿਲ ਸਮਸ ਲੀਨ ਗਹਿ ਤਬ ਹੀ। ਉਸ ਵੇਲੇ ਸਾਰਿਆਂ ਨੇ ਮਿਲ ਕੇ ਵਿਚਾਰੇ ਸ਼ਮਸ ਤਬਰੇਜ ਨੂੰ ਪਕੜ ਲਿਆ ਵਿਚਾਰੇ ਨੂੰ। ਹੁਣ ਉਹਨੂੰ ਫੜ ਲਿਆ ਜੀ ਇਹਨਾਂ ਸਾਰਿਆਂ ਨੇ। ਇਹ ਸ਼ਰੀਆ ਵਾਲੇ ਜਿਹੜੇ ਹੁੰਦੇ ਨੇ, ਕਹਿੰਦੇ ਇਹ ਸ਼ਰੀਆ ਜਿਹੜੀ ਹੁੰਦੀ ਹੈ ਆਪੇ ਬਣਾ ਲੈਂਦੇ ਨੇ। ਸੋ ਉਹ ਬਣਾ ਕੇ ਉਸ ਦਾ ਲਾਅ ਬਣਾ ਕੇ ਉਸ ਨੂੰ ਲਾਗੂ ਕਰ ਦਿੰਦੇ ਹਨ। ਸੋ ਇਸੇ ਪ੍ਰਕਾਰ ਵਿਚਾਰਾ ਉਹ ਜਿਹੜਾ ਹੈ ਐਸੇ ਸ਼ਰੀਆ ਦੇ ਕਰਕੇ ਫੜਿਆ ਗਿਆ। ਕਹਿਤ ਜੋ ਥੇ ਦੁੱਖ ਦੇਹੇ ਨਾ ਕਬਹੀ। ਕਹਿਤ ਥੇ ਇੱਕ ਜੋ ਥੇ, ਕਹਿਣਗੇ ਜੋ ਕਹਿੰਦੇ ਸਨ ਵੀ ਤੂੰ ਸਾਨੂੰ ਛਡਾ ਦੇ ਇੱਕ ਵਾਰੀ, ਇਹ ਰਾਜੇ ਦੇ ਪੁੱਤਰ ਨੂੰ ਜਿਉਂਦਾ ਕਰ ਦੇ, ਤੈਨੂੰ ਕਿੰਨੀ ਮੁੜ ਕੇ ਅਸੀਂ ਕਿਤੇ ਵੀ ਦੁੱਖ ਦਵਾਂਗੇ। ਦੇਖੋ ਆਪਣੀ ਕਈ ਹੋਈ ਗੱਲ ਤੋਂ ਮੁੱਕਰ ਗਏ ਹੁਣ। ਤਬੈ ਸਮਸ ਨਹੀਂ ਗਿਰਾ ਅਲਾਈ। ਉਸ ਵੇਲੇ ਸ਼ਮਸ ਤਬਰੇਜ ਸਾਰੇ ਮੁੱਲਾ ਜਿਹੜੇ ਰਿਲੀਜੀਅਸ ਲੀਡਰ ਸਨ ਉਹਨਾਂ ਸਾਰਿਆਂ ਨੂੰ ਕਹਿੰਦਾ ਕਿਆ ਸਜਾਏ ਤੁਮ ਦੇਹੋ ਮੁਝ ਤਾਈ। ਕਹਿਣ ਲੱਗੇ ਕੀ ਸਜ਼ਾ ਦਿਓਗੇ ਤੁਸੀਂ ਮੈਨੂੰ? ਜੋ ਹੈ ਮਨ ਮੈਂ ਸੋ ਕਰ ਲੀਜੈ। ਕਹਿਣ ਲੱਗੇ ਚਲੋ ਫਿਰ ਤੁਸੀਂ ਕਰ ਲਓ ਜੋ ਤੁਸੀਂ ਕਰਨਾ ਹੈ, ਜੋ ਤੁਹਾਡੀ ਇੱਛਾ ਮਨ ਦੀ ਆਉਂਦੀ ਹੈ, ਜਿਹੜੀ ਸਜ਼ਾ ਦੇਣੀ ਹੈ ਦੇ ਦਿਓ ਹੁਣ। ਉਹ ਝੂਠੇ ਨੇ ਜਰੇ ਦੇ ਲਖੀਜੈ। ਪਰ ਇੱਕ ਗੱਲ ਯਾਦ ਰੱਖਿਓ, ਤੁਸੀਂ ਸਾਰੇ ਹੀ ਝੂਠੇ ਹੋ, ਸਾਰੇ ਆਪਣੇ ਬਚਨਾਂ ਤੋਂ ਮੁਕਰਨ ਵਾਲੇ ਹੋ। ਇੰਨੀ ਗੱਲ ਨੂੰ ਪੱਕਾ ਕਰ ਲਿਓ ਆਪਣੇ ਹਿਰਦੇ ਦੇ ਵਿੱਚ। ਬਾਕੀ ਜਿਹੜੀ ਸਜ਼ਾ ਮੈਨੂੰ ਦੇਣੀ ਆ ਦੇ ਦਿਓ ਜਿਹੜੀ ਦੇਣੀ ਹੈ। ਕਹਿਤ ਮੁਲਾਨੇ ਸਰਾ ਮਝਾਰੇ। ਉਸ ਵੇਲੇ ਮੁਲਾਣੇ ਕਹਿਣ ਲੱਗੇ ਸ਼ਰਾ ਦੇ ਵਿੱਚ ਹਾਲ ਉਤਾਰਨ ਉਚਿਤ ਤੁਮਾਰੀ। ਕਹਿਣ ਲੱਗੇ ਜਿਉਂਦੇ ਜੀ ਇਹਨੂੰ ਸਕਿਨ ਕਰਨਾ ਹੈ, ਜਿਉਂਦੇ ਜੀ ਇਹਦਾ ਜਿਹੜਾ ਹੈ ਇਹਦੀ ਸਕਿਨ, ਇਹਦਾ ਮਾਸ ਜਿਹੜਾ ਹਨ ਸਕਿਨ ਜਿਹੜੀ ਹੈ ਉਹ ਪੁੱਟਣੀ ਹੈ, ਉਹ ਖੱਲ ਲਾਉਣੀ ਹੈ, ਜਿਵੇਂ ਕਹਿੰਦੇ ਹੁੰਦੇ ਹਾਂ। ਕਹਿੰਦੇ ਉਹ ਲਾਉਣੀ ਹੈ ਸਾਰੀ। ਆਪਨ ਹੁਕਮ ਸੋ ਮੁਰਦਾ ਜਿੰਦਾ। ਕਹਿਣ ਲੱਗੇ ਆਪਨ ਹੁਕਮ ਸੋ, ਜਿਹਨੇ ਆਪਣੇ ਹੁਕਮ ਦੇ ਨਾਲ ਮੁਰਦੇ ਨੂੰ ਜਿਉਂਦਾ ਕੀਤਾ। ਕਰਿਓ ਤੇ ਤਾਤੇ ਤੁਝ ਨਿੰਦਾ। ਕਹਿਣ ਲੱਗੇ ਕਰਿਓ, ਕਹਿਣ ਲੱਗੇ ਇਸ ਕਰਕੇ ਅਸੀਂ ਤੇਰੀ ਨਿੰਦਿਆ ਕਰਦੇ ਹਾਂ ਕਿਉਂਕਿ ਤੂੰ ਆਪਣਾ ਹੁਕਮ ਕਿਹਾ। ਕਿਉਂਕਿ ਇਹਨਾਂ ਦਾ ਜਿਹੜਾ ਮੰਨਣ ਇਹ ਹੁੰਦਾ ਹੈ ਨਾ ਵੀ ਜਿਹੜਾ ਸ਼ੈਤਾਨ ਹੈ ਨਾ ਉਹ ਰੱਬ ਦਾ ਸ਼ਰੀਕ ਹੈ। ਸੋ ਕਹਿੰਦੇ ਵੀ ਜਿਹੜਾ ਬੰਦਾ ਮੈਂ ਕਰਦਾ ਹੈ
ਨਾ ਵੀ ਮੈਂ ਕਰਦਾ ਅੱਲਾ ਤੋਂ ਬਗੈਰ, ਉਹ ਸ਼ੈਤਾਨ ਹੈ। ਉਹਨੂੰ ਸ਼ੈਤਾਨ ਕਹਿ, ਜਿਵੇਂ ਜਿਹੜਾ ਹਨ ਜਿਹੜੇ ਆਪਣੇ ਅੰਗਰੇਜ਼ ਲੋਕ ਨੇ ਉਹ ਵਿੱਚ ਕਹਿ ਦਿੰਦੇ ਨੇ, ਚੰਗੇ ਭਲੇ ਬੰਦਿਆਂ ਨੂੰ ਵਿੱਚ ਬਣਾ ਕੇ ਉਹ ਜਿਹੜਾ ਬੜਾ ਕੁਝ ਕਰਦੇ ਨੇ, ਸੂਲੀਆਂ ਤੇ ਚੜਾਉਂਦੇ, ਜਿਉਂਦਿਆਂ ਨੂੰ ਸਾੜ ਦਿੰਦੇ ਨੇ। ਇਹ ਜੇ ਤਮਾਸ਼ੇ ਬਹੁਤ ਕਰਦੇ ਨੇ, ਕਿਉਂਕਿ ਸਮਝੇ ਨਹੀਂ ਵੀ ਪ੍ਰਮਾਤਮਾ ਨਾਲ ਮਿਲਿਆ ਹੋਇਆ ਬੰਦਾ ਕੈਸਾ ਹੁੰਦਾ ਹੈ। ਉਹ ਅਵਸਥਾ ਨੂੰ ਇਹ ਸਮਝਦੇ ਹੀ ਨਹੀਂ, ਇਹਨਾਂ ਦੀ ਸਮਝ 'ਚ ਹੈ ਨਹੀਂ ਉਹ ਗੱਲ। ਅਸ ਕਹਿ ਲੀਨੀ ਖਾਲ ਉਤਾਰੇ, ਇਸ ਪ੍ਰਕਾਰ ਕਰਕੇ ਉਹਨਾਂ ਨੇ ਇਹਨਾਂ ਦੇ ਖੱਲ ਉਤਾਰ ਦਿੱਤੀ ਜੀ ਵਿਚਾਰੇ ਸ਼ਮਸ ਤਬਰੇਜ਼ ਦੇ ਜੂੰਦੇ ਦੀ। ਦਇਓ ਛੋਰ ਬਹਿਸ ਰੋਣਾ ਧਾਰੀ, ਤੇ ਵਿਚਾਰਾ ਜਿਹੜਾ ਹੈ ਉੱਤੋਂ ਸਕੀਨਤਾ ਲੈ ਗਈ, ਹੁਣ ਅੰਦਰ ਲਹੂ ਨਾੜੀਆਂ ਦਿਸਦੀਆਂ ਨੇ, ਉਹ ਸਾਰਾ ਵਿਚਾਰਾ ਇਸੇ ਤਰ੍ਹਾਂ ਹੀ ਛੱਡ ਦਿੱਤਾ। ਲਹੂ ਲਹਾਨ ਹੋਇਆ ਚੱਕ ਕੇ ਇਹਨਾਂ ਨੇ ਇਸੇ ਤਰ੍ਹਾਂ ਜੰਗਲ ਵਿੱਚ ਸੁੱਟ ਦਿੱਤਾ। ਭਇਓ ਕੁਰੂਪ ਭਿਆਨਕ ਭਾਰੀ, ਦੇਖੋ ਹੁਣ ਸ਼ਮਸ ਤਬਰੇਜ਼ ਦਾ ਜਿਹੜਾ ਚਿਹਰਾ ਸੀ ਨਾ, ਉਹਦਾ ਵੀ ਮਾਸ ਲੈ ਗਿਆ, ਉਹ ਮਾਸ ਨਹੀਂ ਉੱਤੇ ਰਿਹਾ, ਲਹੂ ਲਹਾਨ ਹੋਇਆ ਸਾਰਾ ਸਰੀਰ ਇਸੇ ਤਰ੍ਹਾਂ ਬਹੁਤ ਭਿਆਨਕ, ਬਹੁਤ ਡਰਾਉਣਾ ਹੋ ਗਿਆ। ਪੂੰ ਪਰ ਗਈ ਸਭ ਅੰਗ ਮਝਾਰੇ, ਦੇਖੋ ਉਸਦੇ ਸਾਰੇ ਅੰਗ ਦੇ ਵਿੱਚ ਜਿਹੜੀ ਸੀਗੀ ਉਹ ਜਿਹੜੀ ਪਾਕ ਪੈ ਗਈ ਵਿਚਾਰੇ ਦੇ। ਭਿੰਨ ਕਹਿ ਮਾਖੀ ਚੌਹਦ ਸਮਾਹੀ, ਤੇ ਮੱਖੀਆਂ ਆਲੇ ਦੁਆਲੇ ਭਿਣਕ ਰਹੀਆਂ ਹਨ ਵਿਚਾਰੇ ਦੇ। ਉਹ ਸਮੀਪ ਆਵਨ ਦੇ ਨਾਹੀ, ਕੋਈ ਵੀ ਡਰਦਾ ਹੋਇਆ ਨੇੜੇ ਨਹੀਂ ਆਉਂਦਾ ਸ਼ਮਸ ਤਬਰੇਜ਼ ਦੇ। ਤਾਹੇ ਕੋ ਦੇਸ ਕੋ ਛੋਰ ਸਿਧਾਰਾ, ਉਸ ਵੇਲੇ ਵਿਚਾਰੇ ਨੇ ਉਹ ਦੇਸ਼ ਛੱਡ ਕੇ ਚਲਿਆ ਗਿਆ ਵਾਪਸ ਮੁਲਤਾਨ ਵੱਲ। ਆਵਤ ਪਾ ਮੁਲਤਾਨ ਮਝਾਰਾ, ਪਹੁੰਚਿਆ ਫਿਰ ਆਕੇ ਮੁਲਤਾਨ ਦੇ ਵਿੱਚ। ਖੁਦਾ ਬਿਖੈ ਆਤੁਰ ਹੋਇ ਸੋ, ਫਿਰ ਉਹਨੂੰ ਬੜੀ ਭੁੱਖ ਲੱਗੀ ਹੋਈ ਸੀ, ਕਿਉਂਕਿ ਕੋਈ ਖਾਣਾ ਨਹੀਂ ਦਿੰਦਾ ਸੀ। ਜਾਚ ਹੈ ਅੰਨ ਦੇਤ ਨਹਿ ਕੋ, ਦੇਖੋ ਮੰਗਦਾ ਵੀ ਸੀ ਵਿਚਾਰਾ ਖਾਣਾ, ਕੋਈ ਦੇਣ ਨੂੰ ਤਿਆਰ ਨਹੀਂ ਸੀ ਵਿਚਾਰੇ ਨੂੰ। ਤਬ ਇੱਕ ਮੀਨ ਮੰਗਤੇ ਪਾਈ, ਉਸ ਵੇਲੇ ਕਿਸੇ ਨੇ ਜਿਹੜਾ ਤਰਸ ਕਰਕੇ ਉਹਨੂੰ ਇੱਕ ਮੱਛੀ ਦੇ ਦਿੱਤੀ, ਪਰ ਉਹ ਮੱਛੀ ਰੋ ਸੀਗੀ। ਮੱਛੀ ਫੜਾ ਦਿੱਤੀ, ਕਹਿੰਦਾ ਆਏ ਖਾ ਲਾ ਤੂੰ। ਮਹਿ ਭੁਰਜਨ ਦੇਵੇ ਕਿਸ ਥਾਈ, ਪਰ ਫੇਰ ਵਿਚਾਰਾ ਘਰ ਫੇਰ ਜਾਂਦਾ ਰਿਹਾ, ਕਹਿੰਦਾ ਇਹ ਮੱਛੀ ਨੂੰ ਭੁੰਨ ਕੇ ਦੇ ਦਿਓ ਕੋਈ। ਜਿਹੜਾ ਸ਼ਮਸ ਤਬਰੇਜ਼ ਕਿਹੜੇ ਜਾਪਾਨੀ ਸੀਗਾ, ਜਿਹੜਾ ਸੁਸ਼ੀ ਖਾ ਲੈਣੀ ਸੀ ਵਿਚਾਰੇ ਨੇ। ਹਾਂਜੀ, ਕਹਿੰਦਾ ਵਿਚਾਰਾ ਘਰ ਫਿਰੀ ਜਾਵੇ, ਕਹਿੰਦਾ ਇਹ ਭੁੰਨ ਕੇ ਦੇ ਦਿਓ, ਕੋਈ ਬਣਾ ਕੇ ਦੇ ਦਿਓ। ਆਏ ਸ਼ਹਿਰ ਬੈਠਿਓ ਇੱਕ ਥਾਨਾ, ਜਦੋਂ ਕਿਸੇ ਨੇ ਨਾ ਇਹ ਬਣਾ ਕੇ ਦਿੱਤੀ, ਉਸ ਵੇਲੇ ਸ਼ਮਸ ਤਬਰੇਜ਼ ਵਿਚਾਰਾ ਸ਼ਹਿਰ ਤੋਂ ਬਾਹਰ ਆ ਗਿਆ, ਇੱਕ ਥਾਂ ਤੇ ਬੈਠਾ। ਕਿਉਂ ਸੂਰਜ ਸੋ ਬਚਨ ਬਖਾਨਾ, ਤੇ ਉਸ ਵੇਲੇ ਸੂਰਜ ਚੜਿਆ ਹੋਇਆ ਸੀਗਾ, ਪੂਰਾ ਆਫਟਰਨੂਨ ਵਾਲਾ ਸਮਾਂ ਸੀਗਾ। ਸੋ ਉਹ ਜਿਹੜਾ ਹੈ ਸੂਰਜ ਪੂਰਾ ਚੜਿਆ ਹੋਇਆ, ਉਸ ਵੇਲੇ ਸ਼ਮਸ ਤਬਰੇਜ਼ ਉਸ ਸੂਰਜ ਵੱਲ ਦੇਖ ਕੇ ਕਹਿੰਦਾ, ਸਮਸ ਨਾਮ ਹੈ ਇੱਕ ਮਮ ਤੋਰਾ, ਦੇਖਿਆ ਸ਼ਮਸ, ਕਹਿੰਦੇ ਹੇ ਸੂਰਜ ਤੈਨੂੰ ਵੀ ਸ਼ਮਸ ਕਹਿੰਦੇ ਹਨ, ਮੈਂ ਵੀ ਸ਼ਮਸ ਹਾਂ। ਕਹਿੰਦੇ ਆਪਾਂ ਦੋਵੇਂ ਸ਼ਮਸ ਹਾਂ, ਜਿਹੜਾ ਤੇਰਾ ਨਾਂ ਉਹ ਮੇਰਾ ਵੀ ਨਾਂ ਹੈ। ਜਾਂ ਤੇ ਕਾਰਜ ਕਰੋ ਤੁਮ ਮੋਰਾ, ਕਹਿਣ ਲੱਗੇ ਹੇ ਸੂਰਜ ਹੇ ਸ਼ਮਸ ਤੂੰ ਮੇਰਾ ਇੱਕ ਕਾਰਜ ਕਰ, ਕਿ ਮੇਰਾ ਕੰਮ ਕਰ ਦੇ। ਨੀਚੇ ਆਣ ਭੁਰਜੀਏ ਮੀਨਾ, ਕਹਿਣ ਲੱਗੇ ਤੂੰ ਥੋੜਾ ਨੇੜੇ ਆ ਜਾ ਧਰਤੀ ਦੇ। ਉਹ ਸਨ ਨੂੰ ਕਹਿੰਦਾ ਉਹ ਸਨ ਤੂੰ ਇਹ ਧਰਤੀ ਦੇ ਨੇੜੇ ਆ ਜਾ। ਕਿਉਂ ਆ ਜਾਵੇ? ਕਹਿੰਦਾ ਮੇਰੀ ਨਾ ਮੱਛੀ ਨੂੰ ਥੋੜਾ ਸੇਕ ਲਾ ਦੇ, ਭੁੰਨ ਜਾਏਗੀ, ਇਹਨੂੰ ਇਹ ਜਿਹੜੀ ਹਨ ਰੋਸਟਡ ਹੋ ਜਾਏਗੀ। ਹੁਣ ਖਾਵੋ ਮੈਂ ਛੁਦਾ ਅਧੀਨਾ, ਤੇ ਫਿਰ ਮੈਂ ਮੱਛੀ ਨੂੰ ਖਾ ਲਵਾਂ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ। ਤਬ ਸਵਤਾ ਨੀਚੇ ਕੋ ਆਇਆ, ਦੇਖੇ ਸੂਰਜ ਜਿਹੜਾ ਹੈ ਕਹਿੰਦੇ ਧਰਤੀ ਦੇ ਨੇੜੇ ਆ ਗਿਆ ਉਸ ਵੇਲੇ, ਬਹੁਤ ਜ਼ਿਆਦੇ ਤਪਿਓ ਤੇਜ ਜਿਹੇ ਅਧਿਕ ਵਧਾਇਆ, ਬਹੁਤ ਤਪ ਹੋ ਗਿਆ ਧਰਤੀ ਤੇ, ਬਹੁਤ ਗਰਮੀ ਹੋ ਗਈ ਲੋਕਾਂ ਦੇ ਜਿਹੜੇ ਹਨ ਘਰ ਸੜਨ ਲੱਗ ਪਏ, ਕਿਉਂਕਿ ਇੰਨੀ ਤਪਸ਼ ਆਈ ਕਿ ਜੰਗਲ ਸੜ ਗਏ ਜੀ ਧਰਤੀ ਤੇ। ਤਪਤ ਲੋਕ ਅਤ ਸਹਿ ਅਕੁਲਾਏ, ਲੋਕੀ ਬੜੇ ਔਖੇ ਹੋਏ। ਸ਼ਮਸ ਤਬਰੇਜ਼ ਦੀ ਮੱਛੀ ਜਦੋਂ ਤੱਕ ਨਾ ਪੂਰੀ ਰੋਸਟ ਨਹੀਂ ਹੋਈ, ਲੋਕੀ ਵੀ ਰੋਸਟ ਹੋ ਗਏ ਜੀ ਉਸ ਵੇਲੇ। ਮਹਿਮਾ ਲਖੀ ਪਰੇ ਤਬ ਪਾਏ, ਸਾਰਿਆਂ ਨੇ ਫਿਰ ਉਸਦੀ ਮਹਿਮਾ ਜਾਣੀ ਮੁਲਤਾਨ ਦੇ ਵਿੱਚ, ਭਾਈ ਸ਼ਮਸ ਤਬਰੇਜ਼ ਤਾਂ ਇੱਕ ਪੂਰਨ ਸੰਤ ਹੈ। ਸਭ ਪ੍ਰਕਾਰ ਕੀ ਸੇਵਾ ਠਾਨੀ, ਸਾਰੇ ਪ੍ਰਕਾਰ ਦੀ ਸੇਵਾ ਕੀਤੀ ਫਿਰ ਸ਼ਮਸ ਤਬਰੇਜ਼ ਦੀ। ਉੱਥੇ ਲੋਕਾਂ ਨੇ ਇਕੱਠੇ ਹੋ ਕੇ ਮੁਲਤਾਨ ਵਿੱਚ ਸੇਵਕ ਭਏ ਕਰਮ ਮਨ ਬਾਨੀ, ਇਸ ਕਰਕੇ ਮਨ ਬਾਣੀ ਸਰੀਰ ਕਰਕੇ ਸਾਰੇ ਸੇਵਕ ਬਣ ਗਏ। ਤਬ ਤੇ ਸਮਸ ਰਹਿਓ ਤੇ ਥਾਨਾ, ਉਸ ਵੇਲੇ ਤੋਂ ਲੈ ਕੇ ਸ਼ਮਸ ਤਬਰੇਜ਼ ਉੱਥੇ ਹੀ ਰਹਿੰਦਾ ਸੀਗਾ, ਮੁਲਤਾਨ ਦੇ ਵਿੱਚ ਉੱਥੇ ਹੀ ਰਿਹਾ। ਸਭ ਤੇ ਅਜਮਤ ਜਾਹੇ ਮਹਾਨਾ, ਸਾਰਿਆਂ ਤੋਂ ਜ਼ਿਆਦਾ ਅਜਮਤ ਸ਼ਮਸ ਤਬਰੇਜ਼ ਦੀ ਸੀਗੀ ਉਸ ਵੇਲੇ। ਇਸ ਪ੍ਰਕਾਰ ਕੋ ਹੁਤੋ ਪ੍ਰਸੰਗਾ, ਇਹ ਪ੍ਰਸੰਗ ਹੈ ਜਿਹੜਾ ਸ਼ਮਸ ਤਬਰੇਜ਼ ਦਾ ਜਿਹੜਾ ਪਹਿਲਾ ਹੋਇਆ, ਜਿਹੜਾ ਪਹਿਲਾ ਮੁਲਤਾਨ ਵਿੱਚ ਆਇਆ, ਜਿਹਦੀ ਗੱਦੀ ਅੱਗੇ ਚੱਲਦੀ ਹੈ। ਸੋ ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਸਾਖੀ ਭਾਈ ਬਾਲੇ ਨੂੰ ਦੱਸੀ। ਜੋ ਭਾਖਿਓ ਬਾਲੇ ਤੁਝ ਸੰਗਾ, ਜੋ ਮੈਂ ਸਾਖੀ ਤੁਹਾਨੂੰ ਦੱਸੀ ਹੈ ਬਾਲੇ, ਇਹ ਸ਼ਮਸ ਤਬਰੇਜ਼ ਦੀ ਐਸੀ ਸਾਖੀ ਆਉਂਦੀ ਹੈ। ਸੋ ਇਸੇ ਪ੍ਰਕਾਰ ਕਰਕੇ ਇਹ ਵੀ ਜਿਹੜਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ। ਇਸ ਪ੍ਰਕਾਰ ਕੋ ਹੁਤੋ ਪ੍ਰਸੰਗਾ, ਜੋ ਭਾਖਿਓ ਬਾਲੇ ਤੁਝ ਸੰਗਾ। ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮੁਲਤਾਨ ਸੰਮਸ ਪ੍ਰਸੰਗ ਵਰਣਨ ਨਾਮ 37ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।